ਹਾਜ਼ਰੀ ਜੀ ਤੁਹਾਡੇ ਨਾਲ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ। ਤੇ ਤੁਸੀਂ ਕਹਿਣਾ ਵੀ ਬੰਦਾ ਕਿਤੇ ਫੋਟੋਆਂ ਦੇ ਅੱਗੇ ਬੈਠਾ, ਹੁਣ ਸਮਝ ਨਹੀਂ ਆਉਂਦੀ ਵੀ ਕਿੱਥੇ ਬੈਠਾ। ਦੇਖੋ ਗੱਲ ਇਹ ਆ ਵੀ ਆਉਂਦੇ ਮੇਰਾ ਖਿਆਲ 10-15 ਦਿਨ ਅਸੀਂ ਇਸੇ ਤਰ੍ਹਾਂ ਹੀ ਆਪ ਜੀ ਨੂੰ ਵੱਖ-ਵੱਖ ਥਾਵਾਂ 'ਤੇ ਬੈਠੇ ਮਿਲਾਂਗੇ। ਕਾਰਨ ਉਹਦੇ ਪਿੱਛੇ ਇਹ ਆ ਵੀ ਸਾਨੂੰ ਕਿਸੇ ਨੇ ਕਹਿ ਤਾ ਵੀ ਕੈਨੇਡਾ ਬਹੁਤ ਵੱਡਾ, ਤੇ ਅਸੀਂ ਸੋਚਿਆ ਵੀ ਕਿਉਂ ਨਾ ਵੇਖ ਹੀ ਲਈਏ ਕਰਾਂ। ਤੇ ਅਸੀਂ ਹੁਣ ਜਿੱਧਰ ਨੂੰ ਗੱਡੀ ਪਾ ਲਈ ਆ, ਇਹ ਗੱਡੀ ਜਿਵੇਂ ਜਿਵੇਂ ਘੁੰਮਦੀ ਜਾਊਗੀ ਇਹ ਸਾਰਾ ਰੂਟ ਟੂਰ ਜਿਹੜਾ ਹੈ ਉਹ ਤਾਂ ਤੁਹਾਨੂੰ ਅਸੀਂ ਵੱਖਰਾ ਦੱਸਦੇ ਦਿਖਾਉਂਦੇ ਰਹਾਂਗੇ। ਪਰ ਇੰਨਾ ਜ਼ਰੂਰ ਦੱਸ ਦਿੰਦੇ ਹਾਂ ਵੀ ਹੁਣ ਇਹ ਜਿਹੜਾ ਟੂਰ ਹੈ ਉਹ ਕੈਨੇਡਾ ਦੇ ਉਸ ਹਿੱਸੇ ਵਾਲੇ ਪਾਸੇ ਜਾਊਗਾ ਜਿਹਦੇ ਬਾਰੇ ਬਹੁਤਾ ਕਰਕੇ ਆਪਣਾ ਪੰਜਾਬੀ ਭਾਈਚਾਰਾ ਨਹੀਂ ਜਾਣਦਾ। ਹੁਣ ਖੈਰ ਨਵੀਂ ਪਨੀਰੀ ਤਾਂ ਉੱਧਰ ਜਾਣ ਲੱਗ ਪਈ ਆ। ਬਹੁਤੀਆਂ ਗੱਲਾਂ ਬਾਤਾਂ ਆਪਾਂ ਨਾਲ ਜੁੜੇ ਭਾਈ ਸਾਹਿਬ ਨਾਲ ਵੀ ਕਰਾਂਗੇ, ਕਿਉਂਕਿ ਇਹ ਸਪੈਸ਼ਲ ਗੈਸਟ ਅੱਜ ਆਪਣੇ ਇਸ ਪ੍ਰੋਗਰਾਮ ਪ੍ਰਾਈਮ ਫੋਕਸ 'ਚ ਵੀ ਸੱਦੇ ਨੇ। ਇਹਨਾਂ ਕੋਲ ਕਾਫੀ ਤਜਰਬਾ ਘੁੰਮਣ ਫਿਰਨ ਦਾ। ਕੀ ਹਾਲ ਨੇ ਬਾਠ ਸਾਹਿਬ? ਸਤਿ ਸ਼੍ਰੀ ਅਕਾਲ ਜੀ, ਬਹੁਤ ਸ਼ੁਕਰੀਆ ਸਟੂਡੀਓ ਦੇ ਵਿੱਚ ਸੱਦਣ ਲਈ ਤੁਹਾਡਾ ਬਹੁਤ ਧੰਨਵਾਦ। ਮੈਨੂੰ ਮੁਖਾਤਿਬ ਹੋਣ ਦਾ ਮੌਕਾ ਦਿੱਤਾ। ਹਾਂ ਨਹੀਂ ਹੈ ਮੌਕਾ ਤਾਂ ਪੂਰਾ ਦੇਈਦਾ, ਮੌਕੇ ਨਾਲ ਨਹੀਂ ਕੋਈ ਕਮੀ ਛੱਡੀ। ਇੱਦਾਂ ਹੀ ਹੁੰਦਾ ਨਾ ਜਦੋਂ ਮੈਂ ਕਿਹਾ ਇੱਦਾਂ ਹੀ ਤੁਸੀਂ ਇਸ ਨਿਮਾਣੇ ਜਿਹੇ ਮਾਣ ਨੂੰ ਹੈ ਨਾ ਵੱਡਾ ਮਾਣ ਬਖਸ਼ਿਆ, ਵੱਡਾ ਮਾਣ ਬਖਸ਼ਿਆ। ਵੈਸੇ ਤੁਹਾਡਾ ਨਾਮ ਪਰਮਵੀਰ ਮਾਨ ਨਾ ਕਰਦੀ? ਨਹੀਂ ਮੈਂ ਦੇਖੋ ਜੋ ਰੱਖ ਦਿੱਤਾ ਉਹੀ ਹੈ, ਉਹੀ ਠੀਕ ਹੈ, ਉਹੀ ਠੀਕ ਹੈ। ਅੱਛਾ ਨਹੀਂ, ਆਪਾਂ ਜਿਹੜੀ ਗੱਲ ਕਰਨ ਲੱਗੇ ਸੀ ਮੈਨੂੰ ਇਹ ਸੀ ਕਿ ਆਪਾਂ ਮੈਂ ਇੱਕ ਬੇਨਤੀ ਪਹਿਲਾਂ ਕਰਦੇ ਹਾਂ ਕਿ ਸਾਡੇ ਜਿਹੜੇ ਟੈਚੀ ਨੇ ਉਹ ਆਏ ਨਹੀਂ ਨਾਲ, ਕੱਪੜਿਆਂ ਵਾਲੇ ਝੋਲੇ ਜਿਹੜੇ ਸਾਡੇ ਪਿੱਛੇ ਰਹਿ ਗਏ ਆ। ਇਹਨੇ ਪੂਰੀ ਗੱਲ ਦੱਸੋ ਨਾ ਵੀ ਕਿੱਥੇ ਰਹੇ, ਕਿੱਥੇ ਨਹੀਂ, ਇੰਨੀ ਕੀ ਦੱਸਣੀ ਆਪਾਂ। ਦੱਸਿਆ ਜਾਵੇ ਨਾ ਵੀ ਬੰਦਾ ਜ਼ਿੰਮੇਵਾਰ ਵੀ ਹੋਣਾ ਚਾਹੀਦਾ। ਨਹੀਂ ਬੰਦਾ ਜ਼ਿੰਮੇਵਾਰ ਵੀ, ਦੇਖੋ ਮਾਲਕਾਂ ਨੇ ਖੜਕੜ ਸਾਹਿਬ ਨੇ ਲੈ ਕੇ ਆਉਣੇ ਸੀ, ਸਾਨੂੰ ਪਹਿਲਾਂ ਇੱਕ ਫਲਾਈਟ 'ਚ ਭੇਜ ਦਿੱਤਾ ਤੇ ਹੁਣ ਆਪ ਪਿੱਛੇ ਆਉਣੇ ਸੀ ਤੇ ਸਾਡੇ ਝੋਲੇ ਉਹਨਾਂ ਕੋਲ ਆ, ਸਾਡੇ ਕੋਲੇ ਸਮਾਨ ਰਿਕਾਰਡਿੰਗ ਵਾਲਾ ਸਾਰਾ ਭੇਜ ਦਿੱਤਾ ਤੇ ਅਸੀਂ ਕੱਲ੍ਹ ਦੇ ਇੱਦਾਂ ਹੀ ਆ। ਹਾਂ ਸੋ ਅਸੀਂ ਮਤਲਬ ਇਹ ਜਿਸ ਵਸਤਰ 'ਚ ਆ, ਹੋ ਸਕਦਾ ਵੀ ਜੇ ਸਾਨੂੰ ਕੋਈ ਜਹਾਜ਼ 'ਚ ਵੀ ਵੀਰ ਮਿਲੇ ਹੋਣ ਤੇ ਉਹਨਾਂ ਕਹਿਣਾ ਯਾਰ ਇਹ ਕੱਲ੍ਹ ਦੇ ਇੱਦਾਂ ਹੀ ਫਿਰੇ ਫਿਰਦੇ। ਮੈਂ ਤਾਂ ਹੀ ਕਿਹਾ ਵੀ ਕਲੀਅਰ ਕਰ ਦਈਏ ਇਹਨਾਂ ਫਿਰ ਹੋਰ ਹੈ ਹੀ ਨਹੀਂ। ਹਾਂ ਮਤਲਬ ਇਹ ਕਾਰਨ ਇਹ ਆ ਵੀ ਉਹਨਾਂ ਨੂੰ ਪਹਿਲਾਂ ਇੱਕ ਜਹਾਜ਼ 'ਚ ਬਿਠਾਉਣ ਲੱਗੇ, ਫਿਰ ਬਿਠਾ ਕੇ ਉਹ ਕਹਿੰਦੇ ਨੇ ਕੋਈ ਨਹੀਂ ਰਹਿਣ ਦਿਓ ਯਾਰ ਇਹ ਜਾਣਾ ਨਹੀਂ ਅਜੇ। ਕੀ ਗੱਲ? ਕਹਿੰਦੇ ਡਰਾਈਵਰ ਨਹੀਂ ਆਇਆ। ਇਹ ਕਹਿੰਦੇ ਦੂਜਾ 4 ਘੰਟਿਆਂ ਬਾਅਦ ਆਵਾਂਗੇ। ਜਦੋਂ ਉਹਦੇ 'ਤੇ ਚੜ੍ਹਨ ਲੱਗੇ ਉਹ ਕਹਿੰਦੇ ਰਹਿਣ ਦਿਓ ਯਾਰ ਇਹ 'ਤੇ ਨਹੀਂ ਜਾਣਾ। ਕਹਿੰਦਾ ਕਿ ਇਹਦੇ ਟਾਇਰ 'ਚ ਨੁਕਸ ਆ ਇਹ। ਤੀਸਰੀ ਫਲਾਈਟ ਉਹ ਇਹਨੇ ਰੁਕ ਕੇ ਤੀਸਰੀ ਫਲਾਈਟ ਕਹਿੰਦੇ ਆਹ ਤੇ ਹੁਣ ਜਾਣੀ ਨੇ, ਬਸ ਚੜ੍ਹ ਜਾਓ। ਉਹ ਏਅਰਪੋਰਟ 'ਤੇ ਵੀ ਬੈਠੇ ਨੇ ਤੇ ਜਦੋਂ ਚੜ੍ਹਨ ਲੱਗੇ ਨੇ ਤੇ ਉਹਨਾਂ ਨੂੰ ਲੱਗਿਆ ਵੀ ਸ਼ਾਇਦ ਅਨਾਊਂਸਮੈਂਟ ਹੋਣ ਲੱਗੀ ਵੀ ਬੋਰਡਿੰਗ ਸ਼ੁਰੂ ਹੋਣ ਲੱਗੀ ਹੈ ਜੀ। ਅਸਲ 'ਚ ਅਨਾਊਂਸਮੈਂਟ ਉਹ ਮਾਫੀ ਦੀ ਸੀ। ਉਹ ਕਹਿੰਦੇ ਵੀ ਮਾਫੀ ਚਾਹਾਂਗੇ, ਇਹ ਫਲਾਈਟ ਹੁਣ ਹੀ ਕੈਂਸਲ ਹੀ ਕਰ ਦਿੱਤੀ ਆ। ਇੱਕ ਸੰਧਾਲੀਆ ਸਾਹਿਬ ਮੈਂ ਹੋਰ ਜ਼ਰੂਰ ਬੇਨਤੀ ਕਰਦੇ ਹਾਂ ਕਿ ਆਪਣੇ ਕੋਲ ਨਾ ਪੰਜਾਬੀਆਂ ਦੇ ਕੋਲੇ ਜੁਗਾੜ ਬੜੇ ਹੁੰਦੇ ਆ। ਹੁਣ ਆਪਾਂ ਥੋੜ੍ਹਾ ਕਿਸੇ ਨੂੰ ਦੱਸਣਾ ਕਿ ਰਾਤੀ ਆਪਾਂ ਆਹ ਝੱਗੇ ਲਾਏ, ਨਿਚੋੜ ਕੇ ਸੁੱਕਣੇ ਪਾ ਤੇ ਸੌਂ ਗਏ, ਸਵੇਰੇ ਉੱਠਦੇ ਸੁੱਕੇ ਅਸੀਂ ਪ੍ਰੈਸ ਕਰਕੇ ਪਾ ਲਏ। ਹਾਂ ਇਹ ਅਸੀਂ ਕਾਨੂੰਨ ਇਹ ਆਪਾਂ ਗੱਲਾਂ ਲੋੜ ਹੀ ਨਹੀਂ। ਨਹੀਂ ਨੌਕਾ ਨਾਂ ਨਹੀਂ ਲੈਣਾ ਕਿਸੇ ਕੋਈ ਇਸ ਤਰ੍ਹਾਂ ਦਾ। ਤੇ ਦੇਖੋ ਗੱਲ ਇਹ ਆ ਵੀ ਹੁਣ ਸਾਨੂੰ ਇਹ ਪਤਾ ਲੱਗਿਆ ਵੀ ਫਾਈਨਲੀ ਜਹਾਜ਼ ਮਿਲ ਗਿਆ ਇਹਨਾਂ ਨੂੰ ਜੀ। ਟਿਕਟ ਉਹਨਾਂ ਲੈ ਲਈਏ, ਟੈਚੀ ਲੱਦ ਲਏ ਨੇ, ਆ ਜਾਣਗੇ। ਤੇ ਉਦੋਂ ਬਾਅਦ ਫਿਰ ਸਾਡਾ ਅਗਲਾ ਸਫ਼ਰ ਜਿਹੜਾ ਸ਼ੁਰੂ ਹੋ ਜਾਣਾ। ਅੱਜ ਅਸੀਂ ਇੱਥੇ ਬੈਠੇ ਗੱਲਾਂ ਬਾਤਾਂ ਕਰਨ ਲੱਗ ਪਏ ਹਾਂ। ਇਸ ਸਫ਼ਰ ਦੇ ਵਿੱਚ ਤੁਸੀਂ ਸਾਡੇ ਨਾਲ ਸੰਪਰਕ ਵੀ ਕਰ ਸਕਦੇ ਹੋ। ਪ੍ਰੋਗਰਾਮ ਦੇ ਐਂਡ ਤੇ ਆਪਾਂ ਉਹ ਨੰਬਰ ਵੀ ਆਪ ਜੀ ਨੂੰ ਦੱਸ ਦਿਆਂਗੇ ਜਿਸ ਨੰਬਰ ਤੇ ਤੁਸੀਂ ਸਾਡੇ ਨਾਲ ਸੰਪਰਕ ਕਰਨਾ। ਕਿਹੜੇ ਇਲਾਕੇ 'ਚ ਆਪਾਂ ਜਾਣਾ ਆ ਉਹ ਸਾਰਾ ਦੱਸ ਕੇ ਜਾਵਾਂਗੇ। ਉਹ ਸਾਰਾ ਕੁਛ ਆਪ ਜੀ ਨੂੰ ਦੱਸ ਕੇ ਜਾਵਾਂਗੇ। ਸਾਨੂੰ ਇਹ ਸੀ ਵੀ ਥੋੜ੍ਹਾ ਜਿਹਾ ਸਟਾਰਟਿੰਗ ਤੁਹਾਨੂੰ ਤਾਂ ਆਈਡੀਆ ਜਿਹਾ ਦੇ ਦਿੱਤਾ ਵੀ ਅਸੀਂ ਆਪਣੇ ਮਾਹੌਲ ਚਾਲ ਜਦੋਂ ਦੱਸ ਦਈਏ ਵੀ ਤੁਸੀਂ ਕਹਿਣਾ ਯਾਰ ਬੰਦੇ ਫਿਰਦੇ ਕਿੱਥੇ ਆ, ਵੀ ਹੁਣ 10-15 ਦਿਨ ਤੁਹਾਨੂੰ ਅਸੀਂ ਐਂ ਹੀ ਦੱਸਣਾ। ਤੇ ਗੱਲ ਹੁਣ ਖਬਰਾਂ ਵਾਲੇ ਪਾਸੇ ਮੁੜਿਆ ਜਾਵੇ। ਬਿਲਕੁਲ ਮੁੜਿਆ ਜਾਵੇ। ਸੰਧਾਲੀਆ ਸਾਹਿਬ, ਸਭ ਤੋਂ ਪਹਿਲਾਂ ਮੈਨੂੰ ਲੱਗਦਾ ਕਿ ਆਪਾਂ ਚੰਨੀ ਸਾਹਿਬ ਤੋਂ ਹੀ ਸਟਾਰਟ ਕਰਦੇ ਹਾਂ। ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ, ਉਹਨਾਂ ਤੋਂ ਕਰ ਲਓ ਸਟਾਰਟ। ਉਹ ਸਟਾਰਟ ਕਰਨ ਦਾ ਮਤਲਬ ਇੱਕ ਤਾਂ ਮੰਨਣਾ ਪਊਗਾ ਕਿ ਚੰਨੀ ਸਾਹਿਬ ਨੂੰ ਕੋਈ ਵੀ ਚੀਜ਼ ਕੌਂਸਲਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਕੋਈ ਵੀ ਪਰਾਤ 'ਚ ਪਲੇਟ 'ਚ ਪਾ ਕੇ ਚੀਜ਼ ਨਹੀਂ ਮਿਲੀ। ਨਾ ਉਹਨਾਂ ਦੇ ਟੱਬਰ ਦੇ ਵਿੱਚੋਂ ਪਹਿਲਾਂ ਕੋਈ ਲੀਡਰ ਸੀ, ਨਾ ਉਹਨਾਂ ਦੇ ਟੱਬਰ ਦੀਆਂ ਪਹਿਲਾਂ ਫੈਕਟਰੀਆਂ ਸੀ, ਨਾ ਉਹਨਾਂ ਦੇ ਟੱਬਰ ਦੇ ਪਹਿਲਾਂ ਹੋਟਲ ਸੀ, ਨਾ ਉਹਨਾਂ ਦੇ ਟੱਬਰ ਦੀ ਪਹਿਲਾਂ ਟਰਾਂਸਪੋਰਟ ਸੀ। ਜਾਣੀ ਕਿ ਇਹ ਤਾਂ ਮੰਨਣਾ ਪਊ ਕਿ ਉਹ ਸਧਾਰਨ ਪਰਿਵਾਰ ਦੇ ਸੀ। ਬੰਦਾ ਕੌਂਸਲਰ ਤੋਂ ਕਈ ਵਾਰੀ ਸਾਰੀ ਉਮਰ ਬੰਦਾ ਕੌਂਸਲਰ ਰਹਿ ਜਾਂਦਾ, ਨਗਰ ਪੰਚਾਇਤ ਦੇ ਵਿੱਚ ਪ੍ਰਧਾਨਗੀ ਤੱਕ ਹੀ ਰਹਿ ਜਾਂਦਾ। ਪਰ ਜੇ ਉਹ ਕੌਂਸਲਰ ਬਣੇ, ਨਗਰ ਪੰਚਾਇਤ ਦੇ ਪ੍ਰਧਾਨ ਬਣੇ, ਫਿਰ ਆਜ਼ਾਦ MLA ਬਣੇ, ਫਿਰ ਕਾਂਗਰਸੀ MLA ਬਣੇ, ਫਿਰ ਮਿਨਿਸਟਰ ਬਣੇ, ਫਿਰ ਵਿਰੋਧੀ ਧਿਰ ਦੇ ਨੇਤਾ ਬਣੇ, ਫਿਰ ਚੀਫ ਮਿਨਿਸਟਰ ਬਣੇ, ਉਹ ਸਾਰਾ ਕੁਝ ਹੋਇਆ ਤਾਂ ਉਹਨਾਂ ਦੇ ਹਿੰਮਤ ਨਾਲ ਹੀ ਹੈ। ਕਿਉਂਕਿ ਕਈ ਵਾਰ ਤਾਂ ਇਹ ਹੁੰਦਾ ਨਾ ਕਿ ਬੜੇ ਲੀਡਰ ਨੇ ਉਹ ਆਪ ਲੀਡਰਸ਼ਿਪ ਦੇ ਵਿੱਚ ਹੁੰਦੇ ਆ, ਉਹਨਾਂ ਦੇ ਰਿਸ਼ਤੇਦਾਰ ਲੀਡਰ ਹੁੰਦੇ ਆ। ਸਾਡੇ ਕੋਲ ਤਾਂ ਇੱਦਾਂ ਦੇ ਵੀ ਜਿਹੜੇ ਇੱਥੇ ਆਪ ਰਾਜੇ ਆ, ਦੂਜੇ ਸੂਬਿਆਂ ਦੇ ਰਾਜੇ ਜਿਹੜੇ ਹੈਗੇ ਆ ਉਹ ਵੀ ਉਹਨਾਂ ਦੇ ਰਿਸ਼ਤੇਦਾਰ ਨੇ। ਉੱਪਰ ਹਾਈ ਕਮਾਂਡ ਦੇ ਵਿੱਚ ਬਹੁਤ ਹੁੰਦਾ। ਜੇ ਰਾਹੁਲ ਗਾਂਧੀ ਚੰਨੀ ਸਾਹਿਬ ਨੂੰ ਮਿਲ ਲੈਂਦੇ ਤਾਂ ਚੰਨੀ ਸਾਹਿਬ ਨੇ ਹਿੰਮਤ ਮਾਰੀ ਆ। ਉਹ ਵੱਖਰੀ ਗੱਲ ਹੈ ਕਿ ਜਦੋਂ ਉਹ ਅਹੁਦਿਆਂ 'ਤੇ ਪਹੁੰਚੇ ਆ ਤੇ ਉਹਨਾਂ ਅਹੁਦਿਆਂ ਦੇ ਉੱਤੇ ਪਹੁੰਚ ਕੇ ਉਹਨਾਂ ਨੇ ਇਨਸਾਫ ਕਿੰਨਾ ਕੁ ਕੀਤਾ ਉਹ ਅਦਾਲਤਾਂ ਨੇ ਤੈਅ ਕਰਨਾ। ਮੈਂ ਇਹ ਸਾਰੀ ਭੂਮਿਕਾ ਇੱਕ ਖਾਸ ਕਾਰਨ ਕਰਕੇ ਬਣ ਰਿਹਾ। ਇੱਕ ਸੰਧਾਲੀਆ ਸਾਹਿਬ ਮੈਂ ਹੋਰ ਬੇਨਤੀ ਕਰਨੀ ਹੈ। ਕਈ ਵਾਰ ਨਾ ਟਿੱਪਣੀਆਂ ਇੱਦਾਂ ਦੀਆਂ ਆਉਂਦੀਆਂ, ਕੈਪਟਨ ਸਾਹਿਬ 10 ਸਾਲ ਮੁੱਖ ਮੰਤਰੀ ਰਹੇ, ਬਾਦਲ ਸਾਹਿਬ 5 ਵਾਰੀ ਰਹੇ, ਉਹਨਾਂ ਦੇ ਕਾਰਜਕਾਲ ਦੇ ਉੱਤੇ ਕੋਈ ਉਂਗਲ ਨਹੀਂ ਚੁੱਕਦਾ।
ਚੰਨੀ ਸਾਹਿਬ 3 ਮਹੀਨੇ ਮੁੱਖ ਮੰਤਰੀ ਰਹੇ, ਉਹਨਾਂ ਦੇ ਦੁਆਲੇ ਸਾਰੇ ਹੋਏ ਆ। ਮੈਂ ਦੋ ਚੀਜ਼ਾਂ ਕਲੀਅਰ ਕਰਦੇ ਹਾਂ ਕਿ ਜਦੋਂ ਕੈਪਟਨ ਸਾਹਿਬ ਮੁੱਖ ਮੰਤਰੀ ਦੀ ਕੁਰਸੀ ਤੋਂ ਉੱਥੇ ਸੀ ਤਾਂ ਲੁਧਿਆਣੇ ਦਾ ਇੱਕ ਸਕੈਂਡਲ ਸੀ ਸਿਟੀ ਸੈਂਟਰ ਦਾ। ਕੈਪਟਨ ਅਮਰਿੰਦਰ ਸਿੰਘ ਹੋਰੀ ਜਿੰਨੀ ਦੇਰ ਪੇਸ਼ੀਆਂ ਭੁਗਤਣ ਜਾਂਦੇ ਰਹੇ, ਤੁਸੀਂ ਉਦੋਂ ਅਖਬਾਰਾਂ ਕੱਢ ਕੇ ਫੋਲ ਲਓ, ਜੇ ਤੁਹਾਡੇ ਕੋਲ ਰੇਡੀਓ ਟੀਵੀ ਦੀ ਕੋਈ ਰਿਕਾਰਡਿੰਗ ਪਈ ਆ ਤੇ ਉਹ ਕੱਢ ਕੇ ਸੁਣ ਲਓ। ਕੰਮ ਇਦਾਂ ਹੀ ਚੱਲਦਾ ਸੀ ਪੱਤਰਕਾਰਾਂ ਨੂੰ। ਜਦੋਂ ਵੱਡੇ ਬਾਦਲ ਤੇ ਛੋਟੇ ਬਾਦਲ ਸਾਹਿਬ ਇੱਕ ਵਾਰੀ ਕੈਪਟਨ ਸਾਹਿਬ ਮੁੱਖ ਮੰਤਰੀ ਹੁੰਦੇ ਚੱਕ ਕੇ ਇਹਨਾਂ ਨੇ ਅੰਦਰ ਦੇ ਦਿੱਤੇ ਸੀ, ਉਦੋਂ ਕੰਮ ਕਿੱਦਾਂ ਚੱਲਦਾ ਸੀ ਤੇ ਉਹ ਵੀ ਤੁਸੀਂ ਦੇਖ ਲਓ, ਇਦਾਂ ਹੀ ਚੱਲਦਾ ਸੀ। ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਸਲਾ ਸਾਹਮਣੇ ਆਇਆ, ਅਕਾਲੀ ਭਾਜਪਾ ਦੀ ਸਰਕਾਰ ਸੀ, ਤਾਂ ਉਦੋਂ ਜਦੋਂ ਲੋਕਾਂ ਨੇ ਬਹੁਤ ਸਾਰੇ ਲੀਡਰ ਘਰੋਂ ਬਾਹਰ ਨਿਕਲਣੇ 2 ਮਹੀਨੇ ਬੰਦ ਕਰ ਦਿੱਤੇ ਸੀ, ਉਦੋਂ ਦੀਆਂ ਤੁਸੀਂ ਖਬਰਾਂ ਦੀਆਂ ਵੰਨਗੀਆਂ ਕੱਢ ਕੇ ਦੇਖ ਲਓ, ਇਦਾਂ ਹੀ ਸੀ, ਇਹ ਕੋਈ ਨਵਾਂ ਨਹੀਂ। ਤੇ ਦੂਸਰੀ ਗੱਲ ਮੈਂ ਇਹ ਵੀ ਕਰਦੇ ਹਾਂ ਕਿ ਜਿੱਥੇ ਤੱਕ ਹਿੰਮਤ ਹੈ, ਬੰਦੇ ਆਪਣੀ ਹਿੰਮਤ ਤੇ ਪਹੁੰਚੇ, ਵਧੀਆ। ਪਰ ਜੇ ਕੋਈ ਬੰਦਾ ਮੁੱਖ ਮੰਤਰੀ ਬਣਿਆ, ਮੰਤਰੀ ਬਣਿਆ, ਚਾਹੇ ਅੱਜ ਦੇ ਆ ਤੇ ਚਾਹੇ ਪਿਛਲੇ ਆ, ਸਾਡੇ ਤੇ ਕੋਈ ਸਾਨ ਨਹੀਂ ਕੀਤਾ। ਜੇ ਕੋਈ ਬੰਦਾ ਮੁੱਖ ਮੰਤਰੀ ਜਾਂ ਐਮਐਲਏ ਬਣਿਆ, ਕਿਸੇ ਅਹੁਦੇ ਤੇ ਰਿਹਾ, ਤੇ ਉਹਨੇ ਤਨਖਾਹ ਲਈ, ਬਿਲਕੁਲ, ਜਾਂ ਤਾਂ ਕਹੀਏ ਕਿ ਉਹਨੇ ਮੁਫਤ ਕੰਮ ਕੀਤਾ। ਉਹ ਆਪਣੇ ਘਰੋਂ ਗੱਡੀ ਜਾਂ ਰਿਕਸ਼ਾ ਜਾਂ ਸਾਈਕਲ ਲੈ ਕੇ ਆਉਂਦਾ ਸੀ, ਜਾਂ ਗੱਡੀ ਦੇ ਵਿੱਚ ਤੇਲ ਆਪਣਾ ਪਾਉਂਦਾ ਸੀ, ਰੋਟੀਆਂ ਉਹਨੇ ਸਰਕਾਰੀ ਖਾਧੀਆਂ, ਤਨਖਾਹ ਉਹਨੇ ਸਰਕਾਰੀ ਲਈ ਹੈ। ਰੋਟੀ ਬਣਾਉਣ ਵਾਲੀ ਸਰਕਾਰੀ ਤਨਖਾਹ ਲੈਂਦੇ ਸੀ, ਗੱਡੀਆਂ 'ਚ ਤੇਲ ਸਰਕਾਰੀ ਪੈਂਦਾ ਸੀ, ਘਰ ਉਹਨਾਂ ਨੂੰ ਸਰਕਾਰੀ ਮਿਲਦੇ ਸੀ, ਪੈਨਸ਼ਨ ਸਰਕਾਰੀ ਲੈਂਦੇ ਆ। ਤਾਂ ਫਿਰ ਭਾਈ ਜਦੋਂ ਤੁਸੀਂ ਕਿਸੇ ਕੰਮ ਨੂੰ ਕਰਨ ਦੇ ਪੈਸੇ ਲੈਂਦੇ ਹੋ ਨਾ, ਤਾਂ ਫਿਰ ਉਸ ਫਾਈਲ ਨੂੰ ਚੰਗੇ ਤਰੀਕੇ ਸਮ ਅਪ ਕਰਨ ਦੀ ਜ਼ਿੰਮੇਵਾਰੀ ਤੁਹਾਡੇ ਤੇ ਹੈ। ਜੇ ਤੁਸੀਂ ਚੱਜ ਨਾਲ ਕੰਮ ਕੀਤਾ ਤਾਂ ਠੀਕ ਹੈ, ਨਹੀਂ ਕੀਤਾ ਤਾਂ ਫਿਰ ਰਗੜਾ ਇਦਾਂ ਹੀ ਲੱਗਣੀਆਂ। ਨਹੀਂ ਲੱਗਣੀਆਂ, ਇਹ ਮੇਰਾ ਖਿਆਲ ਆਪਾਂ ਇਸ ਚੀਜ਼ ਨੂੰ ਅੱਗੇ ਵਧਾ ਦਈਏ ਤੇ ਅੱਗੇ ਵਧਾਉਣ ਦੇ ਵਿੱਚ ਚੱਕਰ ਇਹ ਆ, ਜਦੋਂ ਤੁਸੀਂ ਚੰਨੀ ਸਾਹਿਬ ਦੀ ਭੂਮਿਕਾ ਬੰਨੀ ਵੀ ਕੌਂਸਲਰ ਤੋਂ ਲੈ ਕੇ ਤੇ ਮੁੱਖ ਮੰਤਰੀ ਤੱਕ ਗਏ ਜੀ, ਤੇ ਗੱਲ ਇਹ ਚੱਲਦੀ ਆ ਵੀ ਉਹ ਆਮ ਘਰ ਚੋਂ ਸੀ ਜੀ। ਹੁਣ ਵਾਲੀ ਜਿਹੜੀ ਸਰਕਾਰ ਹੈ ਉਹਦੇ 'ਚ ਵੀ ਬਹੁਤਾ ਕਰਕੇ ਬੰਦੇ ਆਮ ਘਰਾਂ ਤੋਂ, ਤੇ ਮੇਰਾ ਖਿਆਲ ਉਹਨਾਂ ਦੇ ਲਈ ਇਹ ਇੱਕ ਬਹੁਤ ਵਧੀਆ ਉਦਾਹਰਨ ਹੈ ਵੀ ਜੇ ਆਮ ਘਰ ਤੋਂ ਉੱਠ ਕੇ ਅੱਗੇ ਪਹੁੰਚਣਾ ਹੋਵੇ ਤੇ ਪਹੁੰਚਿਆ ਜਾ ਸਕਦਾ। ਜੀ, ਚੰਨੀ ਸਾਹਿਬ ਵੀ ਪਹੁੰਚੇ, ਹੁਣ ਵਾਲੇ ਵੀ ਪਹੁੰਚੇ, ਪਰ ਫਰਕ ਸਿਰਫ ਇੰਨਾ ਹੈਗਾ ਵੀ ਤੁਸੀਂ ਜਾਂ ਤੁਹਾਡੇ ਨਾਲ ਦੇ। ਹੁਣ ਜੇ ਚੰਨੀ ਸਾਹਿਬ ਵਾਲੇ ਕੇਸ 'ਚ ਵੀ ਆਪਾਂ ਦੇਖੀਏ ਤੇ ਜਿੰਨੀ ਕੁ ਵੀ ਵਾਰ ਮੇਰਾ ਖਿਆਲ ਇਸ ਤੋਂ ਪਹਿਲਾਂ ਆਪਾਂ ਗੱਲਬਾਤ ਸੁਣੀ, ਉਹਦੇ ਚੰਨੀ ਸਾਹਿਬ ਦਾ ਸਿੱਧਾ ਨਾਂ ਭਾਵੇਂ ਨਹੀਂ ਆਇਆ, ਪਰ ਪਤਾ ਨਹੀਂ ਕਿਉਂ ਰਿਸ਼ਤੇਦਾਰੀਆਂ, ਜੋ ਤੁਸੀਂ ਸ਼ਬਦ ਵਰਤਿਆ ਨਾ, ਰਿਸ਼ਤੇਦਾਰੀਆਂ 'ਚ ਆ ਗਿਆ। ਮੈਂ ਨਾ ਵੀ ਹੋਣ ਵਾਲੇ ਵੀ ਜ਼ਰੂਰ ਚੈੱਕ ਕਰ ਲੈਣ ਵੀ ਚਲੋ ਠੀਕ ਹੈ, ਤੁਸੀਂ ਆਪਣੀ ਥਾਂ ਤੇ ਇਮਾਨਦਾਰ ਹੋ, ਕਿਤੇ ਵੇਲੇ ਕੋਈ ਰਿਸ਼ਤੇਦਾਰ ਤੁਹਾਡੇ ਤੋਂ ਅੱਗੇ ਤਾਂ ਨਹੀਂ ਲੰਘੀ ਜਾਂਦਾ, ਉਹਦਾ ਜ਼ਰੂਰ ਪਤਾ ਰੱਖਿਓਗੇ। ਇਹ ਨਾ ਹੋਵੇ ਕੱਲ੍ਹ ਨੂੰ ਕੋਈ ਅਗਲਾ ਆਖੇ ਵੀ ਨਹੀਂ ਜੀ ਤੁਸੀਂ ਤਾਂ ਉਦੋਂ ਠੀਕ ਸੀ, ਪਰ ਤੁਹਾਡੇ ਉਹ ਸਾਹਬ ਆਉਂਦੇ ਹੁੰਦੇ ਸੀ, ਉਹਨਾਂ ਦਾ ਫੋਨ ਆਉਂਦਾ ਹੁੰਦਾ ਸੀ। ਹੁਣ ਚੰਨੀ ਉਹਨਾਂ ਦੀ ਜੇ ਤੁਸੀਂ ਗੱਲ ਸ਼ੁਰੂ ਕੀਤੀ ਆ ਤੇ ਦੇਖੋ ਉਰੇ ਨਹੀਂ ਰੁਕੇ ਉਹ। ਗੋਆ ਮੇਰਾ ਖਿਆਲ ਪੰਜਾਬੀ ਆਮ ਮਾਤੜ ਬੰਦਾ ਤੇ ਘੱਟ ਹੀ ਜਾਂਦਾ। WhatsApp ਤੁਸੀਂ ਤੇ ਫਿਰ ਤੁਰਦੇ ਰਹਿੰਦੇ, ਗਏ ਹੋਣੇ ਕਿਤੇ, ਮੈਂ ਤੇ ਗਿਆ ਨਹੀਂ। ਤੁਸੀਂ ਮੈਨੂੰ ਟਿਕਟ ਹੀ ਨਹੀਂ ਲੈ ਕੇ ਦਿੱਤੀ, ਮੈਂ ਜਾਣਾ ਕਿੱਦਾਂ? ਮੈਂ ਅਜੇ ਤੱਕ ਨਹੀਂ ਗਿਆ। ਅੱਛਾ, ਨਹੀਂ ਗਏ? ਚਲੋ ਫਿਰ ਅਸੀਂ ਦੋਵਾਂ ਨਹੀਂ ਗਿਆ, ਵੇਖਿਆ ਗੋਆ। ਪਰ ਗੋਆ 'ਚ ਕਹਿੰਦੇ ਆ ਵੀ ਪੰਜਾਬ ਸਰਕਾਰ ਦੀ 8 ਕਿੱਲੇ ਜ਼ਮੀਨ ਬੀਚ ਦੇ ਉੱਤੇ, ਨਾਲ ਕਹਿੰਦੇ ਵੀ ਜੋ ਵੀ ਉਹ ਰਿਜ਼ੋਰਟ ਜਾਂ ਜੋ ਵੀ ਸੀਗਾ ਉਹ ਸਰਕਾਰੀ ਸੀ ਤੇ ਉਹਨੂੰ ਕਿਸੇ ਹੋਰ ਕੰਪਨੀ ਨੂੰ ਦੇ ਦਿੱਤਾ ਸਸਤੇ ਭਾਵਾਂ 'ਚ। ਹੁਣ ਉਹ ਲੀਜ਼ 'ਤੇ ਦਿੱਤਾ, ਉਹ ਕਿਰਾਏ 'ਤੇ ਦਿੱਤਾ, ਉਹ ਠੇਕੇ 'ਤੇ ਦਿੱਤਾ, ਜਾਂ ਕਹਿ ਲਓ ਕੰਮ ਚਲਾਉਣ ਨੂੰ ਦਿੱਤਾ ਵੀ ਉਹਦੇ ਤੋਂ ਉਹਨਾਂ ਨੇ ਆਕਰਾਂ ਸੋਚਿਆ ਵੀ ਯਾਰ ਸਾਡੀ ਪ੍ਰਾਪਰਟੀ ਹੈ ਤੇ ਕਿਉਂ ਨਾ ਸਰਕਾਰ ਨੂੰ ਪੈਸਾ ਆਵੇ। ਕਿਸੇ ਤਰ੍ਹਾਂ ਵੀ ਹੋ ਸਕਦਾ ਵੀ ਉਹਨਾਂ ਚੰਗੇ ਤੌਰ 'ਤੇ ਸੋਚਿਆ ਹੋਵੇ, ਪਰ ਹੁਣ ਵਾਲੀ ਸਰਕਾਰ ਵਾਲੇ ਪਾਸੋਂ ਇਲਜ਼ਾਮ ਇਹ ਲੱਗਦਾ ਵੀ ਜੋ ਰੇਟ ਭਾਅ ਤੈਅ ਕੀਤਾ ਗਿਆ ਉਹ ਬਹੁਤ ਘੱਟ ਆ, ਤੇ ਜੇ ਉਹ ਘੱਟ ਰੇਟ ਦੇ ਉੱਪਰ ਕੋਈ ਲੈ ਗਿਆ ਤੇ ਇਹਦਾ ਮਤਲਬ ਸ਼ਾਇਦ ਉਹਦੇ 'ਚੋਂ ਕੁਛ ਵਾਧ ਘਾਟ ਸੱਜਾ ਖੱਬਾ ਹੋ ਸਕਦਾ। ਇਹ ਇਲਜ਼ਾਮ ਨੇ, ਸੱਚ ਝੂਠ ਤੇ ਅਦਾਲਤ ਨੇ ਤੈਅ ਕਰ। ਦੇਖੋ ਸੰਧਾਲੀਆ ਸਾਹਿਬ, ਪਹਿਲੀ ਗੱਲ ਇਹ ਹੈ ਕਿ ਚੰਨੀ ਸਾਹਿਬ ਨੇ ਕਹਿਣਾ ਕਿ ਬੇਬੁਨਿਆਦ ਨੇ, ਉਹਨਾਂ ਨੇ ਜਾਂ ਉਹਨਾਂ ਦੇ ਸਮਰਥਕਾਂ ਨੇ ਕਹਿਣਾ ਕਿ ਸਿਆਸੀ ਤੌਰ ਤੇ ਬਦਲਾਖੋਰੀ ਹੈ, ਤੇ ਹੋ ਵੀ ਸਕਦੀ ਹੈ, ਅਸੀਂ ਕਿਸੇ ਚੀਜ਼ ਤੋਂ ਇਨਕਾਰੀ ਨਹੀਂ, ਆਪਣੇ ਕੋਲੇ ਉਦਾਹਰਨਾਂ। ਪਰ ਦੂਸਰੇ ਪਾਸੇ ਇੱਕ ਗੱਲ ਮੰਨਣੀ ਪਊਗੀ ਸੰਧਾਲੀਆ ਸਾਹਿਬ, ਕਿਤੇ ਨਾ ਕਿਤੇ ਆਪਾਂ ਥੋੜ੍ਹੇ ਜਿਹਾ ਦਾਗੀ ਹੈਗੇ ਆ। ਨਹੀਂ ਆਪਾਂ ਗੱਲ ਨਹੀਂ, ਮੈਂ ਦੱਸਣ ਲੱਗਿਆ। ਅੱਛਾ ਆਪਾਂ, ਹਾਂ ਨਹੀਂ ਸਾਰੇ, ਮੈਂ ਪੰਜਾਬ ਦੀ ਗੱਲ ਕਰਦਾ। ਸਾਰੇ ਪੂਰਾ ਲਓ ਨਾ, ਮੈਂ ਹੈ ਵੀ ਭਲਾ ਹੋ ਗਿਆ ਵੀ ਮਤਲਬ ਧਿਰਾਂ ਤਿੰਨ ਹੀ ਨੇ। ਗੋਆ ਸਾਨੂੰ ਵਿਖਾਇਆ ਨਹੀਂ, ਦਾਗੀ ਪਹਿਲਾਂ ਕਰ ਲੈ। ਨਹੀਂ, ਗੋਆ ਦੇ ਨਾਲ ਤਾਂ ਆਪਣਾ ਬੜਾ ਵਧੀਆ ਸੰਬੰਧ ਹੈ ਕਰਨੈਲ ਸਿੰਘ ਈਸੜੂ ਹੋਰਾਂ ਦਾ। ਜਦੋਂ 15 ਅਗਸਤ ਵਾਲੇ ਦਿਨ ਹੀ ਜਾਣੀ ਲੱਗਦੀ ਹੈ ਇੱਕ ਉੱਥੇ ਬਹੁਤ ਵੱਡੀ ਮੇਲੇ ਵਰਗੀ ਉਹਨਾਂ ਦੀ ਬਰਸੀ ਮਨਾਈ ਜਾਂਦੀ ਹੈ, ਤੇ ਈਸੜੂ ਸਾਹਿਬ ਨੇ ਕੁਰਬਾਨੀ ਦਿੱਤੀ ਸੀ ਉਹਨੂੰ ਆਜ਼ਾਦ ਕਰਾਉਣ ਦੇ ਲਈ। ਅਸੀਂ ਗੋਆ ਗਏ ਤਾਂ ਨਹੀਂ, ਪਰ ਸਾਨੂੰ ਆਪਣਾ ਕਨੈਕਸ਼ਨ ਜਾਪਦਾ। ਹੁਣ ਤੁਸੀਂ ਦੇਖੋ ਕਿ ਜੇ ਆਮ ਲੋਕ, ਮੈਂ ਸਾਰਿਆਂ ਨੂੰ ਵਿੱਚ ਲੈਣਾ, ਅਫਸਰਸ਼ਾਹੀ ਤੇ ਲੀਡਰ ਠੀਕ ਹੁੰਦੇ, ਸੁਹਿਰਦ ਹੁੰਦੇ, ਤਾਂ ਪੰਜਾਬ ਦੇ ਆ ਹਾਲ ਨਹੀਂ ਸੀ ਹੋਣੇ। ਡਕੈਤੀ, ਆ ਬੁੱਢਾ ਨਾਲਾ, ਸਾਡੇ ਨਿਆਣੇ ਵਿਦੇਸ਼ ਜਾਂਦੇ ਆ, ਪੰਜਾਬੀ ਦੇ ਅਧਿਆਪਕਾਂ ਦੀ ਗੱਲ, ਬਹੁਤ ਸਾਰੇ, ਆਪਾਂ ਉੱਧਰ ਜਾਂਦੇ ਨਹੀਂ ਡੀਟੇਲ ਦੇ ਵਿੱਚ। ਜੇ ਆਮ ਲੋਕਾਂ ਦੀ ਗੱਲ ਕਰੀਏ, ਮੈਨੂੰ ਲੱਗਦਾ ਹੁੰਦਾ ਕਿ ਹਰ ਪਾਸੇ ਇਮਾਨਦਾਰ ਨੇ ਤੇ ਬੇਈਮਾਨ ਵੀ ਨੇ। ਸਾਨੂੰ ਮੌਕਾ ਮਿਲਦਾ, ਅਸੀਂ ਕਿਹੜਾ ਬੰਨਾ ਨਹੀਂ ਵੱਢਦੇ। ਸਾਨੂੰ ਮੌਕਾ ਮਿਲਦਾ ਤਾਂ ਅਸੀਂ ਕਿਹੜਾ ਸਰਕਾਰੀ ਥਾਂ ਦੇ ਵਿੱਚ ਪਈ ਹੋਈ ਰੇਤਾ ਦੇ ਵਿੱਚੋਂ 2 ਤਸਲੇ ਨਹੀਂ ਚੱਕ ਕੇ ਲਿਆਉਂਦੇ। ਮੈਂ ਜਿਹੜੇ ਆਪਣੇ ਆਪ ਨੂੰ ਵਿੱਚ ਰੱਖਦਾ, ਕੋਈ ਬੰਦਾ ਇਹ ਨਾ ਕਹੇ ਕਿ ਦੂਜਿਆਂ ਨੂੰ ਬੇਈਮਾਨ ਖਰੇ ਕਹਿੰਦੇ ਆ। ਜਾਣੀ ਸਾਡਾ ਹੱਥ ਜਿੱਥੇ ਕੁ ਪੈਂਦਾ ਅਸੀਂ ਕੰਮ ਚੱਕ ਦਿੰਦੇ ਆ। ਅਫਸਰਸ਼ਾਹੀ ਦਾ ਜਿੱਥੇ ਹੱਥ ਪੈਂਦਾ ਉਹ ਚੱਕ ਦਿੰਦੀ ਆ। ਇਮਾਨਦਾਰ ਵੀ ਹੈਗੇ ਆ,
ਇਦਾਂ ਹੀ ਲੀਡਰਸ਼ਿਪ ਹੈ। ਹੁਣ ਜੇ ਲੀਡਰਾਂ ਦੀਆਂ ਆਪਣੀਆਂ ਬੱਸਾਂ ਵਧੀ ਜਾਂਦੀਆਂ, ਰੋਡਵੇਜ ਘਟੀ ਜਾਂਦੀ ਆ, ਤਾਂ ਕਿਤੇ ਨਾ ਕਿਤੇ ਬੇਈਮਾਨੀ ਹੈ। ਜੇ ਲੀਡਰਾਂ ਦੇ ਆਪਣੇ ਹੋਟਲ ਤਾਂ ਨੂੰ ਜਾਈ ਜਾਂਦੇ ਆ ਤੇ ਸਰਕਾਰੀ ਹੋਟਲ ਤੁਸੀਂ ਲੀਜ਼ ਦੇ ਉੱਤੇ ਦੇਣੇ ਆ, ਜਾਣੀ ਲੀਡਰ ਤਬਕੇ ਦੀ ਗੱਲ ਕਰਦਾ, ਕਿਸੇ ਵਿਅਕਤੀ ਵਿਸ਼ੇਸ਼ ਦੀ ਨਹੀਂ, ਤੇ ਇਹਦਾ ਮਤਲਬ ਕਿਤੇ ਨਾ ਕਿਤੇ ਮਨ ਦੇ ਵਿੱਚ ਬੇਈਮਾਨੀ ਹੈ। ਤੁਹਾਡੇ ਭੱਠੇ ਚੱਲੀ ਜਾਂਦੇ ਆ ਤੇ ਸਰਕਾਰੀ ਇੱਟਾਂ ਜਿਹੜੀਆਂ ਖੁਰੀ ਜਾਂਦੀਆਂ ਨੇ, ਕਿਤੇ ਨਾ ਕਿਤੇ ਬੇਈਮਾਨੀ ਹੈ। ਹੁਣ ਰੌਲਾ ਇਸ ਗੱਲ ਦਾ ਨਹੀਂ, ਕਿਉਂਕਿ ਜਦੋਂ ਨਾ ਕੈਬਨਿਟ ਦੇ ਤੁਸੀਂ ਚੀਫ ਹੁੰਦੇ ਹੋ, ਤੁਸੀਂ ਮੁੱਖ ਮੰਤਰੀ ਹੁੰਦੇ ਹੋ, ਤੁਸੀਂ ਪਰਿਵਾਰ ਦੇ ਮੁਖੀ ਹੁੰਦੇ ਹੋ, ਤਾਂ ਪਰਿਵਾਰ ਦਾ ਕੋਈ ਜੀ ਜੇ ਗਲਤੀ ਕਰੇ ਤਾਂ ਅਗਲਾ ਇਹ ਨਹੀਂ ਕਹਿੰਦਾ ਕਿ ਉਹ ਕਿਹਨਾਂ ਦਾ, ਉਹ ਜਾਣੀ ਕਿ ਬਾਠ ਕਿਹਨਾਂ ਦਾ, ਸੰਧਾਲੀਆ ਕਿਹਨਾਂ ਦਾ, ਉਹ ਸਾਰੇ ਟੱਬਰ ਦੇ ਉੱਤੇ ਬੇਈਮਾਨੀ ਦਾ ਦਾਗ ਲੱਗਦਾ ਇਹ ਭਾਈ ਉਹਨਾਂ ਦਾ ਨਿਆਣਾ ਚੱਜ ਦਾ ਨਹੀਂ ਨਿਕਲਿਆ। ਹੁਣ ਚਾਹੀਦਾ ਤੇ ਇਹ ਸੀ ਕਿ ਜਦੋਂ ਪੰਜਾਬ ਵਿੱਤੀ ਤੌਰ ਤੇ ਸੰਕਟ ਦੇ ਵਿੱਚ ਹੈ ਤੇ ਸਾਡੇ ਕੋਲੇ ਪੰਜਾਬ ਦੀ ਜਿੱਥੇ ਜਿੱਥੇ ਵੀ ਸਰਕਾਰੀ ਪ੍ਰਾਪਰਟੀ ਹੈਗੀ ਹੈ, ਉਹਦੇ ਵਿੱਚੋਂ ਵੱਧ ਤੋਂ ਵੱਧ ਮੁਨਾਫਾ ਨਿਯਮਾਂ ਦੇ ਅਨੁਸਾਰ ਅਸੀਂ ਕਮਾਉਣਾ ਕਿੱਦਾਂ, ਪੰਜਾਬ ਦੇ ਲੋਕਾਂ ਤੇ ਲਾਉਣਾ ਕਿੱਦਾਂ, ਅਸੀਂ ਉਹ ਸੋਚਦੇ। ਕਿਉਂਕਿ ਜਦੋਂ ਕੋਈ ਬੰਦਾ ਆਮ ਘਰ ਤੋਂ ਉੱਪਰ ਗਿਆ ਹੁੰਦਾ ਤਾਂ ਉਹ ਕਿਰਸੀ ਹੁੰਦਾ, ਉਹਨੂੰ ਪਤਾ ਹੁੰਦਾ ਕਿ ਇਦਾਂ ਕਰਦੇ ਆ ਕਿ ਇੱਥੇ ਇੱਕ ਕਿਆਰੀ ਛੋਟੀ ਜਿਹੀ ਬਣਾ ਕੇ ਵਿੱਚ ਧਨੀਆ ਲਾ ਦਈਏ, ਮੇਥੀ ਲਾ ਦਈਏ, ਆਲੇ ਦੁਆਲੇ ਗੰਢੇ ਲਾ ਦਈਏ, ਤੇ ਹੋ ਸਕੇ ਤਾਂ ਮਾੜੇ ਜਿਹਾ 2 ਬੂਟੇ ਬਤਾਊਆਂ ਦੇ ਵੀ ਲਾ ਦਈਏ, ਕਿਤੇ ਨਾ ਕਿਤੇ ਇੱਕ ਡੰਗ ਦੀ ਸਬਜ਼ੀ ਉਧਰੋਂ ਬਣ ਜੂ। ਹੁਣ ਜਿਹੜਾ ਇਹ ਰੌਲਾ 8 ਏਕੜ ਦਾ, ਪਹਿਲੀ ਗੱਲ ਹੈ ਕਿ ਉਹ ਜੇ ਬੀਚ ਦੇ ਕੰਢੇ ਜ਼ਮੀਨ ਹੈ ਤੇ ਇਹਦਾ ਮਤਲਬ ਬੇਸ਼ਕੀਮਤੀ ਹੈ। ਦੂਸਰੀ ਗੱਲ ਪਤਾ ਇਹ ਵੀ ਲੱਗਿਆ ਕਿ ਨਿਯਮ ਕਹਿੰਦੇ ਆ ਕਿ ਉਹ ਸਿਰਫ ਖੇਤੀਬਾੜੀ ਬਾਗਬਾਨੀ ਦੇ ਲਈ ਵਰਤੀ ਜਾ ਸਕਦੀ ਹੈ, ਹੋਰ ਕਿਸੇ ਕੰਮ ਦੇ ਲਈ ਉਹਨੂੰ ਦਿੱਤਾ ਨਹੀਂ ਜਾ ਸਕਦਾ। ਜੇ ਉਹ ਕਿਸੇ ਹੋਰ ਕੰਮ ਦੇ ਲਈ ਦਿੱਤੇ ਤਾਂ ਕੀ ਨਿਯਮਾਂ ਦੇ ਵਿੱਚ ਸੋਧ ਕੀਤੀ ਗਈ ਕਾਨੂੰਨੀ ਤੌਰ ਤੇ ਕਿ ਨਹੀਂ ਕੀਤੀ ਗਈ। ਪਤਾ ਇਹ ਵੀ ਲੱਗਾ ਕਹਿੰਦੇ ਅੱਖ ਤਾਂ ਪਹਿਲੀ ਸੀ ਪਰ ਪਹਿਲਾਂ ਸੂਤ ਨਹੀਂ ਆਇਆ, ਫਿਰ ਸੂਤ ਆਇਆ। ਹੁਣ ਜਿਹੜਾ ਸੈਰ ਸਪਾਟਾ ਵਿਭਾਗ ਹੈ ਪੰਜਾਬ ਸਰਕਾਰ ਦਾ, ਕਿਉਂਕਿ ਚੰਨੀ ਸਾਹਿਬ ਨੇ ਉਹ ਵਿਭਾਗ ਆਪਣੇ ਕੋਲ ਰੱਖਿਆ ਸੀ, ਇਸ ਕਰਕੇ ਰੌਲਾ ਪਿਆ। ਹੋ ਸਕਦਾ ਉਹਨਾਂ ਨੇ ਕੱਖ ਵੀ ਨਾ ਕੀਤਾ ਹੋਵੇ, ਇਹ ਤਾਂ ਜਾਂਚ ਦਾ ਵਿਸ਼ਾ ਨਾ। ਹੁਣ ਵਿਜੀਲੈਂਸ ਨੇ ਮੌਜੂਦਾ ਸੈਰ ਸਪਾਟਾ ਮੰਤਰੀ ਬੀਬੀ ਅਨਮੋਲ ਗਗਨ ਮਾਨ ਦੇ ਵਿਭਾਗ ਦੇ ਕੋਲੋਂ ਫਾਈਲਾਂ ਮੰਗ ਲਈਆਂ ਕਿ ਭਾਈ ਉਹ ਫਾਈਲਾਂ ਦਿਓ, ਉਹਦੇ ਤੋਂ ਬਾਅਦ ਜਾਂਚ ਹੋਊਗੀ, ਫਿਰ ਪੁੱਛ ਪੜਤਾਲ ਹੋਊਗੀ, ਫਿਰ ਮਾਮਲਾ ਸ਼ਾਇਦ ਅਦਾਲਤ ਦੇ ਵਿੱਚ ਜਾਊਗਾ ਤੇ ਫਿਰ ਜੱਜ ਸਾਹਿਬ ਨੇ ਫੈਸਲਾ ਕਰਨਾ। ਪਰ ਇਹ ਕੋਈ ਪਹਿਲਾ ਮੌਕਾ ਨਹੀਂ, ਬਹੁਤ ਸਾਰੀਆਂ ਸਰਕਾਰੀ ਜ਼ਮੀਨਾਂ ਇਸੇ ਤਰੀਕੇ ਦਿੱਤੀਆਂ ਗਈਆਂ, ਉਹਨਾਂ ਦੇ ਪੈਸੇ ਪੰਜਾਬ ਦੇ ਖਜ਼ਾਨੇ 'ਚ ਆ ਸਕਦੇ ਸੀ, ਲੋਕਾਂ ਤੇ ਵਰਤੇ ਜਾ ਸਕਦੇ ਸੀ, ਪਰ ਉਧਰ ਵਰਤਣ ਦੀ ਜਗ੍ਹਾ ਦੇ ਉੱਤੇ ਕਿਸੇ ਨੂੰ ਦੇ ਕੇ ਬਾਹਰੋਂ ਰੁਪਈਏ ਲੈ ਕੇ ਸਰਕਾਰੀ ਨੁਕਸਾਨ ਕੀਤਾ ਗਿਆ। ਮਤਲਬ ਇਹ ਇਲਜ਼ਾਮ ਨੇ। ਬਾਕੀ ਇਸ ਇਲਜ਼ਾਮ ਤੋਂ ਬਾਅਦ ਜਦੋਂ ਦੋਨਾਂ ਪਾਸਿਆਂ ਦੇ ਵਕੀਲ ਭਿੜਨਗੇ ਤੇ ਫਿਰ ਜਾ ਕੇ ਫੈਸਲਾ ਹੋਊਗਾ ਕਿ ਕੌਣ ਸੱਚਾ ਕੌਣ ਝੂਠਾ। ਪਰ ਇੱਕ ਮੋਟੀ ਜਿਹੀ ਗੱਲ, ਹੁਣ ਮੇਰਾ ਖਿਆਲ ਹੋ ਸਕਦਾ ਵੀ ਪੰਜਾਬ ਦੇ ਆਪਾਂ ਪਿੰਡਾਂ ਦੇ ਹਿਸਾਬ ਨਾਲ ਗੱਲ ਕਹੀਏ ਤੇ ਆਪਾਂ ਨੂੰ ਕਈ ਵਾਰਾਂ ਫੈਕਟਰੀ, ਉੱਥੇ ਬਿਲਡਿੰਗ, ਕਮਰਸ਼ੀਅਲ ਪਲਾਟ ਨਹੀਂ ਸਮਝ ਆਉਂਦਾ ਹੁੰਦਾ। ਜਦੋਂ ਆਪਾਂ 8 ਕਿੱਲੇ ਝੋਟੇ ਦੇ ਸਿਰੜਗੀ ਜ਼ਮੀਨ ਕਹਿੰਦੇ ਆ, ਧਰਮਿੰਦਰ ਨੂੰ ਬਹੁਤ ਸੁਣਦੇ ਤੁਸੀਂ, ਮੈਂ ਦੇਖਿਆ। ਨਹੀਂ ਉਹ ਕਹਿੰਦੇ ਕਿੱਥੇ, ਹਾਂਜੀ ਉਹ ਕਹਿੰਦਾ ਗੋਆ ਵਾਲੇ ਬੀਚ ਤੇ ਲਾਗੇ। ਹੁਣ ਤੁਸੀਂ ਆਪ ਸੋਚੋ ਵੀ ਜਿੱਥੇ ਭਾਈ ਸਾਹਿਬ ਅਗਲਾ ਰੇਹੜੀ ਫੜੀ ਲਾਉਣ ਦੇ ਵੀ ਕਿੰਨੇ ਪੈਸੇ ਦਿੰਦਾ। ਪਿਛਲੇ ਦਿਨੀ ਆਪਾਂ ਇੱਕ ਰਿਪੋਰਟ ਜੀ ਦੇਖਦੇ ਨਾ, ਜਿੱਥੇ ਉਹ ਕਹਿੰਦੇ ਵੀ ਯਾਰ ਗੋਆ ਵਾਲੇ ਬੀਚ ਦੇ ਉੱਪਰ ਜਿਹੜਾ ਜੀ ਉਹ ਕਰਪਸ਼ਨ ਬਹੁਤ ਜ਼ਿਆਦਾ, ਵੀ ਜੇ ਵੀ ਮੰਨ ਲਓ ਉੱਥੇ ਕੋਈ ਟੂਰਿਸਟ ਵੀ ਜਾਂਦਾ ਤੇ ਉੱਥੇ ਵੀ ਉਹ ਜਿਹੜੇ ਉੱਥੋਂ ਵਾਲੇ ਮਹਿਕਮੇ ਵਾਲੇ ਬੰਦੇ ਨੇ, ਜਿਵੇਂ ਪੁਲਿਸ ਵਾਲੇ ਵੀ ਨੇ, ਉਹ ਕਹਿੰਦੇ ਵੀ ਹਾਂ ਵੀ ਆਇਆਂ ਦੇ ਦੱਸ ਕੀ ਦੇ ਕੇ ਚੱਲਿਆ, ਜੇ ਹੁਣ ਤੂੰ ਚਲੇ ਹੀ ਚੱਲਿਆ ਤੇ ਫਿਰ ਜਾਂਦਾ ਜਾਂਦਾ ਕੀ ਦੇ ਕੇ ਚੱਲਿਆ, ਤੂੰ ਕਾਹਤੋਂ ਨਾਲ ਲੈ ਜਾਣਾ। ਹੁਣ ਜਿਹੜਾ ਉਹ ਕੰਮ ਹੈ ਇਹਦਾ ਮਤਲਬ ਇਹ ਹੋ ਗਿਆ ਵੀ ਉੱਥੇ ਹਰੇ ਇੰਚ ਦਾ ਮੁੱਲ ਆ। ਹੁਣ ਜਿੱਥੇ ਇੰਚਾਂ ਦਾ ਮੁੱਲ ਹੋਵੇ ਤੇ ਉੱਥੇ ਕਿੱਲਿਆਂ ਦੇ ਹਿਸਾਬ ਨਾਲ ਜ਼ਮੀਨ ਹੋਵੇ ਤੇ ਆਪਾਂ ਨੂੰ ਚੇਤਾ ਹੀ ਨਾ ਹੋਵੇ, ਤੇ ਉਤੋਂ ਆਪਾਂ ਇਹ ਆਖੀਏ ਵੀ ਹਾਂ ਯਾਰ ਉਹ ਪਤਾ ਨਹੀਂ ਉੱਥੇ ਗੰਢੇ ਗੁੰਡੇ ਲਾਉਣ ਵਾਲੀ ਜ਼ਮੀਨ ਹੈ, ਇਹਦੇ ਜ਼ਰੂਰ ਉੱਥੇ ਜਾ ਕੇ ਪਤਾ ਕਰਨ। ਜੇ CLU ਪੰਜਾਬ 'ਚ ਚੇਂਜ ਹੋ ਸਕਦਾ ਕਿਸੇ ਚੀਜ਼ ਦਾ, ਤੇ ਗੋਆ ਕਿਹੜਾ ਮੰਗਲ ਗ੍ਰਹਿ ਤੇ ਪੈਂਦਾ। ਮੈਂ ਬੇਨਤੀ ਕਰਦਾ ਕਿ ਸਾਨੂੰ ਆਮ ਲੋਕਾਂ ਨੂੰ ਇਹ CLU ਵੀ ਸਮਝਾਓ। ਮੇਰੀ ਬੇਨਤੀ ਮੈਂ ਦੱਸਾਂ ਮੈਂ ਪੁੱਛਾਂਗਾ ਨਾ ਪਹਿਲਾਂ, ਫਿਰ ਦੱਸੋਗੇ ਤੁਸੀਂ। ਠੀਕ ਹੈ। ਕਿਉਂਕਿ ਸਾਨੂੰ ਆਮ ਲੋਕਾਂ ਦੇ ਲਈ ਨਾ, ਆਮ ਲੋਕਾਂ ਦੇ ਲਈ ਜਿਹੜਾ ਸਾਡਾ ਵਿਹੜਾ ਹੁੰਦਾ ਉੱਥੇ ਮੰਜਾ ਡਿੱਠਣਾ ਹੁੰਦਾ, ਉਹਦੇ ਇੱਕ ਪਾਸੇ ਕਿਆਰੀ ਹੁੰਦੀ ਹੈ, ਉੱਥੇ ਨਲਕਾ ਹੁੰਦਾ, ਉੱਥੇ ਬਾਥਰੂਮ ਹੁੰਦਾ। ਕਈ ਵਾਰੀ ਅਸੀਂ ਮੱਝ ਵੀ ਉੱਥੇ ਬੰਨੀ ਹੁੰਦੀ ਹੈ। ਜਾਣੀ ਜੇ ਅਸੀਂ ਸ਼ਾਮ ਨੂੰ ਮੱਝ ਦਿਨੇ ਅਸੀਂ ਬਾਹਰ ਬੰਨ੍ਹਤੇ ਹੈ, ਅਸੀਂ ਸ਼ਾਮ ਨੂੰ ਮੱਝ ਅੰਦਰ ਲੈ ਕੇ ਆਉਣੀ ਤਾਂ ਅਸੀਂ ਪਹਿਲਾਂ ਕਿਸੇ ਤੋਂ ਪ੍ਰਵਾਨਗੀ ਲੈਣੀ ਜੀ, ਕੀ ਵਿਹੜੇ ਦੇ ਵਿੱਚ ਮੱਝ ਬੰਨੀ ਜਾ ਸਕਦੀ ਹੈ। ਜਿਹੜੀ CLU ਸ਼ੈ ਕੀ ਆ ਸਾਨੂੰ ਸਮਝਾ ਦਿਓ। ਮੈਂ ਪੂਰੀ ਦੱਸਦਾ। ਦੇਖੋ CLU ਹੈ ਇਹ ਤੇ ਸ਼ਹਿਰੀ ਭਾਸ਼ਾ ਦੇ ਵਿੱਚ ਚੇਂਜ ਆਫ ਲੈਂਡ ਯੂਜ਼ ਹੋ ਗਿਆ, ਪਰ ਇਹ ਵੀ ਕਿਸੇ ਨੂੰ ਸਮਝ ਨਹੀਂ ਆਉਣਾ। ਆਪਾਂ ਨੂੰ ਮੋਟੇ ਹਿਸਾਬ ਨਾਲ ਸਮਝਣੇ ਨੇ ਵੀ ਇਹ ਇੱਦਾਂ ਹੋ ਗਿਆ ਵੀ ਜਿੱਦਾਂ ਪਹਿਲਾਂ ਬਾਪੂ ਰਹਿੰਦੇ ਸੀ ਵੀ ਉਹ ਨਾ ਵੀ ਪੁੱਤ ਕਿੱਲੇ 2 ਉੱਚੇ ਆ ਤੇ ਉਧਰ ਆਪਣੇ ਐਤਕੀ ਝੋਨਾ ਨਹੀਂ ਲੱਗਦਾ, ਤੇ ਆਪਾਂ ਬਾਪੂ ਨੂੰ ਮਨਾ ਲੈਂਦੇ ਵੀ ਬਾਪੂ ਆਪਾਂ ਥੋੜੀ ਮਿੱਟੀ ਪਟਾ ਦਿੰਦੇ ਹਾਂ। ਬਹੁਤੀ ਗੱਲ ਮਿੱਟੀ ਪਟਾਉਣਾ ਬਹੁਤ ਔਖਾ ਹੁੰਦਾ, ਬਹੁਤ ਮਾੜਾ ਹੁੰਦਾ ਮਿੱਟੀ ਪਟਾ। ਨਹੀਂ ਉਦਾਂ ਨਹੀਂ ਪਟਾਉਣੀ, ਥੋੜਾ ਮਤਲਬ ਕਿਰਾਇਆ ਲਾ ਕੇ ਪੱਧਰੀ ਕਰ ਲੈਂਦੇ ਆ। ਠੀਕ ਹੈ। ਤੇ ਆਪਾਂ ਫਿਰ ਬਾਪੂ ਉਧਰਲੇ ਪਾਸੇ ਵੀ ਝੋਨਾ ਲਾ ਲਿਆ ਕਰਦੇ ਹਾਂ। ਵੀ ਮਤਲਬ ਇਹ ਹੋ ਗਿਆ ਵੀ ਜਿੱਥੇ ਪਹਿਲਾਂ ਜਿਹੜੀ ਚੀਜ਼ ਨਹੀਂ ਸੀ ਹੋ ਸਕਦੀ ਆਪਾਂ ਉਹ ਕਰ ਲੈਂਦੇ ਹਾਂ। ਹੁਣ ਇਦਾਂ ਇਹ ਹੋ ਗਿਆ ਵੀ ਜੇ 8 ਕਿੱਲੇ ਜ਼ਮੀਨ ਆ ਵੀ ਉਹਦੇ ਨੂੰ ਕਮਰਸ਼ੀਅਲੀ ਨਹੀਂ ਵਰਤਿਆ ਜਾ ਸਕਦਾ, ਜਾਂ ਕੋਈ ਰਿਜ਼ੋਰਟ ਟਾਈਪ। ਹੁਣ ਤਾਂ ਕਹਿੰਦੇ ਵੀ ਰਿਜ਼ੋਰਟ ਟਾਈਪ ਕੰਪਨੀ ਹੈ ਜਿਹਦੇ ਕੋਲੇ ਸਾਰਾ ਕੁਝ ਹੈ, ਵੀ ਚਲੋ ਜੀ ਉਹ ਕੀਤਾ ਜਾ ਸਕਦਾ ਸੀ। ਤੇ ਸਿੰਪਲ ਜੀ ਗੱਲ ਹੈ ਵੀ 8 ਕਿੱਲਿਆਂ ਦਾ ਕੋਈ ਰਿਜ਼ੋਰਟ ਹੋਵੇ, ਕਿਸੇ ਵੀ ABCD ਪ੍ਰਾਈਵੇਟ ਕੰਪਨੀ ਦਾ ਹੋਵੇ,
ਤੁਸੀਂ ਗੋਆ ਦੇ ਵਿੱਚ ਉਸ ਪ੍ਰਾਪਰਟੀ ਦਾ ਮੁੱਲ ਭਾਅ ਤੇ ਉਹਦੇ ਤੋਂ ਹੋਣ ਵਾਲੀ ਆਮਦਨ ਦਾ ਅੰਦਾਜ਼ਾ ਲਾ ਸਕਦੇ ਹੋ ਜੀ। ਉਹਨੂੰ ਉਸ ਹਿਸਾਬ ਨਾਲ ਵਿਚਾਰ ਕੇ ਚਲੋ ਜੋ ਪਿੱਛੇ ਹੋ ਗਿਆ ਸੋ ਹੋ ਗਿਆ, ਹੁਣ ਵਾਲੀ ਸਰਕਾਰ ਉਹ ਤੋਂ ਆਮਦਨ ਜ਼ਰੂਰ ਕ੍ਰੀਏਟ ਕਰੇ ਤਾਂ ਜੋ 3 ਸਾਲ ਬਾਅਦ ਇਹ ਕਹਿ ਸਕਣ ਵੀ ਪਹਿਲਾਂ ਇਸ ਜ਼ਮੀਨ ਤੋਂ ਜਾਂ ਇਸ ਜਗ੍ਹਾ ਤੋਂ ਸਾਨੂੰ ਆਹ ਪੈਸੇ ਆਉਂਦੇ ਸੀ, ਅਸੀਂ ਇਹਦੇ ਤੋਂ ਆਹ ਕਮਾਈ ਕਰਕੇ ਵਿਖਾਈ, ਤਾਂ ਜੋ ਪੰਜਾਬ ਦੇ ਲੋਕਾਂ ਨੂੰ ਘੱਟੋ ਘੱਟ ਮਹਿਸੂਸ ਤੇ ਹੋਵੇ ਨਾ ਵੀ 8 ਕਿੱਲੇ ਸਾਡੀ ਜ਼ਮੀਨ ਸੀ, ਠੇਕਾ ਚੰਗਾ ਆਉਂਦਾ ਜੀ ਹੈ ਨਾ। ਕਿਸੇ ਵੇਲੇ ਕਹਿੰਦਾ ਵੀ ਉਹ ਯਾਰ ਠੇਕੇ ਤੇ ਵੀ ਨਾ ਉਹ ਪਤਾ ਨਹੀਂ ਦਬ ਦੁੱਬ ਲਈ ਬੰਦਿਆਂ ਦਿੰਦੇ ਕੁਝ ਨਹੀਂ, ਘੱਟੋ ਘੱਟ ਜਦੋਂ ਹੁਣ ਠੇਕਾ ਚੰਗਾ ਆਊਗਾ ਇਹਨਾਂ ਨੂੰ ਮਹਿਸੂਸ ਤੇ ਹੋਊਗਾ ਵੀ ਸਾਨੂੰ ਪੈਸੇ ਆਉਂਦੇ। ਨਹੀਂ ਜ਼ਰੂਰੀ ਹੈ ਜੀ। ਬਾਕੀ ਸੰਧਾਲੀਆ ਸਾਹਿਬ ਮੈਂ ਤਾਂ ਇੱਕੋ ਹੀ ਬੇਨਤੀ ਕਰਦਾ ਕਿ ਬਹੁਤ ਸਾਰੀਆਂ ਪੰਜਾਬ 'ਚ ਸਰਕਾਰਾਂ ਰਹੀਆਂ ਜਿਹੜੀਆਂ ਕਹਿੰਦੀਆਂ ਜੀ ਅਸੀਂ ਹੁਣ ਨਾ ਯੂਥ ਹੋਸਟਲ ਜਿਹੜੇ ਆ ਉਹ ਪ੍ਰਾਈਵੇਟ ਹੱਥਾਂ 'ਚ ਦੇ ਦੇਣੇ ਆ, ਅਸੀਂ ਬੱਸ ਅੱਡੇ ਪ੍ਰਾਈਵੇਟ ਹੱਥਾਂ 'ਚ ਦੇ ਦੇਣੇ ਆ, ਅਸੀਂ ਪੰਜਾਬ ਰੋਡਵੇਜ਼ ਅਸੀਂ ਬਿਜਲੀ ਬੋਰਡ ਪ੍ਰਾਈਵੇਟ ਹੱਥਾਂ 'ਚ ਦੇ ਦੇਣਾ। ਮੈਂ ਤਾਂ ਸਿਰਫ ਇੱਕੋ ਹੀ ਬੇਨਤੀ ਕਰਦਾ, ਜਦੋਂ ਇੱਕ ਚੀਜ਼ ਤੁਸੀਂ ਕਹਿੰਦੇ ਹੋ ਕਿ ਸਾਡੇ ਕੋਲ ਚੱਲੀ ਨਹੀਂ, ਆ ਕਈ ਕਾਰਪੋਰੇਸ਼ਨਾਂ ਨੇ ਘਾਟੇ 'ਚ ਨੇ, ਕਈ ਬੋਰਡ ਨੇ ਘਾਟੇ 'ਚ ਨੇ, ਇਹ ਆਪਾਂ ਪ੍ਰਾਈਵੇਟ ਦੇ ਦਿੰਦੇ ਆ। ਪ੍ਰਾਈਵੇਟ ਤੁਸੀਂ ਦੇ ਦਿੱਤਾ, ਚੀਜ਼ ਉਹੀ ਹੈ, ਉਸੇ ਕੰਮ ਦੇ ਲਈ ਵਰਤੀ ਜਾਣੀ। ਯੂਥ ਹੋਸਟਲ ਮੈਂ ਇੱਕ ਐਗਜ਼ਾਮਪਲ ਦਿੰਦਾ, ਯੂਥ ਹੋਸਟਲ ਹੈ, ਇੱਕ ਬਿਲਡਿੰਗ ਬਣੀ ਹੋਈ ਹੈ, ਉਹਨੂੰ ਕਿਰਾਏ ਦੇ ਉੱਤੇ ਦਿੱਤਾ ਜਾਂਦਾ, ਉਹਦੇ ਲਈ ਕੁਛ ਨਿਯਮ ਨੇ, ਤੁਸੀਂ ਪ੍ਰਾਈਵੇਟ ਹੱਥਾਂ 'ਚ ਦਿੰਦੇ ਹੋ, ਉਸੇ ਤਰੀਕੇ ਉਹਨੇ ਵਰਤੋਂ ਕਰਨੀ ਹੈ ਤੇ ਉਹ ਬੰਦਾ ਕਹਿੰਦਾ ਜੀ ਮੈਂ ਮੁਨਾਫਾ ਕਮਾ ਲੂੰ। ਤੁਸੀਂ ਨਹੀਂ ਉੱਥੋਂ ਮੁਨਾਫਾ ਕਮਾ ਸਕਦੇ। ਜਾਣੀ ਮੈਂ ਮੰਨ ਲਓ ਸਰਕਾਰੀ ਬੰਦਾ, ਮੈਂ ਕਹਿੰਦਾ ਕਿ ਮੇਰੇ ਕੋਲੋਂ ਇਸ ਯੂਥ ਹੋਸਟਲ ਦੇ ਵਿੱਚੋਂ ਮੁਨਾਫਾ ਨਹੀਂ ਕਮਾਇਆ ਜਾ ਰਿਹਾ, ਤੁਸੀਂ ਕਹਿੰਦੇ ਜੀ ਮੈਨੂੰ ਦੇ ਦਿਓ ਮੈਂ ਕਮਾ ਲੂੰ। ਇਹਦਾ ਮਤਲਬ ਕਿ ਮੈਂ ਗੈਰ ਯੋਗ ਹਾਂ, ਮੈਂ ਅਕੁਸ਼ਲ ਹਾਂ, ਮੇਰੇ 'ਚ ਯੋਗਤਾ ਨਹੀਂ, ਮੈਂ ਕਾਬਿਲ ਨਹੀਂ ਹੈਗਾ। ਤੇ ਜੇ ਮੈਂ ਇੱਕ ਯੂਥ ਹੋਸਟਲ, ਇੱਕ ਬੱਸ ਅੱਡਾ, ਇੱਕ ਪਾਵਰ ਕਾਮ ਵਰਗਾ ਜਿਹੜਾ ਬਿਜਲੀ ਬੋਰਡ ਵਰਗਾ ਅਦਾਰਾ, ਜੇ ਮੈਂ ਉਹ ਨਹੀਂ ਚਲਾ ਸਕਦਾ ਤਾਂ ਮੈਂ ਪੰਜਾਬ ਕਿੱਥੋਂ ਚਲਾ ਲੂੰ? ਜਿਹੜੀ ਵੈਸੇ ਇੱਕ ਗੱਲ ਕਰਦਾ, ਜੇ ਤੁਸੀਂ ਸਾਰਾ ਕੁਝ ਪ੍ਰਾਈਵੇਟ ਹੀ ਕਰ ਦੇਣਾ, ਉਹਨਾਂ ਦੇ ਹੱਥਾਂ ਦੇ ਵਿੱਚ ਹੀ ਦੇ ਦੇਣਾ, ਵੈਸੇ ਦੇਣਾ ਚੱਲਦੀ ਚੀਜ਼ ਤੁਸੀਂ ਦੇਣੀ ਆ ਦੇ ਦਿਓ, ਕੋਈ ਗੱਲ ਨਹੀਂ, ਸਾਨੂੰ ਨਹੀਂ ਇਤਰਾਜ਼। ਪਰ ਜੇ ਤੁਸੀਂ ਕੋਈ ਨਕਾਰਾ ਕਰਕੇ ਚੀਜ਼ ਦੇਣੀ, ਤੁਸੀਂ ਕੱਲ ਨੂੰ ਪੰਜਾਬ ਨਕਾਰਾ ਕਰ ਦਿਓਗੇ। ਤੁਸੀਂ ਹਰ ਇੱਕ ਚੀਜ਼ ਪ੍ਰਾਈਵੇਟ ਹੱਥਾਂ ਦੇ ਵਿੱਚ ਦੇਈ ਜਾਓਗੇ, ਫਿਰ ਜਿਹੜਾ ਤੁਹਾਡੇ ਵਰਗਾ ਸਿਆਣਾ ਬੰਦਾ ਪ੍ਰਾਈਵੇਟ ਚਲਾਉਂਦਾ ਮੁੱਖ ਮੰਤਰੀ ਉਹਨੂੰ ਬਣਾ ਦਿਓ। ਵੈਸੇ ਗੱਲ ਕਰਦਾ ਮੈਂ। ਉਹ ਤੇ ਹੁਣ ਬਣ ਨੂੰ ਕਈ ਕਾਲੇ ਨੇ, ਅਗਲੇ ਬਣ ਨਹੀਂ ਦਿੰਦੇ ਨਾ, ਗੱਲ ਤੇ ਆਈ ਹੈ। ਅੱਛਾ ਇੱਕ ਗੱਲ ਆਪਾਂ ਹੋਰ ਬੇਨਤੀ ਕਰੀਏ, ਦੇਖੋ ਜੇ ਤੇ ਸਰਕਾਰ ਚਾਹਵੇ ਕੀਤਾ ਜਾ ਸਕਦਾ। ਪਿਛਲੇ ਦਿਨੀ ਬਾਲ ਮੁਕਾਂਦੀ ਸ਼ਰਮਾ ਸਾਹਿਬ ਆਏ ਜੀ, ਉਹ ਕਹਿੰਦੇ ਕਿ ਗਏ ਸੀ ਵੀ ਦੇਖੋ ਜੀ ਬਹੁਤ ਸਾਰੀਆਂ ਸਰਕਾਰੀ ਜਿਹੜੀਆਂ ਇੰਡਸਟਰੀਜ਼ ਨੇ ਜਾਂ ਜਿਹੜੀਆਂ ਕਹ ਲਓ ਕਿ ਪ੍ਰੋਸੈਸਿੰਗ ਯੂਨਿਟਸ ਨੇ ਜਿਹੜੇ ਕਿ ਸਰਕਾਰ ਚਲਾਉਂਦੀ ਹੈ, ਜਦੋਂ ਆਪਾਂ ਮਾਰਕਫੈਡ ਦੇ ਮਾਰਕੇ 'ਚ ਚਲਾਉਂਦੇ ਹਾਂ, ਉਹ ਕਹਿੰਦੇ ਵੀ ਉਹਨਾਂ ਚੀਜ਼ਾਂ ਨੂੰ ਜੇ ਅਸੀਂ ਵਾਕਈ ਗਲੋਬਲੀ ਵੇਚ ਸਕੀਏ ਤੇ ਪੰਜਾਬ ਦੇ ਵਿੱਚ ਜਿਹੜਾ ਪੈਦਾ ਹੁੰਦਾ ਫੂਡ ਆ ਉਹਨੂੰ ਪ੍ਰੋਸੈਸ ਕਰਕੇ ਤੇ ਵਿਦੇਸ਼ਾਂ 'ਚ ਭੇਜਿਆ ਜਾ ਸਕਦਾ, ਵੇਚਿਆ ਜਾ ਸਕਦਾ, ਪੈਸੇ ਕਮਾਏ ਜਾ ਸਕਦੇ ਜੀ। ਹੁਣ ਜਦੋਂ ਉਹਨਾਂ ਦੀ ਗੱਲ ਮੈਂ ਉਦੋਂ ਸੁਣਦਾ ਸੀ ਤੇ ਮੈਨੂੰ ਲੱਗਿਆ ਵੀ ਚਲੋ ਸ਼ਰਮਾ ਸਾਹਿਬ ਬੰਦੇ ਬੀਬੇ ਨੇ, ਗੱਲ ਉਹ ਕਰ ਗਏ ਨੇ, ਸੁਣਾ ਗਏ ਨੇ। ਇਹਦੋਂ ਪਹਿਲਾਂ ਵੀ ਆਪਾਂ ਤੁਹਾਨੂੰ ਬੀਬੇ ਬੰਦੇ ਵੀ ਮਿਲਦੇ ਆ? ਉਹ ਯਾਰ ਮਿਲੇ ਉਦੋਂ, ਸਾਰੇ ਸਾਹਮਣੇ ਮਿਲੇ, ਟੈਲੀਵਿਜ਼ਨ ਤੇ ਸਾਰੇ ਵੇਖੇ। ਠੀਕ, ਨਹੀਂ ਉਹਨਾਂ ਦੇ ਨਹੀਂ ਕੋਈ ਰੌਲਾ, ਥੋੜੇ ਤੁਹਾਨੂੰ ਬੀਬੇ ਵੀ ਮਿਲਣਾ। ਨਹੀਂ, ਮੈਂ ਉਹੀ ਕਿਹਾ ਵੀ ਚਲੋ ਜਿਹੜੀਆਂ ਗੱਲਾਂ ਉਹ ਕਰਕੇ ਚੰਗੀਆਂ। ਮੈਂ ਇਹ ਗੱਲ ਤਾਂ ਛੇੜਨ ਲੱਗਿਆ ਸੀ ਵੀ ਉਦੋਂ ਮੈਨੂੰ ਧਰਮੀ ਗੱਲ ਮੈਂ ਉਹਨਾਂ ਨੂੰ ਕਿਹਾ ਤਾਂ ਨਹੀਂ, ਪਰ ਮੈਨੂੰ ਯਕੀਨ ਨਹੀਂ ਆਇਆ। ਮੈਂ ਵੀ ਇਹ ਹਵਾਈ ਗੱਲਾਂ ਹੁੰਦੀਆਂ ਨੇ ਵੀ ਯਾਰ ਉੱਥੇ ਕਿਤੇ ਆਪਣੇ ਪੰਜਾਬ ਤੋਂ ਕੋਈ ਚੀਜ਼ ਬਣੀ ਹੋਵੇ ਤੇ ਤੁਸੀਂ ਆਖੋ ਵੀ ਅਸੀਂ ਵਿਦੇਸ਼ਾਂ 'ਚ ਵੇਚ ਲੈਣੀ, ਵਿਦੇਸ਼ਾਂ 'ਚ ਕਿਤੇ ਅਸੀਂ ਹੁਣ ਪੰਜਾਬ ਦੀ ਬਣੀ ਚੀਜ਼ ਖਰੀਦਣੀ ਹੈ, ਉਹ ਗੱਲ ਵੱਖਰੀ ਹੈ। ਵੀ ਘੁੰਮ ਘੁਮਾ ਕੇ ਮਾਰਕਾ ਭਾਵੇਂ ਚਾਈਨਾ ਤੋਂ ਆਪਾਂ ਨੂੰ ਆਖਿਆ ਵੀ ਆਹ ਸਵਾਦ ਪੰਜਾਬ ਦਾ ਆ ਗਿਆ, ਇਹ ਛਕ ਲਓ, ਤੇ ਆਪਾਂ ਨਾ ਲੈ ਯਾਰ ਇਹ ਪੰਜਾਬ ਦੇ, ਬਾਅਦ 'ਚ ਭਾਵੇਂ ਥੱਲੇ ਪਤਾ ਲੱਗੇ ਵੀ ਮੇਡ ਇਨ ਸ਼ਿੰਗਚਿਆਂਗ ਇਨ ਚਾਈਨਾ। ਹੁਣ ਇਹ ਮੈਂ ਤਾਂ ਗੱਲ ਛੇੜੀ ਵੀ ਜੇ ਉਹਨਾਂ ਨੇ ਗੱਲ ਕੀਤੀ ਸੀ ਤਾਂ ਮਤਲਬ ਗੱਲ ਤੁਰੀ। ਹੁਣ ਜਿੱਦਣ ਆਪਾਂ ਮੇਰਾ ਕੱਲ੍ਹ ਕਿ ਪਰਸੋਂ ਸਾਗ ਖਾਧਾ ਵੈਨਕੂਵਰ ਸਾਗ ਖਾਧਾ ਸੀ, ਤੇ ਉਹ ਵੈਨਕੂਵਰ ਸਾਗ ਜਿੱਥੋਂ ਆਇਆ ਬਣਿਆ ਪਰਿਵਾਰ ਨੇ ਬਣਾਇਆ, ਉਹਨਾਂ ਦੇ ਵੀ ਧਿਆਨ 'ਚ ਨਹੀਂ ਸੀ ਹੈਗਾ ਵੀ ਇਹ ਸਾਗ ਪੰਜਾਬ ਦਾ। ਅਸੀਂ ਉਹ ਬ੍ਰਾਂਡ ਦੇਖ ਲਿਆ, ਡੱਬੇ ਤੇ ਲਿਖਿਆ। ਉਹ ਮੈਂ ਕਿਹਾ ਜੀ ਇਹ ਕਿਹੜਾ ਸਾਗ? ਉਹ ਕਹਿੰਦੇ ਜੀ ਆਹ ਡੱਬੇ ਸੀਗਾ, ਤੇ ਉਹ ਡੱਬੇ ਤੇ ਲਿਖਿਆ ਸੀ ਸੋਹਣਾ। ਜਦੋਂ ਮੈਂ ਕਿਹਾ ਸੋਹਣਾ, ਮੈਂ ਕਿਹਾ ਉੱਤੇ ਵੇਖੋ ਮਾਰਕਫੈਡ ਤੇ ਲਿਖਿਆ। ਉਹ ਸੱਚੀ ਮੁੱਚੀ ਮਾਰਕਫੈਡ ਦਾ ਸੋਹਣਾ ਬ੍ਰਾਂਡ ਜਿਹੜਾ ਉਹਦਾ ਸਾਗ ਸੀ। ਅਸੀਂ ਉਹ ਬਣਿਆ, ਯਾਨੀ ਕਿ ਉਹ ਕਿੱਥੋਂ ਤੇ ਆਦਮਪੁਰ ਲਾਗੇ ਫੈਕਟਰੀ, ਜਿਹੜਾ ਜਲੰਧਰ ਡਿਸਟ੍ਰਿਕਟ ਦੇ ਵਿੱਚ ਆਦਮਪੁਰ ਦੇ ਕੋਲ ਜਿਹੜਾ ਮਾਰਕਫੈਡ ਦਾ ਯੂਨਿਟ ਆ, ਉੱਥੋਂ ਦਾ ਬਣਿਆ ਸਾਗ ਵੈਨਕੂਵਰ ਖਾਧਾ ਅਸੀਂ ਕੈਨੇਡਾ। ਸਵਾਦ ਪੂਰਾ ਸੀ ਜੀ। ਇਹਦਾ ਮਤਲਬ ਇਹ ਹੋ ਗਿਆ ਵੀ ਜੇ ਹੁਣ ਵਾਲਿਆਂ ਦੀ ਕੋਸ਼ਿਸ਼ ਸੀ ਜਾਂ ਇਸ ਤੋਂ ਪਿਛਲਿਆਂ ਦੀ ਕੋਸ਼ਿਸ਼ ਸੀ, ਅਸੀਂ ਇਹ ਨਹੀਂ ਕਹਿੰਦੇ ਵੀ ਕਿਹਦੀ ਕੋਸ਼ਿਸ਼ ਸੀ, ਸਿਹਰਾ ਜਿਹਨੂੰ ਜਾਂਦਾ ਉਹ ਲਵੇ। ਅਸੀਂ ਸਿਰਫ ਇਹ ਗੱਲ ਕਰਦੇ ਵੀ ਜੇ ਆਦਮਪੁਰੋਂ ਬਣਿਆ ਸਰਕਾਰੀ ਅਦਾਰੇ ਦੇ ਵਿੱਚ ਸਾਰਾ ਕੁਝ ਪੈਕ ਹੋਇਆ ਸਾਗ ਪੰਜਾਬੀ ਵੈਨਕੂਵਰ ਕੈਨੇਡਾ 'ਚ ਖਾ ਸਕਦਾ ਤੇ ਤੁਸੀਂ ਪਹੁੰਚਾ ਸਕਦੇ ਹੋ ਜੀ, ਇਹਦਾ ਮਤਲਬ ਰਾਹ ਅਜੇ ਬੰਦ ਨਹੀਂ ਹੋਏ। ਸਿਰਫ ਇਹਨਾਂ ਨੂੰ ਹੋਰ ਸਵਾਰ ਕੇ ਚੌੜਾ ਕਰਨ ਦੀ ਲੋੜ ਹੈ ਤੇ ਉਹ ਪੈਸਾ ਪੰਜਾਬ ਦੇ ਖਜ਼ਾਨੇ 'ਚ ਜਾ ਸਕਦਾ। ਦਿਮਾਗ ਦੇ ਰਾਹ ਖੋਲੋ, ਬਾਕੀ ਰਾਹ ਖੁੱਲੇ ਹੀ ਆ। ਹੁਣ ਸੰਧਾਲੀਆ ਸਾਹਿਬ ਆਉਂਦੇ ਆ, ਪੰਜਾਬ ਸਰਕਾਰ ਨੇ ਇੱਕ ਫੈਸਲਾ ਕੀਤਾ ਪੰਚਾਇਤ ਵਿਭਾਗ ਨੇ, ਮੈਨੂੰ ਚੰਗਾ ਲੱਗਿਆ, ਤੁਸੀਂ ਦੱਸ ਦਿਓ, ਹੋ ਸਕਦਾ ਕਿਉਂਕਿ ਤੁਹਾਨੂੰ ਮਾੜਾ ਲੱਗੇ, ਕਿਉਂਕਿ ਤੁਹਾਡੇ ਵਾਲਾ ਮਸਲਾ ਉਹਦੇ ਵਿੱਚ ਥੋੜਾ ਜਿਹਾ ਬੰਦ ਹੋਊਗਾ। ਨਹੀਂ ਇਦਾਂ ਨਹੀਂ, ਬਹੁਤ ਚੰਗਾ ਕੰਮ ਕਰ ਰਹੀ ਹੈ ਸਰਕਾਰ। ਬਾਕੀ ਦੇਖਦੇ ਹਾਂ ਅਸੀਂ ਲਾਗੂ ਕਰਾਇਓ ਫਿਰ। ਹੁਣ ਹੋਇਆ ਕੀ, ਪੰਚਾਇਤ ਵਿਭਾਗ ਨੇ ਇੱਕ ਚਿੱਠੀ ਜਾਰੀ ਕੀਤੀ, ਹੁਕਮ ਜਿੰਨੇ ਡੀਸੀ ਸਾਹਿਬ ਨੇ, ਡੀਡੀਪੀਓ ਸਾਹਿਬ ਨੇ, ਬੀਡੀਪੀਓ ਸਾਹਿਬ ਨੇ, ਜਿੰਨੇ ਵੀ ਸਾਹਿਬ ਨੇ, ਪੰਚਾਇਤ ਸੈਕਟਰੀ, ਸਾਰਿਆਂ ਨੂੰ ਘੱਲ ਦਿੱਤਾ। ਹੁਣ ਉਹਦੇ ਵਿੱਚ ਆਮ ਹੁੰਦਾ ਕੀ ਸੀ,
ਤੁਹਾਡੇ ਵਰਗੇ ਬੰਦੇ ਦੀ ਰਿਸ਼ਤੇਦਾਰੀ ਜਾਓ, ਜੇ ਤੁਹਾਡੇ ਵਰਗੇ ਕਿਸੇ ਬੰਦੇ ਦੇ ਨਾਲ ਉਹ ਆਪਣੇ ਪੰਚਾਇਤੀ ਚੋਣਾਂ ਹੀ ਐਤਕੀ ਫਿਰ ਅਸੀਂ ਖੜਾ ਕੀਤਾ ਸੀ ਬੰਦਾ ਫਲਾਣਾ ਸਰਪੰਚ ਬਣਾਇਆ, ਆਪਣੇ ਕਹਿ ਤੋਂ ਬਿਨਾਂ ਨਹੀਂ ਚੱਲਦਾ। ਆਪਣੀ ਗਲੀ ਬਣਾ ਲਈ ਹੈ, ਸਰਪੰਚ ਨੂੰ ਕਿਹਾ ਆਪਣੇ ਘਰ ਮੂਹਰੇ ਬਣਾ ਲਾ, ਇੱਧਰੋਂ ਵੋਟਾਂ ਐ ਵੀਹੀ ਜੋ ਬਹੁਤ ਪਈਆਂ ਉਹ ਬਣਾ ਲਈਆਂ, ਉਹਨਾਂ ਦੇ ਘਰ ਉਹ ਵੀਹੀ ਨਹੀਂ ਬਣਨੀ ਚਾਹੀਦੀ, ਕਹਿ ਤਾ ਅੱਜ ਬਣ ਨਹੀਂ ਦਿੱਤੀ, ਚਿੱਕੜ ਕਰਤਾ, ਕੋਈ ਗੱਲ ਨਹੀਂ ਅਗਲੀ ਵਾਰ ਦੇਖਾਂਗੇ। ਕਈ ਵਾਰੀ ਇਹ ਰੌਲਾ ਪੈਂਦਾ ਹੁੰਦਾ ਜੀ ਗਲੀ ਉੱਚੀ ਹੋ ਗਈ ਹੈ, ਆਮ ਆਰਥਿਕ ਤੌਰ ਤੇ ਕਮਜ਼ੋਰ ਬੰਦੇ ਦਾ ਘਰ ਸਾਡੇ ਵਰਗੇ ਦਾ ਨੀਵਾਂ ਹੋ ਜਾਂਦਾ, ਤੁਸੀਂ ਤਾਂ ਜਦੋਂ ਮਰਜ਼ੀ ਕੋਠੀ ਪਾ ਲੈਣੀ ਭਰਤੀ ਪਾ ਕੇ। ਹੁਣ ਪੰਚਾਇਤ ਵਿਭਾਗ ਨੇ ਜੋ ਫੈਸਲਾ ਕੀਤਾ ਮੇਰੇ ਮਨ ਨੂੰ ਬੜਾ ਲੱਗਿਆ, ਜੇ ਉਹ ਇੰਪਲੀਮੈਂਟ ਹੋ ਜਾਏ ਤੁਸੀਂ ਦੱਸ ਦਿਓ ਜੇ ਵਿੱਚ ਕੋਈ ਮਾੜੀ ਮੋਟੀ ਕਮੀ ਪੇਸ਼ੀ ਹੋਈ। ਪਹਿਲੀ ਗੱਲ ਉਹਨਾਂ ਨੇ ਕਹਿਤੀ ਕਿ ਗਲੀ ਪਿੰਡ ਦੀ ਤੁਸੀਂ ਬਣਾਉਣੀ ਹੈ ਜਾਂ ਉੱਚੀ ਕਰਨੀ ਹੈ, ਪਹਿਲਾਂ ਅਫਸਰ ਤੋਂ ਮਨਜ਼ੂਰੀ ਲੈਣੀ ਹੈ, ਪਹਿਲਾਂ ਉਹਦੀ ਇੱਕ ਫਾਈਲ ਜੀ ਬਣੂਗੀ, ਮਨਜ਼ੂਰੀ ਲੈਣੀ ਜ਼ਰੂਰੀ ਹੈ ਕਿ ਤੁਸੀਂ ਇਹ ਨਹੀਂ ਕਿ ਪੈਸੇ ਆਏ ਤਾਂ ਆਪਣੇ ਪੱਧਰ ਤੇ ਕੰਮ ਕਰਤਾ। ਦੂਸਰੀ ਗੱਲ ਇਹ ਕਿ ਜੇ ਗਲੀ ਜਿਹੜੀ ਹੈ ਇੱਟਾਂ ਦੀ ਬਣੀ ਹੈ, ਚੰਗੀ ਤਰ੍ਹਾਂ ਬਣਾਇਓ, 15 ਸਾਲ ਮੁਰੰਮਤ ਲਈ ਰੁਪਈਆ ਨਹੀਂ ਮਿਲਣਾ ਇੱਕ ਵੀ। ਜੇ ਗਲੀ ਕੰਕਰੀਟ ਦੀ ਬਣੀ ਹੈ ਪਿੰਡ 'ਚ ਜਾਂ ਇੰਟਰਲੌਕ ਟਾਈਲਾਂ ਜਿਹੜੀਆਂ ਨੇ ਉਹਨਾਂ ਦੀ ਬਣੀ ਹੈ ਤਾਂ 20 ਸਾਲ ਉਹਨਾਂ ਦੀ ਮੁਰੰਮਤ ਲਈ ਪੈਸਾ ਨਹੀਂ ਮਿਲਣਾ, ਇਸ ਗੱਲ ਦਾ ਧਿਆਨ ਰੱਖਿਓ। ਦੂਸਰਾ ਉਹ ਕਹਿੰਦੇ ਸ਼ੁਰੂ 'ਚ ਹੀ ਤੁਹਾਨੂੰ ਦੱਸਤਾ ਕੋਈ ਸੀਵਰੇਜ ਪਾਉਣ ਵਾਲੀ ਏਜੰਸੀ ਹੋਵੇ, ਕੋਈ ਟੈਲੀਫੋਨਾਂ ਵਾਲੀ ਏਜੰਸੀ ਹੋਵੇ, ਕੋਈ ਪਾਣੀ ਦੀਆਂ ਪਾਈਪਾਂ ਪਾਉਣ ਵਾਲੀ ਏਜੰਸੀ ਹੋਵੇ, ਉਹਨਾਂ ਨੇ ਜਦੋਂ ਗਲੀ ਪੱਟਣੀ ਆ ਤਾਂ ਉਹਨਾਂ ਨੂੰ ਖਰਚਾ ਵਿੱਚ ਮਿਲਦਾ ਕਿ ਉਹਨਾਂ ਨੇ ਗਲੀ ਦੀ ਮੁਰੰਮਤ ਵੀ ਕਰਕੇ ਜਾਣੀ, ਤੁਸੀਂ ਉਹਨਾਂ ਤੋਂ ਹੀ ਕਰਾ ਲੈਣੀ ਆ। ਤੇ ਜੇ ਨਹੀਂ ਕਰਦੇ ਸਾਨੂੰ ਦੱਸਣਾ, ਗਲੀ ਪੱਟੀ ਨਹੀਂ ਰਹਿਣ ਦੇਣੀ ਕਿ ਉਹਨਾਂ ਨੇ ਆਣ ਕੇ ਟੋਆ ਪੱਟਿਆ, ਤਾਰਾਂ ਪਾਈਪਾਂ ਸੀਵਰੇਜ ਪਾਇਆ ਤੇ ਮੁੜ ਕੇ ਗਲੀ ਉੱਦੀ ਰਹਿਣ ਤੇ ਆਪੇ ਬਣਾਓ। ਤੀਸਰੀ ਗੱਲ ਜਿਹੜੀ ਬਹੁਤ ਇੰਪੋਰਟੈਂਟ, ਉਹ ਕਹਿੰਦੇ ਜੀ ਪਿੰਡ 'ਚ ਮੰਨ ਲਓ 10 ਗਲੀਆਂ, ਤੁਸੀਂ ਇੱਕ ਗਲੀ ਨਵੀਂ ਬਣਾ ਲਈ, ਦੂਜੀ ਬਣਾ ਲਈ, ਤੀਸਰੀ ਬਣਾ ਲਈ, 7 ਗਲੀਆਂ ਬਣਾ ਲਈਆਂ, 3 ਅਜੇ ਕੱਚੀਆਂ। ਜਦੋਂ ਤੱਕ ਪੰਚਾਇਤੀ ਪੈਸੇ ਦੇ ਨਾਲ ਬਾਕੀ 3 ਗਲੀਆਂ ਵੀ ਬਣ ਨਹੀਂ ਜਾਂਦੀਆਂ, ਤੁਸੀਂ ਪਹਿਲੀ ਬਣੀ ਗਲੀ ਦੀ ਮੁਰੰਮਤ ਨਹੀਂ ਕਰਾ ਲੈਣੀ ਕਿ ਸਰਪੰਚ ਸਾਹਿਬ ਨੇ ਆਪਣੀ ਗਲੀ ਬਣਾ ਲਈ, ਸਾਡੇ ਵਰਗੇ ਦੇ ਘਰ ਦੇ ਮੁਰਦੀ ਰਹਿ ਗਈ ਤੇ ਤੁਸੀਂ ਮੁੜ ਕੇ ਪੈਸੇ ਆਏ ਤਾਂ ਉਹ ਨਹੀਂ ਬਣਾਈ, ਆਪਣੇ ਵਾਲੀ ਦੀ ਮੁਰੰਮਤ। ਇੱਕ ਸੀਮੈਂਟ ਪਾਓ ਜਰਾ ਵਧੀਆ ਜਿਹਾ ਕਰਕੇ, ਸੀਮੈਂਟ ਮਾੜੀ ਜਿੱਥੇ ਇੱਟ ਥੱਲੇ ਨੂੰ ਦੱਬੀ ਹੈ, ਇਹ ਕਹਿਤਾ। ਇੱਕ ਜਿਹੜਾ ਬਹੁਤ ਵਧੀਆ ਫੈਸਲਾ ਉਹਦੇ ਵਿੱਚ ਜੇ ਕਿਤੇ ਲਾਗੂ ਹੋ ਜਾਏ, ਉਹ ਕਹਿੰਦੇ ਕਿ ਤੁਸੀਂ ਗਲੀ ਬਣਾਉਣ ਲੱਗੇ ਧਿਆਨ ਰੱਖਣਾ ਕਿ ਤੁਸੀਂ ਮੰਨ ਲਓ ਕਿ ਗਲੀ ਆਪਾਂ ਪੱਟਦੇ ਤਾਂ ਹੈ ਹੀ ਨਹੀਂ, ਸੜਕ ਉੱਪਰ ਹੀ ਪਾਈ ਜਾਣੀ, ਕਿ ਅਗਲੀ ਗਲੀ ਕਿਤੇ ਨੀਵੀਂ ਤਾਂ ਨਹੀਂ ਹੋ ਗਈ। ਤੁਸੀਂ ਅਗਲੀ ਗਲੀ ਦਾ ਲੈਵਲ ਦੇਖ ਕੇ ਹੀ ਪਿਛਲੀ ਗਲੀ ਨੂੰ ਬਣਾਉਣ ਲੱਗਿਆ ਉੱਪਰ ਚੁੱਕਣਾ, ਨਹੀਂ ਤਾਂ ਉੱਪਰ ਨਹੀਂ ਚੁੱਕਣਾ। ਇੱਕ ਗੱਲ ਹੋਰ ਕਹਿਤੀ, ਕਹਿੰਦੇ ਅਕਸਰ ਹੀ ਪਿੰਡਾਂ ਦੇ ਵਿੱਚ ਹੁੰਦਾ ਜੀ ਛੱਪੜ ਉੱਚਾ ਆ, ਇਸ ਕਰਕੇ ਗਲੀਆਂ ਥੋੜ੍ਹੀਆਂ ਉੱਚੀਆਂ ਕਰਕੇ ਬਣਾਉਣੀਆਂ ਪੈਂਦੀਆਂ। ਉਹ ਕਹਿੰਦੇ ਇਹ ਨਹੀਂ ਕਿ ਜਦੋਂ ਗਲੀਆਂ ਉੱਚੀਆਂ ਕਰ ਲੈਣੋ ਲੋਕਾਂ ਦੇ ਘਰ ਨੀਵੇਂ ਹੋ ਜਾਂਦੇ ਆ, ਸਾਰਾ ਪਾਣੀ ਵਿੱਚ ਪੈਂਦਾ। ਛੱਪੜ ਨੀਵਾਂ ਕਰਨਾ ਆ ਆਪਾਂ, ਗਲੀਆਂ ਨਹੀਂ ਉੱਚੀਆਂ ਕਰ ਲੈਣੀਆਂ ਕਿ ਲੋਕਾਂ ਦੇ ਘਰ ਨੀਵੇਂ ਹੋ ਜਾਣ ਤੇ ਉਹਨਾਂ ਦੇ ਵਿੱਚ ਮੁੜ ਕੇ ਪਾਣੀ ਪੈਂਦਾ ਫਿਰੇ ਤਾਂ ਮੁੜ ਕੇ ਛੱਤਾਂ ਬੰਦੇ ਦੀਆਂ ਡਿੱਗ ਪੈਂਦੀਆਂ। ਕਈ ਫੈਸਲੇ ਹੋਰ ਕੀਤੇ, ਪਰ ਆਹ ਜਿਹੜਾ ਗਲੀਆਂ ਉੱਚੀਆਂ ਕਰਨ ਦਾ, ਮੁਰੰਮਤ ਕਰਨ ਦਾ, ਪਹਿਲਾਂ ਸਾਰੀਆਂ ਬਣਾਉਣ ਦਾ, ਮੈਨੂੰ ਲੱਗਿਆ ਕਿ ਫੈਸਲੇ ਚੰਗੇ ਨੇ। ਬਾਕੀ ਨੁਕਤਾਚੀਨੀ ਤੁਸੀਂ ਕਰਦੇ ਹੋ। ਨਹੀਂ ਨੁਕਤਾਚੀਨੀ ਵਾਲੀ ਗੱਲ ਕੋਈ ਨਹੀਂ। ਦੇਖੋ ਇਹਦੇ 'ਚ ਮੈਨੂੰ ਸਾਰੀਆਂ ਗੱਲਾਂ 'ਚੋਂ ਇੱਕ ਗੱਲ ਠਾਹ ਕਰਕੇ ਦਿਮਾਗ 'ਚ ਫਸ ਗਈ ਜੀ। ਉਹ ਦਿਮਾਗ 'ਚ ਇਹ ਗੱਲ ਫਸ ਗਈ ਵੀ ਇਹ ਹੋਣ ਵਾਲੀ ਸਰਕਾਰ ਦੱਸ ਰਹੀ ਲੋਕਾਂ ਨੂੰ ਵੀ ਜਿਹੜੀ ਟੈਲੀਫੋਨ ਵਾਲੀ ਕੰਪਨੀਆਂ, ਪੈਪਾਂ ਵਾਲੀ ਕੰਪਨੀਆਂ, ਕੋਈ ਹੋਰ ਜਿੰਨੇ ਵੀ ਮਤਲਬ ਐ ਕੀੜੀਆਂ ਨੂੰ ਗਲੀ ਦੇ ਵਿੱਚ ਦੀ ਲੰਘਣਾ ਕੁਛ ਨਾ ਕੁਛ ਸਰਾਖ ਮਾਰ ਕੇ ਜੀ, ਉਹਦੇ ਟੈਂਡਰ ਦੇ ਵਿੱਚ ਇਹ ਪੈਸਿਆਂ ਦਾ ਹਿਸਾਬ ਤਾਂ ਕੀਤਾ ਹੁੰਦਾ ਵੀ ਵੀਰ ਮੇਰਿਆ ਵੀ ਜੇ ਤੂੰ ਇਹ ਭੰਨਿਆ ਤੋੜਿਆ ਤੇ ਤੂੰ ਇਹਨੂੰ ਬਣਾਉਣਾ ਹੀ। ਇਹ ਮੈਨੂੰ ਤੇ ਇੰਨਾ ਕੁ ਸਮਝ ਆਉਂਦੀ ਹੈ ਇੰਨੀ ਕੁ ਗੱਲ 'ਚੋਂ, ਬਾਕੀ ਚਲੋ ਹੋ ਸਕਦਾ ਪੰਜਾਬ ਸਰਕਾਰ ਦੁਬਾਰਾ ਕਲੀਅਰ ਕਰ ਦੇਵੇ ਵੀ ਇਹਨਾਂ ਨੇ ਨਹੀਂ ਕੀਤਾ, ਇਹ ਰੂਲ ਪਹਿਲਾਂ ਦਾ ਸੀ। ਜ਼ਰੂਰ ਟਿੱਪਣੀ ਕਰਿਓ ਵੀ ਤੁਹਾਡੇ ਸ਼ਹਿਰ, ਗਲੀ, ਮੁਹੱਲੇ, ਪਿੰਡ ਦੇ ਵਿੱਚ ਜਿੰਨੇ ਵੀ ਪੈਪ ਪਾਏ ਆ, ਜਿੰਨੇ ਵੀ ਖੰਭੇ ਗੱਡੇ, ਜਿੰਨੇ ਵੀ ਜੋ ਵੀ ਕੀਤਾ, ਵੀ ਉਹ ਸਾਰੇ ਕੁਛ ਦੇ ਵਿੱਚ ਕਿੰਨੇ ਕੁ ਬੰਦੇ ਸੀ ਜਿਹੜੇ ਦੁਬਾਰਾ ਉਸੇ ਤਰ੍ਹਾਂ ਗਲੀ ਤੁਹਾਡੀ ਬਣਾ ਕੇ ਗਏ। ਜੇ ਨਹੀਂ ਬਣਾ ਕੇ ਗਏ ਤੇ ਉਹਨਾਂ ਨੂੰ ਪੁੱਛਿਓ ਜ਼ਰੂਰ ਉਸ ਵੇਲੇ ਦੇ ਬੰਦਿਆਂ ਨੂੰ ਜਿਹੜੇ ਵੀ ਮੋਹਤਬਾਰ ਅਫਸਰ ਸਾਹਿਬਾਨ ਸੀ ਵੀ ਹਾਂ ਵੀਰ ਮੇਰਾ ਪਹਿਲਾਂ ਜੇ ਤੁਸੀਂ ਟੈਂਡਰ 'ਚ ਭਰਿਆ ਸੀ ਵੀ ਅਸੀਂ ਗਲੀ ਤੁਹਾਡੀ ਦਰੁਸਤ ਕਰਕੇ ਜਾਵਾਂਗੇ, ਕਰਕੇ ਕਿਉਂ ਨਹੀਂ ਜਾਂਦੇ ਰਹੇ। ਇਹ ਜੇ ਤੇ ਚੰਗੀ ਗੱਲ ਹੈ, ਮੈਂ ਨਾ ਵੀ ਜੇ ਗੱਲ ਲੋਕਾਂ ਦੇ ਸਾਹਮਣੇ ਆਈ, ਹੁਣ ਹੋਣਾ ਕੁਛ ਨਹੀਂ ਹੈ। ਪਿੰਡ 'ਚ ਜੇ ਮੰਨ ਲਓ ਵੀ ਗਲੀ ਬਣੀ ਆ ਤੇ ਉੱਧਰੋਂ ਕੋਈ ਪੈਪ ਪਾਉਣ ਵਾਲਾ ਆ ਗਿਆ ਤੇ ਬਾਪੂ ਵਿਹਲਾ ਹੁੰਦਾ ਘਰੇ, ਉਹਨੂੰ ਮੰਜੇ ਤੇ ਨਹੀਂ ਰਹਿਣ ਦੇਣਾ, ਉਹਨੂੰ ਨੁਹਾਲ ਧੁਆਲ ਕੇ ਕੁਰਸੀ ਦੇ ਕੇ ਬਾਹਰ ਛਾਵੇਂ ਬਹਾ ਦੇਣਾ ਐਨ ਚੰਗੀ ਤਰ੍ਹਾਂ। ਹਾਂ, ਉਹਨਾਂ ਨੇ ਬਾਪੂ ਤੂੰ ਇਹਨਾਂ ਨੂੰ ਵੇਖੀ ਜਾਣਾ, ਇਹਨਾਂ ਨੂੰ ਪੁੱਤ ਪੈਪ ਪਾ ਲਓ, ਪਾਣੀ ਪੀਣਾ ਪਾਣੀ ਪੀਓ, ਚਾਹ ਪੀਣੀ ਚਾਹ ਪੀਓ, ਖੂੰਡਾ ਕੋਲ ਰੱਖ ਦੇਣਾ, ਬਸ ਖੂੰਡਾ ਕੋਲ ਰੱਖਣਾ। ਵੀ ਜਿੱਦਣ ਇਹ ਚੱਲੇ ਇਹਨਾਂ ਨੂੰ ਕਹਿਣਾ ਵੀ ਪੁੱਤ ਮੇਰਿਆ ਜਿੱਦਾਂ ਸੀਗੀ ਉਦਾਂ ਦੀ ਕਰਕੇ ਜਾਣੀ, ਜੇ ਨਹੀਂ ਜਾਣਾ ਤੇ ਆ ਤੁਹਾਡੀਆਂ ਮਸ਼ੀਨਾਂ ਜਿਹੀਆਂ ਮੈਥੋਂ ਜਾਣ ਨਹੀਂ ਦੇਣੀ, ਇਹ ਕੰਮ ਜ਼ਰੂਰ ਕਰ ਲਿਓ। ਦੂਜੀ ਜਿਹੜੀ ਗੱਲ ਮੈਨੂੰ ਲੱਗਦਾ ਇਹਦੇ 'ਚ ਉਹ ਇਹ ਕਿ ਜਿੱਦਾਂ ਹੁਣ ਉਹ ਕਹਿੰਦੇ ਵੀ ਅਫਸਰ ਸਾਹਿਬਾਨ ਦੇ ਕੋਲੋਂ ਮਨਜ਼ੂਰੀ ਹੋਏਗੀ। ਦੇਖੋ ਜਦੋਂ ਆਪਾਂ ਇਹਨੂੰ ਸਿੱਧਾ ਦੇਖਦੇ ਹਾਂ, ਇਹ ਐਂ ਲੱਗਦੀ ਗੱਲ ਵੀ ਜਮਾਂ ਜਿੱਦਾਂ ਚਾਪਟੀ ਰੱਖ ਕੇ ਨਹੀਂ ਐਂ ਮਤਲਬ ਸਿੱਧੀ, ਹੁਣ ਕਹਿੰਦਾ ਵੀ ਹੁਣ ਕੰਧ ਐਂ ਜਮਾਂ ਗੁਣੀਆਂ 'ਚ ਹੋ ਗਈ, ਹੁਣ ਨਹੀਂ ਹਿਲਦੀ। ਮੈਨੂੰ ਪਤਾ ਨਹੀਂ ਕਿਉਂ ਲੱਗਦਾ ਹੁੰਦਾ ਵੀ ਇਹ ਕੰਧ ਗੁਣੀਆਂ 'ਚ ਜਾਪਦੀ ਤੇ ਹੈ, ਪਰ ਨਾ ਕੰਧ ਜਿਹੜਾ ਸੀਮਟ ਗਾਰਾ ਉਹਦੇ 'ਚ ਕਿਤੇ ਨਾ ਕਿਤੇ ਰਾਜਨੀਤੀ ਵਾਲਾ ਪਾਣੀ ਆ। ਹੁਣ ਤੁਸੀਂ ਦੇਖੋ ਵੀ ਜੇ ਮੰਨ ਲਓ ਸਰਪੰਚ, ਮੰਨ ਲਓ ਤੁਹਾਨੂੰ ਸਰਪੰਚ ਬਣਾਇਆ WhatsApp 'ਚ, ਪਿੰਡ ਦਾ ਸਰਪੰਚ,
ਪਰਮਵੀਰ ਸਿੰਘ ਬਾਠ। ਤੁਸੀਂ ਕਹਿ ਦਿਓ ਇਦਾਂ, ਪਰ ਮੁੜ ਕੇ ਇਹ ਨਹੀਂ ਕਹਿਣਾ ਅਸੀਂ ਬਣਾਇਆ ਹੀ, ਨਹੀਂ। ਉਹਨੇ ਕੱਲੇ ਸਾਈਨ ਕਰਨੇ ਹੁੰਦੇ ਆ। ਨਹੀਂ ਮੋਹਰ ਮੈਂ ਇੱਕ ਜੇਬ 'ਚ ਰੱਖੀ ਤੁਹਾਡੀ ਪੂਰੀ ਮਤਲਬ ਇੱਕ ਜੇਬ 'ਚ ਤੁਹਾਡੀ ਉਹ ਡੱਬੀ ਜੀ ਹੋਊਗੀ ਸਿਆਹੀ ਵਾਲੀ, ਨਾਲ ਮੋਹਰ ਹੋਊਗੀ ਲਿਫਾਫੇ 'ਚ ਪਾ ਕੇ। ਮੈਨੂੰ ਸਰਪੰਚ ਹੀ ਪਾਉਣਾ ਤੇ ਮੇਰੇ ਕੱਪੜੇ ਮੰਗਾ ਦਿਓ, ਮੈਂ ਝੱਗਾ ਪਾਉਣਾ। ਦੂਜੇ ਪਾਸੇ ਲਿਫਾਫੇ 'ਚ ਕੱਪੜਾ ਵੀ ਦਿਆਂਗੇ ਜਿਹੜਾ ਮਤਲਬ ਉਹ ਅੰਗੂਠਾ ਲਾਉਣ ਤੋਂ ਬਾਅਦ ਜਾਂ ਸਾਈਨ ਕਰਨ ਤੋਂ ਬਾਅਦ ਸਾਫ਼ ਵੀ ਕਰਨਾ। ਅੱਛਾ, ਮੈਂ ਇਹ ਤਾਂ ਗੱਲ ਕੀਤੀ ਵੀ ਹੁਣ ਮੰਨ ਲਓ ਵੀ ਪਿੰਡ ਆ, ਜਿੱਦਾਂ ਜਿੰਨੀ ਕੁ ਆਪਣੇ ਪਿੰਡਾਂ ਦੀ ਰਾਜਨੀਤੀ ਮੈਨੂੰ ਇਹ ਵੀ ਚਲੋ ਆਪਾਂ ਘਰ 'ਚ ਬੈਠੇ ਉਸ ਹਿਸਾਬ ਨਾਲ ਆਪਾਂ ਗੱਲ ਕਰ ਲਈਏ। ਹੁਣ ਸਰਕਾਰ ਨੇ ਫੈਸਲਾ ਕਰਤਾ ਜੀ, ਤੁਹਾਨੂੰ ਸਰਪੰਚ ਬਣਾਤਾ। ਮੇਰੀ ਮੰਨ ਲਓ ਤੁਹਾਡੇ ਨਾਲ ਲੱਗਦਾ ਵੀ ਇਹ ਆ ਵੀ ਹੁਣ ਸਰਪੰਚ ਬਣੇ ਆ, ਇਹ ਲੱਗਦਾ ਕਿਸੇ ਪਾਸੋਂ ਸਰਪੰਚ ਹੈ ਨਾ। ਹੁਣ ਤੁਸੀਂ ਆਖਿਆ ਵੀ ਅੱਗੇ ਜੋ ਮਰਜ਼ੀ ਆ ਵੀ ਇਹ ਬੰਦੇ ਨੇ ਵਿਰੋਧ ਬਹੁਤ ਕੀਤਾ ਵੀ ਹੁਣ ਜੇ ਇਹ ਅਫਸਰਾਂ ਦੇ ਥਰੂ ਆ ਕੇ ਤੇ ਇਹ ਵੀ ਗਲੀ ਬਣਾ ਗਿਆ ਤੇ ਵੀ ਸਾਡੀ ਕਾਹਦੀ ਸਰਪੰਚੀ ਹੈ। ਹੁਣ ਅਫਸਰ ਨੇ ਆਖਿਆ ਵੀ ਨਹੀਂ ਜੀ ਸਾਨੂੰ ਤਾਂ ਹੁਕਮ ਨਹੀਂ ਗਾ ਮਹਾਰਾਜ ਸਰਪੰਚ ਸਾਹਿਬ, ਸਾਨੂੰ ਤੇ ਕਾਨੂੰਨ ਮੁਤਾਬਕ ਚੱਲਣਾ ਪੈਣਾ। ਤੁਸੀਂ ਉਸੇ ਵੇਲੇ ਗੱਡੀ ਭਾਵੇਂ ਆਪਣੀ ਕਰ ਲਓ ਭਾਵੇਂ ਬਗਾਨੀ ਕਰ ਲਓ, ਤੁਸੀਂ ਸਿੱਧਾ MLA ਸਾਹਿਬ ਜਾਂ ਉਦੋਂ ਉੱਪਰ ਮੰਤਰੀ ਸਾਹਿਬ ਜਿਹੜੇ ਵੀ ਸਾਹਿਬ ਤੁਹਾਨੂੰ ਜਾਣਦੇ ਹੋਣਗੇ ਜਿਨ੍ਹਾਂ ਨੇ ਸਰਪੰਚ ਬਣਾਇਆ ਉਹਨਾਂ ਕੋਲ ਜਾਣਾ, ਉਹਦਾ ਫੋਨ ਫਿਰ ਉਸ ਅਫਸਰ ਨੂੰ ਆਉਣਾ ਵੀ ਇਹ ਕੀ ਚੱਕਰ ਹੈ ਬਈ, ਇਹ ਸਰਪੰਚ ਸਾਹਿਬ ਆਏ ਇੱਥੋਂ ਗਲੀ ਦਾ ਕੀ ਚੱਕਰ ਹੈ। ਉਹ ਅਫਸਰ ਦਾ ਅਧਿਕਾਰੀ ਦਾ ਕੀ ਉਹਦੇ 'ਚ ਇੰਨਾ ਬਲੱਡ ਪ੍ਰੈਸ਼ਰ ਹੋਊਗਾ ਵੀ ਉਹ ਮੰਤਰੀ ਸਾਹਿਬ ਨੂੰ ਕਹਿ ਸਕੇ ਵੀ ਜਿੱਦਾਂ ਸਰਪੰਚ ਕਹਿੰਦਾ ਉੱਦਾਂ ਮੈਂ ਨਹੀਂ ਕਰਨੀ, ਜਿੱਦਾਂ ਕਾਨੂੰਨ ਕਹਿੰਦਾ ਮੈਂ ਉੱਦਾਂ ਕਰਨੀ। ਜੇ ਤੇ ਉਸ ਤਾਰ 'ਚੋਂ ਕਰੰਟ ਆਉਂਦਾ ਰਿਹਾ ਫਿਰ ਇਹ ਕੋਈ ਮੱਤ ਸੋਚੇ ਵੀ ਪੱਖਾ ਸਿੱਧਾ ਚੱਲੂਗਾ। ਇਹ ਜ਼ਰੂਰ ਤਾਰਾਂ ਵੀ ਕੱਢ ਕੇ ਆਪਾਂ ਨੂੰ ਦੋਹਰੇ ਸੈੱਟ ਕਰਨੀਆਂ ਪੈਣੀਆਂ ਵੀ ਕਿਤੇ ਵਿੱਚ ਜੋੜ ਤੇ ਨਹੀਂ, ਕਿਤੇ ਕੋਈ ਹੋਰ ਪਾਸਿਓਂ ਅਰਥ ਤੇ ਨਹੀਂ ਹੁੰਦਾ। ਜੇ ਉਹ ਵੀ ਕੰਮ ਸਰਕਾਰ ਕਰ ਜਵੇ ਵੀ ਮੰਤਰੀ ਸਾਹਿਬ ਤੇ MLA ਸਾਹਿਬ ਨੂੰ ਵੀ ਬੇਨਤੀ ਕਰ ਦੇਣ ਵੀ ਵੀਰ ਮੇਰੇ ਉਹ ਹਰ ਥਾਂ ਦੇ ਉੱਪਰ ਤੁਸੀਂ ਜਾ ਕੇ ਲੱਤ ਨਹੀਂ ਡਰਾਉਣੀ ਜੀ, ਸਰਪੰਚ ਸਾਹਿਬ ਦੀ ਮੰਨਣੀ। ਦੇਖੋ ਹੁਣ ਸਰਪੰਚ ਸਾਹਿਬ ਬੋਲਣਗੇ ਜੀ, ਸਰਪੰਚ ਸਾਹਿਬ ਮੈਂ ਗੱਲ ਤੁਹਾਡੀ ਨਾਲ ਸਹਿਮਤ ਹੋ ਗਿਆ ਕਿ ਪੱਖਾ ਦੂਜੇ ਪਾਸੇ ਨੂੰ ਕਹਿ ਰਹੇ ਨੇ, ਮੋਟਰ ਜੇ ਪੁੱਠੇ ਹੋ ਗਏ ਗੇੜੇ ਨਾ। ਪਰ ਪਿਛਲੇ ਦਿਨੀ ਨਾ ਜਗਰਾਉਂ ਵਿਧਾਨ ਸਭਾ ਹਲਕੇ ਦਾ ਮੈਂ ਇੱਕ ਜ਼ਿਕਰ ਹਲਕਾ ਜਿਹਾ ਕਰਦੇ ਹਾਂ, ਕਿਉਂਕਿ ਹੁਣ ਤੁਸੀਂ ਪੰਜਾਬ ਦੇ ਲੋਕਾਂ ਨੂੰ ਆਮ ਨਾ ਸਮਝੋ। ਹੁਣ ਅਸੀਂ ਜਿਹੜਾ ਉਹ ਗੂਠਾ ਨਹੀਂ ਲਾਈਦਾ, ਹੁਣ ਅਸੀਂ ਦਸਤਖਤ ਕਰੀਦੇ ਆ, ਡਿਜੀਟਲ ਦਸਤਖਤ ਕਰੀਦੇ ਆ। ਦਸਤਖਤ ਕਰਾਂਗਾ ਮੈਂ। ਉੱਥੇ ਬੀਬੀ ਜੀ ਗਏ ਸੀ, ਬੀਬੀ ਸਰਜੀਤ ਕੌਰ ਮਾਣੂ ਕੇ, ਉਹ ਸ਼ਿਕਾਇਤਾਂ ਲੋਕਾਂ ਦੀਆਂ ਸੁਣਨੀਆਂ ਸੀ ਤੇ ਉੱਥੇ ਪਿੰਡ ਦੇ ਲੋਕਾਂ ਨੇ ਆਖਿਆ ਕਿ ਅਸੀਂ ਨਹੀਂ ਕਹਿੰਦੇ ਸ਼ਿਕਾਇਤ ਠੀਕ ਹੈ ਜੀ। ਪਿੰਡ ਦੇ ਲੋਕ ਕਹਿੰਦੇ ਸੀ ਬੀਬੀ ਜੀ ਆਏ ਹੋ, ਬਹੁਤ ਵਧੀਆ ਚਾਹ ਪਾਣੀ ਪੀਣਾ ਹੈ, ਤੁਸੀਂ ਬਿਸਕੁਟ ਅਸੀਂ ਲਿਆ ਕੇ ਰੱਖੇ ਵਧੀਆ, ਪਰ ਆ ਸਾਡੀ ਬੇਨਤੀ ਹੈ ਲਿਖਤੀ ਤੌਰ ਤੇ ਸ਼ਿਕਾਇਤ ਦਿੰਦੇ ਆ ਕਿ ਪਿੰਡ ਦੇ ਛੱਪੜ ਨੂੰ ਮੇਰੇ ਖਿਆਲ 3.5 ਏਕੜ ਹੈ ਤੇ ਇਹ ਸਰਪੰਚ ਸਾਹਿਬ ਨੇ ਵੀ ਦੱਬਿਆ ਤੇ ਉਹਨਾਂ ਦੇ ਕੁਝ ਨਾਲ ਦੇ ਲੋਕਾਂ ਨੇ ਵੀ। ਉੱਥੇ ਸਰਪੰਚ ਸਾਹਿਬ ਵੀ ਕੋਲ ਹੀ ਬੈਠੇ ਸੀ, MLA ਬੀਬੀ ਵੀ ਕੋਲ ਹੀ ਬੈਠੇ ਸੀ। ਜਦੋਂ ਬੀਬੀ ਜੀ ਫਿਰ ਛੇਤੀ ਸਮਾਪਤ ਕਰਕੇ ਜਾਣ ਲੱਗੇ, ਲੋਕਾਂ ਨੇ ਨਾਰੇ ਨੂਰੇ ਵੀ ਮਾਰੇ। ਬੀਬੀ ਜੀ ਨੇ ਕਿਹਾ ਜਾਂਚ ਕਰਾ ਲਵਾਂਗੇ, ਕਰਾ ਕੇ ਦੱਸਿਓ ਜ਼ਰੂਰ ਬੀਬੀ ਜੀ। ਕਹਿਣ ਦਾ ਭਾਵ ਹੈ ਕਿ ਜ਼ਰੂਰੀ ਨਹੀਂ ਕਿ ਸਰਪੰਚ ਸਾਹਿਬ ਹੁਣ ਜੋ ਕੁਝ ਕਹਿਣ, MLA ਸਾਹਿਬ ਜੋ ਕੁਝ ਕਹਿਣ, ਅਫਸਰ ਸਾਹਿਬ ਜੋ ਕੁਝ ਕਹਿਣ ਉਹੀ ਹੋਣਾ। ਆਮ ਲੋਕਾਂ ਦੇ ਕੋਲੇ ਹੁਣ ਤਾਕਤ ਪਾਵਰ ਆ ਗਈ ਆ ਤੇ ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨੀ ਆ ਕਿ ਤੁਸੀਂ ਪੜ੍ਹੇ ਲਿਖੇ ਲੋਕਾਂ ਨੂੰ ਸਰਪੰਚ ਬਣਾਇਓ ਵਧੀਆ ਤਰੀਕੇ ਦੇ ਨਾਲ, ਜਿਨ੍ਹਾਂ ਨੂੰ ਇਹ ਵੀ ਪਤਾ ਹੋਵੇ ਪੰਚਾਇਤ ਸੈਕਟਰੀ ਸਾਹਿਬ ਕੀ ਕਰਦੇ ਆ, BDPO ਸਾਹਿਬ ਕੀ ਕਰਦੇ ਆ, ਗ੍ਰਾਂਟ ਕਿੱਥੋਂ ਆਉਣੀ ਆ ਤੇ ਹਿਸਾਬ ਕਿਤਾਬ ਕੀ ਕਰਨਾ ਤੇ ਚੈੱਕ ਕਿਹਨੂੰ ਕੱਟ ਕੇ ਦੇਣਾ ਤੇ ਪੈਸੇ ਕਿਹਦੇ ਖਾਤੇ ਦੇ ਵਿੱਚ ਆਉਂਦੇ ਆ। ਲੱਲਾ ਭੱਬਾ ਹੋ ਹੀ ਨਹੀਂ ਸਕਦਾ ਸੰਧਾਵਾਲੀਆ ਜੀ। ਨਹੀਂ ਇਹ ਬਿਲਕੁਲ, ਮੈਂ ਤਾਂ ਨਾ ਹੋ ਜੇ ਤੇ ਚੰਗਾ। ਮੈਂ ਤਾਂ ਸਿਰਫ ਇੱਕ ਤੌਖਲਾ ਪ੍ਰਗਟ ਕੀਤਾ ਵੀ ਜੋ ਦੇਖੋ ਜਦੋਂ ਤੇ ਮੈਨੂੰ ਲੀਡਰ ਕਹਿੰਦੇ ਹੁਣ ਮੈਂ ਤੇ ਲੀਡਰੀ ਛੱਡੀ ਜਾਂਦਾ ਹੌਲੀ ਹੌਲੀ। ਹੁਣ ਤੇ ਆਮ ਬੰਦਿਆਂ ਦੀ ਤੁਸੀਂ ਨਾ ਛੱਡੋ, ਛਡਾ ਦੇਣੀ ਲੋਕਾਂ, ਆਮ ਬੰਦਿਆਂ ਦੀ ਸਰਕਾਰ ਹੈ ਹੁਣ ਤੇ ਹੀ। ਤੁਹਾਡਾ ਕਿਹੜਾ ਪਤਾ ਲੱਗਣਾ ਕਿਉਂਕਿ ਕਈਆਂ ਦੀ ਛਡਾਤੀ ਲੋਕ ਵਿੱਚ ਹੀ ਤੁਸੀਂ। ਉਹੀ ਮੈਂ ਕਹਿਣ ਡਿਆ ਵੀ ਮੈਂ ਤੇ ਹੁਣ ਤਾਂ ਕਿਹਾ ਵੀ ਅਸੀਂ ਤੇ ਰਿਵਾਜ ਦੇ ਹਿਸਾਬ ਨਾਲ ਗੱਲ ਕੀਤੀ। ਮੈਂ ਕਹਿੰਦਾ ਰਾਜਪਾਲ ਬਣ ਜਾਓ ਪਹਿਲਾਂ। ਚਲੋ ਮਤਲਬ ਕੁੱਲ ਮਿਲਾ ਕੇ ਅਸੀਂ ਆਂਦੇ ਆ ਵੀ ਫੈਸਲਾ ਚੰਗਾ ਪੰਜਾਬ ਸਰਕਾਰ ਨੇ ਜਿੱਦਾਂ ਸੋਚਿਆ। ਜੇ 3-4 ਸਾਲ ਗਾਂ ਸਰਪੰਚਾਂ ਨੂੰ ਇਸ ਤਰ੍ਹਾਂ ਕੰਮ ਕਰਨ ਦਾ ਮੌਕਾ ਮਿਲ ਜੇ, ਅਧਿਕਾਰੀ ਵਿੱਚ ਆਪਣੇ ਹਿਸਾਬ ਨਾਲ ਲਿਸਟਾਂ ਦੇਣ ਤੇ ਹੋ ਸਕਦਾ ਵੀ ਪੰਜਾਬ ਦਾ ਜਿਹੜੀ ਉਹ ਜੂਨ ਸੁਧਰ ਜੇ। ਜਿਹੜਾ ਪੈਸਾ ਮੇਰੇ ਖਿਆਲ ਨਾਲ ਜੂਨ 47 ਤੋਂ ਬਾਅਦ, ਚਲੋ 47 ਤੋਂ ਬਾਅਦ ਸਿੱਧੇ ਸੁੱਧੇ ਹੋਏ 50-55 ਚ ਲਾ ਲਓ, 60 ਤੋਂ ਲਾ ਲਓ। ਹੋਰ ਵੀ ਜੇ ਆਪਾਂ ਬਿਲਕੁਲ ਸਹੀ ਕਰਨਾ ਹੋਵੇ ਤੇ ਆਪਾਂ ਹਰੀ ਕ੍ਰਾਂਤੀ ਤੋਂ ਬਾਅਦ ਦੀਆਂ ਗੱਲਾਂ ਕਰਦੇ ਵੀ 66-77 ਤੋਂ ਬਾਅਦ ਇਹ ਬਣਾਉਣ ਲੱਗ ਪਏ ਜੀ ਵੀ ਸੜਕਾਂ ਗਲੀਆਂ। ਇਹ 70 ਤੋਂ ਬਾਅਦ ਸਾਡੇ ਕੋਲੋਂ ਗਲੀਆਂ ਹੀ ਨਹੀਂ ਲੋਟ ਆਈਆਂ ਨਾ, ਮਤਲਬ ਨਾ ਗਲੀ ਨਾ ਨਾਲੀ, ਉਹ ਹੀ ਨਹੀਂ ਸਮਝ ਆਉਂਦੀ। ਉਹ ਬਣਾ ਕੇ ਕੋਈ ਜਾਂਦਾ, ਮੁੜ ਕੇ ਉਹਦੇ ਚੋਂ ਉਹ ਪੱਟ ਕੋ ਹੋਰ ਜਾਂਦਾ। ਜੇ ਕੋਈ ਬਣ ਵੀ ਜਾਵੇ ਤੇ ਉਹ ਨਾਲੀਆਂ ਦਾ ਵੀ ਇੱਧਰੋਂ ਪੱਕੀ ਬਣਾ ਦੇ, ਕਹਿੰਦਾ ਨਾਲੀ ਤੇ ਬਣ ਗਈ ਸੀ। ਇੱਕ ਮੈਨੂੰ ਚੇਤਾ ਆ ਗੱਲ ਦਾ, ਇਹ ਨਹੀਂ ਮੈਂ ਦੱਸਾਂ ਕਿੱਥੋਂ ਦੀ, ਉਹਦਾ ਵਾਹਵਾ ਸਾਲ ਨਾਲ ਬਣੀ ਨਾਲੀ। ਉਹਦੇ 'ਚ ਮੁਸ਼ਕਿਲ ਇਹ ਸੀ ਵੀ ਉਹ ਪਿੱਛੋਂ ਢਾਲ ਤੋਂ ਨਾਲੀ ਆਉਂਦੀ, ਪਿੱਛੋਂ ਪਾਣੀ ਵਧੀਆ ਆ ਜਾਂਦਾ ਸੀ, ਅੱਗੇ ਜਿੱਥੇ ਕਿ ਜੋ ਜਾਂਦੀ ਮਤਲਬ ਆਪਾਂ ਇਸ ਲੈਵਲ ਤੇ ਜਾ ਕੇ ਇੱਕ ਵਾਰ ਉਹ ਥੱਲੇ ਗਈ, ਉਸ ਤੋਂ ਬਾਅਦ ਹਲਕਾ ਜਿਹਾ ਤਾਂ ਜਾ ਕੇ ਤੇ ਫਿਰ ਉਹ ਗਾਂਹ ਨੂੰ ਜਾਣੀ ਸੀ ਨਾਲੀ। ਹੁਣ ਉਹਦੀ ਪ੍ਰੋਬਲਮ ਆਉਂਦੀ ਵੀ ਜਿੱਥੇ ਜੋ ਨਾਲੀ ਜਾ ਕੇ ਡਿੱਗਦੀ ਨਾ, ਉੱਥੋਂ ਗਲੀ ਦਾ ਹਿੱਸਾ ਲਗਭਗ ਛੱਪੜੀ ਸੀ। ਉਹਦੇ ਵੱਲ ਦੀ ਇਹ ਮੁਸ਼ਕਿਲ ਆਉਂਦੀ ਸੀ ਵੀ ਯਾਰ ਉਹਦੇ ਜਿਹਨੇ ਲੰਘਣਾ ਉਹਨੇ ਵੀ ਇੱਟਾਂ ਰੱਖ ਕੇ ਲੰਘਣਾ। ਜੇ ਕੋਈ ਮੰਨ ਲਓ ਵੀ ਕੋਈ ਟਰੈਕਟਰ ਰੇੜੇ ਵਾਲਾ ਤੇ ਉਹਨੂੰ ਹੁੰਦਾ ਵੀ ਯਾਰ ਉਹ ਟੱਪਣਾ ਹੀ ਪੈਣਾ ਹੀ ਚਲਾ ਜਾ, ਹੈ ਨਾ। ਉਦੋਂ ਬਾਅਦ ਰੇੜ ਖੁੜ ਕੇ ਪਾਣੀ ਭਰੇ ਛੱਪੜੇ ਜਾ ਵੜਦਾ ਹੈ।
ਉਹ ਫਿਰ ਕਿਸੇ ਨੇ ਆਖਿਆ ਵੀ ਯਾਰ ਉਹ ਬੜੀ ਕਮਾਲ ਹੋ ਗਈ ਹੈ, ਉਹਦਾ ਨਾ ਨਾਲੀ ਪਿੱਛੋਂ ਐਨ ਸਾਫ਼ ਕਰ ਦਿੱਤੀ ਉਹਨਾਂ ਨੇ, ਬਣਾਤੀ ਹੈ। ਤੇ ਮੈਂ ਦੇਖ ਕੇ ਬੜਾ ਹੈਰਾਨ ਹੋਇਆ। ਮੈਂ ਬਣੀ ਦੇਖੀ, ਉਦੋਂ ਬਾਅਦ ਪਾਣੀ ਦਾ ਹਾਲਾਤ ਪੱਕੀ ਗੱਲ ਇੱਦਾਂ ਹੋਏ ਹੋਣਗੇ। ਉਹਨਾਂ ਨੇ ਵੀ ਪਿਓ ਦਾ ਪੁੱਤਾਂ ਬਿਲਕੁਲ ਜਿੱਦਾਂ ਪਹਿਲਾਂ ਬਣੀ ਉਸੇ ਤਰ੍ਹਾਂ ਹੀ ਬਣਾਈ ਐ। ਉਹ ਵੀ ਕਿਸੇ ਨੇ ਨਹੀਂ ਉਹਨਾਂ ਨੂੰ ਸਲਾਹ ਦਿੱਤੀ ਵੀ ਵੀਰ ਮੇਰਾ ਸੈੱਟ ਕਰ ਦੇ। ਹਾਂ ਵੀ ਯਾਰ ਜੇ ਪਿੱਛੋਂ ਤੋਂ ਹੀ ਪੱਧਰੀ ਬਣਾ ਲਈ ਆ, ਅੱਗੋਂ ਉੱਚੀ ਆ, ਤੇ ਇੰਨਾ ਕੁ ਥਾਂ ਵੀ ਉੱਚਾ ਕਰ ਲਓ। ਉਹਨਾਂ ਨੇ ਸਟੇਟਸ ਕੋ ਰੱਖਿਆ। ਹਾਂ, ਉਹ ਹੋ ਸਕਦਾ ਵੀ ਉਹਨਾਂ ਨੂੰ ਵਿਚਾਰਿਆਂ ਨੂੰ ਕਾਗਜ਼ਾਂ 'ਚ ਭਰੀ ਹੋਵੇ ਵੀ ਵੀਰੇ ਜਿੱਦਾਂ ਜਿਵੇਂ ਹੈ ਉੱਦਾਂ ਰਹਿਣੀ ਚਾਹੀਦੀ। ਹੁਣ ਮੈਨੂੰ ਇਹ ਆ ਵੀ ਇੰਨੀ ਕੁ ਥੋੜ੍ਹੀ ਜਿਹੀ ਸਮਝਦਾਰੀ ਜ਼ਰੂਰ ਵਰਤ ਲਿਆ ਕਰੋ ਵੀ ਹੁਣ ਗਾਂ ਜੇ ਬਣਾਉਣੀਆਂ ਤੇ ਘੱਟੋ ਘੱਟ ਉਹ ਪੈਸਾ ਲਗਾ ਕਿਤੇ ਥਾਂ ਹੀ ਲੱਗ ਜੇ। ਤੇ ਜੇ ਇਹਨਾਂ ਨੂੰ ਆਖਣਾ ਵੀ ਯਾਰ ਬਣਾਈ ਤੇ ਸੀਗੀ ਤੇ ਉਦੋਂ ਬਾਅਦ ਫੇਰ ਟੁੱਟ ਗਈ, ਤੇ ਜੇ ਉਹਦੇ ਵਿੱਚੋਂ ਕਿਸੇ ਨੇ ਇਹ ਸੋਚਿਆ ਜੇ ਹੁਣ ਟੁੱਟੂਗੀ ਨਾ ਤੇ ਫਿਰ ਬਣਾਵਾਂਗੇ ਕਿੱਦਾਂ, ਐਂ ਕਰ ਅਸੀਂ ਵੀ ਖਰਚ ਚਲਾਉਣੇ ਆ। ਪਰ ਵੀਰ ਇਹ ਹੁਣ ਜੇ ਟੁੱਟੀ ਨਾ ਤੇ ਫਿਰ ਕਿੱਦਾਂ ਫਿਰ ਗੱਡੀ ਚੱਲੂ। ਚਲੋ ਸੰਧਾਲੀਆ ਸਾਹਿਬ, ਗਰਮੀ ਬੜੀ ਹੈ। ਇਸ ਗਰਮੀ ਦੇ ਵਿੱਚ ਸਕੂਲਾਂ ਕਾਲਜਾਂ ਦੇ ਵਿੱਚ ਛੁੱਟੀਆਂ ਨੇ, ਸਰਕਾਰ ਨੇ ਸਰਕਾਰੀ ਦਫ਼ਤਰ 2 ਵਜੇ ਕਹਿਤਾ ਬੰਦ ਕਰ ਦਿਓ। ਸਰਕਾਰ ਨੇ ਇਹ ਵੀ ਲੋਕਾਂ ਨੂੰ ਕਿਹਾ ਸੀ ਕਿ ਭਾਈ ਇਸ ਟਾਈਮ ਤੇ ਘਰੋਂ ਬਾਹਰ ਨਿਕਲਣਾ ਜੇ ਜ਼ਰੂਰੀ ਨਹੀਂ ਤਾਂ ਨਾ ਨਿਕਲਿਓ, ਪੂਰੀਆਂ ਬਾਹਾਂ ਦੇ ਕੱਪੜੇ ਪਾਓ, ਪਾਣੀ ਦੀ ਬੋਤਲ ਕੋਲ ਰੱਖੋ। ਜਾਣੀ ਮਤਲਬ ਬਹੁਤ ਗਰਮੀ ਹੈ। ਦੁਪਹਿਰੇ ਲੋਕ ਕਹਿੰਦੇ ਹੁੰਦੇ ਕੋਈ ਨਹੀਂ ਭੈਣ ਜੀ ਸੜਕਾਂ ਖਾਲੀ, ਕਿਤੇ ਕੋਈ ਨਾ ਇੰਦਾ ਨਾ ਕਿਤੇ ਪਰਿੰਦਾ, ਇੱਦਾਂ ਹੁੰਦੀ ਨਾ। ਇਸ ਮੌਕੇ ਦੇ ਉੱਤੇ ਸਿਆਸੀ ਸਰਗਰਮੀਆਂ ਵੀ ਠੱਪ ਨੇ ਪੰਜਾਬ 'ਚ ਜਨਤਕ ਤੌਰ ਤੇ। ਪਰ ਇੱਕ ਸਿਆਸੀ ਪਾਰਟੀ ਰੈਲੀਆਂ ਕਰ ਰਹੀ ਹੈ ਪੰਜਾਬ ਦੇ ਵਿੱਚ, ਉਹਦਾ ਨਾਮ ਹੈ ਭਾਰਤੀ ਜਨਤਾ ਪਾਰਟੀ। ਹੁਸ਼ਿਆਰਪੁਰ ਦੇ ਵਿੱਚ JP ਨੱਡਾ ਸਾਹਿਬ ਆਉਂਦੇ ਆ, ਜਗਤ ਪ੍ਰਕਾਸ਼ ਨੱਡਾ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ, ਵੈਸੇ ਹਿਮਾਚਲ ਪ੍ਰਦੇਸ਼ ਤੋਂ ਨੇ ਪਰ ਕੌਮੀ ਪ੍ਰਧਾਨ ਨੇ ਪਿਛਲੇ ਲੰਬੇ ਸਮੇਂ ਤੋਂ। ਉਹ ਆਣ ਕੇ ਰੈਲੀ ਕਰਦੇ ਆ, ਲੋਕਾਂ ਨੂੰ ਇਕੱਠੇ ਕਰਦੇ ਆ। ਮੈਂ ਕਾਂਗਰਸ ਦੀ ਕੋਈ ਰੈਲੀ ਨਹੀਂ ਦੇਖੀ, ਮੈਂ ਅਕਾਲੀ ਦਲ ਦੀ, ਆਮ ਆਦਮੀ ਪਾਰਟੀ ਦਾ ਕੋਈ ਵੱਡਾ ਇਕੱਠ ਨਹੀਂ ਦੇਖਿਆ। ਇੰਨੀ ਗਰਮੀ ਦੇ ਵਿੱਚ ਬੰਦਾ ਹਿੰਮਤ ਵੀ ਕਿੱਦਾਂ ਕਰ ਲੂ ਕਿ ਲੋਕਾਂ ਨੂੰ ਲਿਆ ਕੇ ਉੱਥੇ ਬਿਠਾਈਏ। ਪਰ ਭਾਰਤੀ ਜਨਤਾ ਪਾਰਟੀ, ਤੁਸੀਂ ਇਹ ਦੇਖੋ ਕਿ ਸਾਲ ਰਹਿੰਦਾ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ 4 ਕੇਂਦਰੀ ਮੰਤਰੀਆਂ ਦੀ ਡਿਊਟੀ ਪਹਿਲੀ ਪੰਜਾਬ 'ਚ ਹੈ, 4। 5ਵੇਂ JP ਨੱਡਾ ਸਾਹਿਬ ਆਪ ਆ ਗਏ, ਆ ਕੇ ਰੈਲੀ ਕਰਕੇ ਗਏ। ਕਹਿੰਦੇ ਜੀ 9 ਸਾਲਾਂ ਦੇ ਵਿੱਚ ਪੰਜਾਬੀਓ, ਭਾਰਤੀਓ, ਦੇਖੋ ਅਸੀਂ ਕਿੰਨੇ ਵਧੀਆ ਕੰਮ ਕੀਤੇ। ਉਹਨਾਂ ਨੇ ਕਰਤਾਰਪੁਰ ਕੋਰੀਡੋਰ ਦਾ ਵੀ ਜ਼ਿਕਰ ਕੀਤਾ। ਕਹਿੰਦੇ ਵਿਦੇਸ਼ਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਜਿਹੜੇ ਨੇ ਉਛੜਾ ਕੇ ਮੋਦੀ ਸਾਹਿਬ ਨੇ ਭਾਰਤ ਦੇ ਵਿੱਚ ਵਾਪਸ ਲਿਆਂਦੇ ਆ। ਵਿਦੇਸ਼ ਨੀਤੀ ਦੇਖੋ ਕਿੰਨੀ ਕਮਾਲ ਦੀ ਹੋ ਗਈ ਹੈ। ਉਹ ਕਹਿੰਦੇ 1947 ਤੋਂ ਲੈ ਕੇ 2014 ਤੱਕ 74 ਏਅਰਪੋਰਟ ਭਾਰਤ ਦੇ ਵਿੱਚ ਬਣੇ, ਤੇ ਉਹਨਾਂ ਨੇ 9 ਸਾਲਾਂ ਦੇ ਵਿੱਚ 74 ਬਣਾਤੇ, ਬਰਾਬਰ ਕਰ ਦਿੱਤਾ। ਬਹੁਤ ਸਾਰੀਆਂ ਚੀਜ਼ਾਂ, ਹਾਲਾਂਕਿ ਰਾਮ ਮੰਦਿਰ ਦਾ ਮੁੱਦਾ ਵੀ ਉਹਨਾਂ ਨੇ ਚੁੱਕਿਆ। ਉਹਨਾਂ ਨੇ ਧਾਰਾ 370 ਦਾ ਵੀ ਜ਼ਿਕਰ ਕੀਤਾ ਕਿ ਅਸੀਂ ਸਪਸ਼ਟ ਫੈਸਲੇ ਲੈਣੇ ਆ, ਤੇ ਤੁਸੀਂ ਪੰਜਾਬ ਦੇ ਵਿੱਚ ਇੱਕ ਵਾਰੀ ਮੌਕਾ ਦਿਓ, ਦੇਖਿਓ ਪੰਜਾਬ ਦੀਆਂ ਬਾਰੀਆਂ ਕਰ ਦਿਆਂਗੇ ਉੱਪਰਲੇ ਪਾਸੇ ਨੂੰ ਕਿ ਵਧੀਆ ਕਰ ਦਿਆਂਗੇ। ਮੈਂ ਸੋਚ ਰਿਹਾ ਸੀ ਸੰਧਾਲੀਆ ਸਾਹਿਬ ਕਿ ਜੇ 4 ਕੇਂਦਰੀ ਮੰਤਰੀ, 5ਵੇਂ JP ਨੱਡਾ ਸਾਹਿਬ ਆਪ, ਹਫ਼ਤੇ ਤੱਕ ਅਮਿਤ ਸ਼ਾਹ ਸਾਹਿਬ ਗ੍ਰਹਿ ਮੰਤਰੀ ਸਾਹਿਬ ਖੁਦ ਆ ਰਹੇ ਨੇ ਗੁਰਦਾਸਪੁਰ ਦੇ ਵਿੱਚ। ਨਹੀਂ ਹਫ਼ਤਾ ਕਿੱਥੇ, ਮੈਂ 2 ਦਿਨ ਲੱਗੇ, 15 ਹੋ ਗਈ, 16 ਤੇ 17 ਲੰਘਣੀ, 18 ਨੂੰ ਗੁਰਦਾਸਪੁਰ। ਹੁਣ 6 ਲੀਡਰ 13 ਲੋਕ ਸਭਾ ਸੀਟਾਂ ਦੇ ਉੱਤੇ ਜੇ ਵੱਡੇ ਕੇਂਦਰ ਦੇ ਉਹਨਾਂ ਨੇ ਲਿਆ ਕੇ ਲਾਤੇ, ਤੇ ਬਾਕੀ ਪਾਰਟੀਆਂ ਜਾਂ ਪ੍ਰੈਸ ਕਾਨਫਰੰਸ ਕਰ ਰਹੀਆਂ ਜਾਂ ਵੀਡੀਓ ਬਣਾ ਕੇ ਛੱਡ ਰਹੀਆਂ, ਹੋਰ ਕੋਈ ਸਰਗਰਮੀ ਨਹੀਂ। ਮੈਨੂੰ ਨਹੀਂ ਪਤਾ ਭਾਰਤੀ ਜਨਤਾ ਪਾਰਟੀ ਦਾ ਕੀ ਬਣਨਾ ਪੰਜਾਬ 'ਚ, ਕੀ ਨਹੀਂ ਬਣਨਾ, ਪਰ ਅਗਲੇ ਕਸਰ ਨਹੀਂ ਛੱਡ ਰਹੇ। ਨਹੀਂ ਕਸਰ ਵਾਲੀ ਕੋਈ ਗੱਲ ਹੈ ਹੀ ਨਹੀਂ। ਤੁਸੀਂ ਇਹ ਦੇਖੋ ਕਿ ਇਹ ਜਿਹੜੀ ਸਰਗਰਮੀ ਹੈ ਨਾ, ਇਹ ਸਰਗਰਮੀ ਦੇ ਵਿੱਚ ਅਗਲਿਆਂ ਨੇ ਬੰਦੇ ਜਿਹੜੇ ਉਹਨਾਂ ਦੇ ਵੱਡੇ ਲੀਡਰ ਨੇ ਉਹ ਲਿਆਂਦੇ ਨੇ ਪਹਿਲਾਂ। ਆਮ ਤੌਰ ਤੇ ਜਗਤ ਪ੍ਰਕਾਸ਼ ਨੱਡਾ ਸਾਹਿਬ ਜਾਂ ਜੇ 18 ਤਰੀਕ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਸਾਹਿਬ ਖੁਦ ਆ ਰਹੇ ਆ। ਇਹ ਰੈਲੀਆਂ ਮੋਸਟਲੀ ਐਕਸਪੈਕਟਡ ਹੁੰਦੀਆਂ ਜਨਵਰੀ 2024, ਫਰਵਰੀ 2024 ਦੇ ਵਿੱਚ, ਐਨ ਮੌਕੇ ਪੀਕ ਤੇ ਇੱਕ ਸਿਖਰ ਤੇ ਵੀ ਹੁਣ ਵੀ ਮਾਰਚ ਦੇ ਵਿੱਚ ਜਾਂ ਅਪ੍ਰੈਲ 'ਚ ਚੋਣਾਂ ਨੇ, ਤੇ 3-4 ਮਹੀਨੇ ਪਹਿਲਾਂ ਤੋਂ ਰੈਲੀਆਂ ਸ਼ੁਰੂ ਕਰ ਲਓ। ਹੁਣ ਤੁਸੀਂ ਇਹ ਦੇਖੋ ਵੀ ਹੋ ਸਕਦਾ ਕਈ ਬੰਦਿਆਂ ਨੂੰ ਆਪਣੇ ਆਮ ਸਧਾਰਨ ਪੰਜਾਬ 'ਚ ਪਿੰਡਾਂ 'ਚ ਪਤਾ ਨਾ ਹੋ ਵੀ ਅਗਲੀ ਇਲੈਕਸ਼ਨ 2024 'ਚ ਡਿਊ ਆ, ਤੇ ਉਹ ਆਖਣ ਵੀ ਯਾਰ ਇਹ ਪਤਾ ਨਹੀਂ ਕਿਉਂ ਰੈਲੀ ਰੂਲੀ ਜੀ ਕਰੀ ਜਾਂਦੇ। ਪਰ ਇਹਦਾ ਮਤਲਬ ਇਹ ਹੋ ਗਿਆ ਵੀ ਜਿਹੜੇ ਵੋਟਾਂ ਪਾਉਣ ਵਾਲੇ ਉਹਨਾਂ ਨੂੰ ਅਜੇ ਪਤਾ ਵੀ ਨਹੀਂ ਵੀ ਅਸੀਂ ਪਾਉਣੀਆਂ ਜੀ, ਪਰ ਜਿਨ੍ਹਾਂ ਨੇ ਪਵਾਉਣੀਆਂ ਉਹਨਾਂ ਦਾ ਪ੍ਰਬੰਧ ਹੁਣ ਤੋਂ ਚੱਲ ਪਿਆ। ਇਹਦਾ ਮਤਲਬ ਇਹ ਹੋ ਗਿਆ ਕਿ ਵੀ ਉਹਨਾਂ ਦਾ ਵਿਜ਼ਨ, ਉਹਨਾਂ ਦਾ ਟਾਰਗੇਟ, ਉਹਨਾਂ ਦਾ ਪੈਂਡਾ ਉਹਨਾਂ ਨੇ ਕਿਵੇਂ ਤੈਅ ਕਰਨਾ ਤੇ ਕਿਹੜੀ ਚੀਜ਼ ਨੂੰ ਕਿਵੇਂ ਸਟੈਪ ਵਾਈਜ਼ ਪੂਰਾ ਕਰਨਾ, ਇਹ ਬਿਲਕੁਲ ਕਲੀਅਰ ਆ। ਇੱਕ ਚੀਜ਼ ਮੈਨੂੰ ਇਹ ਵੀ ਲੱਗਦੀ ਇਹਦੇ ਵਿੱਚ ਵੀ ਹੋ ਸਕਦਾ ਕਿ ਵੀ ਕਿਸੇ ਵੇਲੇ ਇਹ ਬੰਦੇ ਦੇ ਮਨ 'ਚ ਭੁਲੇਖਾ ਹੁੰਦਾ ਵੀ ਯਾਰ ਇਹ ਕਰੀ ਜਾਣ ਦੇ ਪਹਿਲਾਂ ਰੈਲੀਆਂ ਰੂਲੀਆਂ, ਸਾਡੀ ਪਾਰਟੀ ਬੜੀ ਪੁਰਾਣੀ, ਕਾਂਗਰਸ ਪਾਰਟੀ ਸੋਚੇ ਅਸੀਂ ਤਾਂ ਉਦੋਂ ਮੌਕੇ 'ਤੇ ਹਨੇਰੀ ਹੀ ਲਿਆ ਦੇਣੀ ਆ, ਆਮ ਆਦਮੀ ਪਾਰਟੀ ਸੋਚ ਲੈ ਸਾਡੀ ਤੇ ਸਰਕਾਰ ਹੈ ਯਾਰ ਅਸੀਂ ਤਾਂ ਉਦੋਂ ਬਸ ਦਿਨਾਂ 'ਚ ਦੇਖ ਲਈ ਹਨੇਰੀ ਲਿਆ ਦੇਣੀ, ਅਕਾਲੀ ਦਲ ਇਹ ਸੋਚੇ ਵੀ ਇਹਦੇ ਧਰਤੀ ਪੰਜਾਬੀਆਂ ਦੀ ਆ। ਜੇ ਆਪਾਂ ਗੱਲ ਕਰੀਏ ਸਿੱਖ ਭਾਈਚਾਰੇ ਦੀ, ਤੇ ਬਹੁਤਾਤ ਵੋਟ ਆ, ਕਿਸਾਨੀ ਆਲਰੇਡੀ BJP ਤੋਂ ਮੁੱਖ ਮੋੜੀ ਬੈਠੀ ਆ, ਜਦੋਂ ਪੰਥ ਦੀ ਗੱਲ ਆਪਾਂ ਤੋਰੀ ਤੇ ਉਸ ਤੋਂ ਬਾਅਦ ਵੋਟਾਂ ਸਾਡੇ ਵੱਲ ਆ ਜਾਣੀਆਂ, ਇਹਨਾਂ ਨੇ ਜੋ ਕਰਨਾ ਕਰੀਏ। ਮਤਲਬ ਜੇ ਤੇ ਉਹਨਾਂ ਦਾ ਇਹ ਥਾਟ ਪ੍ਰੋਸੈਸ ਹੈ ਉਹ ਜੀ ਸਦਕੇ ਸੋਚਣ, ਹੋ ਸਕਦਾ ਉਹ ਸਹੀ ਵੀ ਸੋਚਦੇ ਹੋਣ। ਪਰ ਕਿਸੇ ਵੇਲੇ ਇਹ ਹੁੰਦਾ ਨਾ ਵੀ ਮੰਨ ਲਓ ਅਗਲਾ ਬੰਦਾ ਆਖੇ ਵੀ ਭਾਵੇਂ ਪੱਥਰ ਹੀ ਆ, ਕੋਈ ਗੱਲ ਨਹੀਂ ਆਪਾਂ ਬੂੰਦ ਬੂੰਦ ਹੀ ਪਾਣੀ ਪਾਈ ਜਾਂਦੇ,
ਕੁਛ ਵੀ ਨਾ ਹੋਵੇ, ਇੱਕ ਇੱਕ ਬੂੰਦ ਵੀ ਅਸਰ ਪਾਉਂਦੀ ਹੈ। ਤੇ ਇੱਥੇ ਤੇ ਸੁੱਖ ਨਾਲ ਮੰਤਰੀ ਤੇ ਮੰਤਰੀ ਤੋਂ ਬਾਅਦ ਪ੍ਰਧਾਨ ਤੇ ਪ੍ਰਧਾਨ ਤੋਂ ਬਾਅਦ ਗ੍ਰਹਿ ਮੰਤਰੀ ਸਾਹਿਬ ਆਪ ਆ ਰਿਹਾ। ਇਹ ਨਾ ਹੋਵੇ ਵੀ ਇਹ ਬੰਦੇ ਇਹੋ ਸੋਚ ਰਿਹਾ ਵੀ ਕਿ ਕੀ ਫਰਕ ਪੈਣ ਡਿਆ ਤੇ ਪਤਾ ਉਦੋਂ ਲੱਗੇ ਵੀ ਯਾਰ ਇਹ ਤੇ ਹੁਣ ਸਾਰਾ ਹੀ ਫਰਕ ਪੈ ਗਿਆ, ਫਲਾਣਾ ਹੈ, ਕੀ ਕਰੀਏ ਪਤਾ ਹੀ ਨਹੀਂ ਲੱਗਾ ਕਦੋਂ ਹੋ ਗਿਆ। ਉਹ ਕਹਿੰਦੇ ਜੀ ਉਹ ਥੱਲੇ ਮਿੱਟੀ ਕਿਰਦੀ ਰਹੀ ਕਿਤੇ, ਹੁਣ ਕੰਧ ਫੇ ਵਹਿ ਹੀ ਗਈ, ਇਹਦੇ ਲਾਗੇ ਕੋਈ ਚੀਜ਼ ਨਾ ਖੜੀ ਕਰੋ ਥੱਲੇ ਆ ਜਾਊਗੀ। ਮੈਨੂੰ ਯਾਦ ਆ ਗਿਆ ਵੀ ਚਲੋ ਉਦੋਂ ਤਾਂ ਇੱਕ ਪਾਰਟੀ ਦੇ ਇੱਕ ਪ੍ਰਧਾਨ ਹੋਰਾਂ ਨੂੰ ਉਹ ਬਿਆਨ ਦੇਣਾ ਪਿਆ ਸੀ, ਬਾਕੀ ਪਾਰਟੀਆਂ ਦੇ ਬਾਕੀ ਪ੍ਰਧਾਨਾਂ ਨੂੰ ਨਾ ਬਿਆਨ ਦੇਣਾ ਪਿਆ ਜੀ। ਪ੍ਰਧਾਨ ਸੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਸਾਹਿਬ, ਤੇ ਆ ਜਿਹੜੀਆਂ ਲੰਘੀਆਂ ਜਲੰਧਰ ਵਾਲੀ ਲੋਕ ਸਭਾ ਦੀਆਂ ਚੋਣਾਂ ਨੇ, ਜ਼ਿਮਨੀ ਚੋਣ ਦੀ ਇਲੈਕਸ਼ਨ ਕਰਦਾ, ਉਹ ਕਹਿੰਦੇ ਕਿ ਵੀ ਜਿੱਦਾਂ ਨਾਲ ਬੈਠੇ ਆਪਾਂ 3 ਦਿਨ ਪਹਿਲਾਂ ਪ੍ਰੈਸ ਕਾਨਫਰੰਸ ਦੇਖੀ, ਬਿਲਕੁਲ ਨਾਲ ਦੀ ਕੁਰਸੀ ਤੇ ਬੈਠੇ ਬੰਦੇ ਜਦੋਂ ਤੀਸਰੇ ਦਿਨ ਕਿਸੇ ਹੋਰ ਪਾਰਟੀ 'ਚ ਹੋਏ, ਚੌਥੇ ਦਿਨ ਪੱਤਰਕਾਰ ਭਾਈਚਾਰੇ ਨੇ ਪੁੱਛਿਆ ਵੀ ਉਹ ਤੇ ਤੁਹਾਡੇ ਨਾਲ ਹੀ ਸੀਗੇ। ਉਹ ਯਾਰ ਕੁਛ ਪਤਾ ਲੱਗਦਾ ਅੱਜ ਕੱਲ੍ਹ ਕਿਸੇ ਦਾ ਉਹ ਜਮਾਂ ਦਿਲੋਂ ਬੋਲੇ ਸੀ ਵੀ ਯਾਰ ਧਰਮੀ ਗੱਲ ਕਿਸੇ ਦਾ ਪਤਾ ਨਹੀਂ ਲੱਗਦਾ। ਇਹ ਨਾ ਹੋਵੇ ਬਾਕੀ ਪੋਲੀਟੀਕਲ ਪਾਰਟੀਆਂ ਵਾਲੇ ਵੀ ਉਦੋਂ ਆਖਣ ਵੀ ਯਾਰ ਕਿਸੇ ਦਾ ਕੁਛ ਨਹੀਂ ਪਤਾ ਲੱਗਦਾ, ਕਿਉਂਕਿ ਜਿਹੜੇ ਦਿੱਲੀਓਂ ਚੱਲ ਕੇ ਗੇੜੇ ਮਾਰਨ ਰਹੇ ਆ, ਰੈਲੀਆਂ ਉਹਨਾਂ ਨੇ ਸ਼ੁਰੂ ਕਰ ਲਈਆਂ, ਉਹਨਾਂ ਨੇ ਹੋਰ ਨਾ ਹੋਵੇ ਨਾ ਹੋਵੇ ਵੀ ਕੋਈ ਕਿਸੇ ਤਾਰ 'ਚ ਕਰੰਟ ਆਉਂਦਾ ਭਾਵੇਂ ਨਹੀਂ ਆਉਂਦਾ, ਤਾਰ 'ਤੇ ਵਿਛਾਉਣੀ ਸ਼ੁਰੂ ਕੀਤੀ ਹੈ। 8.5 ਕਰੋੜ ਦੀ ਡਕੈਤੀ ਹੋਈ ਸੀ ਲੁਧਿਆਣੇ 'ਚ, ATM ਮਸ਼ੀਨਾਂ ਦੇ ਵਿੱਚ ਕੈਸ਼ ਪਾਉਣ ਦਾ ਕੰਮ ਜਿਹੜੀ ਕੰਪਨੀ ਕਰਦੀ ਸੀ, ਉਸ ਮੁੱਦੇ ਦੇ ਉੱਤੇ ਤਾਂ ਰੌਲਾ ਬੜਾ ਪੈ ਗਿਆ ਯਾਰ। ਦਿਨੇ ਡਾਕੇ ਪੈਣ ਲੱਗ ਪੈਣਗੇ, ਰਾਤੀਂ ਡਾਕੇ ਪੈਣ ਲੱਗ ਪੈਣਗੇ ਕਿ ਪੰਜਾਬ ਦੇ ਵਿੱਚ ਇੱਕ ਪਾਸੇ ਤੁਸੀਂ ਕਹਿੰਦੇ ਹੋ ਇਨਵੈਸਟਮੈਂਟ ਆਵੇ, ਇੱਕ ਪਾਸੇ ਕਹਿੰਦੇ ਹੋ ਕਿ ਸ਼ਾਂਤੀ ਬੜੀ ਹੈ, ਦੂਜੇ ਪਾਸੇ ਡਾਕੇ ਪਈ ਜਾਂਦੇ। ਕੀ ਕਹਾਣੀ ਕੀ ਹੋਈ? ਸੰਧਾਲੀਆ ਸਾਹਿਬ 60-70 ਘੰਟੇ ਬੀਤ ਗਏ, ਕੁਝ ਪਤਾ ਨਾ ਲੱਗੇ। ਅਚਾਨਕ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਾਹਿਬ ਦਾ ਟਵੀਟ ਆਉਂਦਾ, ਕਹਿੰਦੇ ਪਤਾ ਲੱਗ ਗਿਆ, ਵੇਰਵੇ ਜਲਦ। ਫਿਰ ਪੰਜਾਬ ਪੁਲਿਸ ਦੇ ਅਧਿਕਾਰੀ ਪ੍ਰੈਸ ਕਾਨਫਰੰਸ ਕਰਦੇ ਆ ਤੇ ਉਹਦੇ ਵਿੱਚੋਂ ਗੱਲ ਨਿਕਲਦੀ ਆ ਕਿ ਭਾਈ ਰੀਲ ਰੂਲ ਬਣਾਉਣ ਦਾ ਜਿਹੜਾ ਸ਼ੌਂਕ ਆ ਕਈ ਵਾਰੀ ਮਹਿੰਗਾ ਪੈ ਜਾਂਦਾ। ਹੁਣ ਉਹਦੇ ਵਿੱਚੋਂ ਕਈ ਕਲੂ ਮਿਲੇ ਹੋਣਗੇ, 5 ਬੰਦੇ 10 ਦੇ ਵਿੱਚੋਂ ਫੜੇ ਗਏ, 8.5 ਕਰੋੜ ਦੇ ਵਿੱਚੋਂ 6 ਕਰੋੜ ਕੈਸ਼ ਵੀ ਬਰਾਮਦ ਹੋ ਗਿਆ। ਉਹ ਮੀਡੀਆ ਦੇ ਸਾਹਮਣੇ ਰੱਖ ਵੀ ਦਿੱਤਾ, ਫੋਟੋ ਜਾਰੀ ਕਰ ਦਿੱਤੀਆਂ। 5 ਬੰਦੇ ਜਿਹੜੇ ਫੜੇ ਸੀ ਉਹ ਵੀ ਪੇਸ਼ ਕਰ ਦਿੱਤੇ, 5 ਹੋਰ ਫੜਨੇ ਆ। ਇੱਕ ਤਾਂ ਬੰਦਾ ਕਹਿੰਦੇ ਜੀ ਕੰਪਨੀ ਦਾ ਡਰਾਈਵਰ ਹੀ ਨਿਕਲਿਆ, ਉਹਨੂੰ ਪਤਾ ਹੋਊਗਾ ਕਿ ਕੀ ਹੁੰਦਾ। ਦੂਸਰੀ ਇੱਕ ਬੀਬੀ ਨਾਲ ਰਲੀ ਹੋ ਸੀ, ਨੌਜਵਾਨ ਔਰਤ ਦਾ ਕੰਮ ਇਹ ਸੀ, ਉਹ ਬੰਦਾ ਛੇਤੀ ਅਮੀਰ ਹੋਣਾ ਚਾਹੁੰਦਾ ਸੀ, ਪਹਿਲਾਂ ਬਾਹਰ ਬੂਰ ਜਾਣਾ ਚਾਹੁੰਦਾ ਸੀ, ਰੁਪਈਏ ਧੇਲੇ ਇਕੱਠੇ ਕਰ ਲਈਏ। ਉਹ ਬੀਬੀ ਨਾਲ ਰਲਾ ਲਈ, ਬੀਬੀ ਨੇ 8 ਬੰਦੇ ਹੋਰ ਨਾਲ ਜੁੱਟ ਬਣਾਇਆ। ਫਿਰ ਤੁਸੀਂ ਦੇਖੋ ਕਿ ਕਿੰਨੀ ਸਾਫਾਈ ਦੇ ਨਾਲ ਸਾਰਾ ਕੁਝ ਕੀਤਾ। ਪਹਿਲਾਂ ਤਾਂ ਸ਼ੁੱਕਰਵਾਰ ਨੂੰ ਡਕੈਤੀ ਕਿਉਂ ਕੀਤੀ? ਉਹ ਕਹਿੰਦੇ ਜੀ ਪਤਾ ਸੀ ਕਿ ਸ਼ਨੀਵਾਰ ਐਤਵਾਰ ਨੂੰ ATM ਮਸ਼ੀਨਾਂ ਦੇ ਵਿੱਚ ਕੈਸ਼ ਨਹੀਂ ਪਾਉਂਦੇ, ਸ਼ੁੱਕਰਵਾਰ ਨੂੰ ਜ਼ਿਆਦਾ ਪਾ ਦਿੰਦੇ, ਤੇ ਉਦੋਂ ਹੀ ਸਭ ਤੋਂ ਵੱਧ ਕੈਸ਼ ਕੰਪਨੀ ਦੇ ਕੋਲ ਹੁੰਦਾ, ਤੇ ਇੱਕ ਵਾਰੀ ਫਿਰ ਹੱਥ ਮਾਰਨਾ ਤਾਂ ਵੱਡਾ ਮਾਰੀਏ। ਦੂਸਰਾ ਸਾਰਾ ਕੁਝ ਪਤਾ ਸੀ ਕਿ ਕਿੱਧਰਲੇ ਪਾਸੇ ਕੈਸ਼ੀਅਰ ਬਹਿੰਦਾ, ਅਲਮਾਰੀਆਂ ਕਿੱਥੇ ਨੇ, DVR ਕਿੱਥੇ ਪਏ, CCTV ਕੈਮਰਿਆਂ ਦੇ ਉਹ ਜਿਹੜਾ ਸਾਇਰਨ ਜਿਹਾ ਲੱਗਾ ਉਹਦੀਆਂ ਤਾਰਾਂ ਕਿੱਥੋਂ ਪੱਟਣੀਆਂ, ਸਾਰਾ ਕੁਝ ਉੱਦਾਂ ਹੀ ਹੋਇਆ। ਫਿਰ ਮੁਸਤੈਦੀ ਇੰਨੀ ਸੀ ਕਿਉਂਕਿ 6 ਮਹੀਨੇ ਹੋ ਗਏ ਇਸ ਯੋਜਨਾ ਬਣਦੀ ਨੂੰ। ਇੱਕ ਵੀ ਬੰਦੇ ਨੇ ਡਾਕਾ ਮਾਰਨ ਤੋਂ ਪਹਿਲਾਂ, ਡਾਕਾ ਮਾਰਨ ਦੇ ਦੌਰਾਨ, ਡਾਕਾ ਮਾਰਨ ਤੋਂ ਬਾਅਦ ਮੋਬਾਈਲ ਨਹੀਂ ਵਰਤਿਆ ਕਿ ਭਾਈ ਅਸਲੀ ਅੜਿੱਕਾ ਉੱਥੋਂ ਆ ਜਾਂਦਾ। ਪਰ ਉਹਨਾਂ ਦੇ ਵਿੱਚੋਂ ਇੱਕ ਨੂੰ ਥੋੜ੍ਹਾ ਜਿਹਾ ਸ਼ੌਕ ਸੀ, ਵੈਸੇ ਵੀ ਹੁੰਦਾ ਨਾ ਕਿ ਭਾਈ ਜਿੰਨੇ ਕਦੇ ਕੁਛ ਮੇਰੇ ਵਰਗੇ ਨੇ ਵੇਖਿਆ ਨਾ ਹੋਵੇ, ਤੁਸੀਂ ਮੇਰੀ ਜੇਬ ਦੇ ਵਿੱਚ ਪਾਓ $100 ਦੇ ਥੋੜ੍ਹਾ ਜਿਹਾ ਨੋਟ, ਹੋ ਸਕਦਾ ਤੁਹਾਡੇ ਗਲ ਪੈ ਜਾਵਾਂ ਅੱਧੇ ਘੰਟੇ ਨੂੰ। ਉਹਨੇ ਡੈਸ਼ਬੋਰਡ ਕਾਰ ਦੇ ਉੱਤੇ 500 ਦੀਆਂ ਥੋੜ੍ਹੀਆਂ ਥਈਆਂ ਰੱਖੀਆਂ, ਹੱਥ 'ਚ ਫੜ ਕੇ ਰੀਲ ਬਣਾ ਕੇ ਪਾਤੀ। ਹੁਣ ਚਲੋ ਰੀਲ ਬਣਾ ਕੇ ਪਾਤੀ, ਠੀਕ ਹੈ, ਸੋਸ਼ਲ ਮੀਡੀਆ ਦੇ ਉੱਤੇ। ਹੁਣ ਭਾਈ ਅਗਲੇ ਵੀ ਜਾਂਚ ਪੜਤਾਲ ਕਰਦੇ ਆ, ਉਹਨਾਂ ਨੇ ਵੀ ਉਸ ਡਕੈਤੀ ਤੋਂ ਬਾਅਦ ਜਿੰਨੀਆਂ ਕਿ ਇੱਦਾਂ ਦੀਆਂ ਕੈਸ਼ ਦੀਆਂ ਰੀਲਾਂ ਸੋਸ਼ਲ ਮੀਡੀਆ 'ਤੇ ਹੋਣੀਆਂ ਦੇਖੀਆਂ ਹੋਣੀਆਂ, ਉੱਥੋਂ ਕਹਿੰਦੇ ਥੋੜ੍ਹੀ ਜਿਹੀ ਕੰਸੋਲ ਲੱਗੀ। ਫਿਰ ਜਿਹੜੇ ਇਲਾਕੇ ਦੇ ਉੱਤੇ ਸ਼ੱਕ ਸੀ ਉੱਥੇ ਵੀ ਸਿਵਲ ਵਰਦੀ 'ਚ ਬੰਦੇ ਛੱਡੇ ਹੋਣੇ ਆ। ਅਚਾਨਕ ਪੁਲਿਸ ਨੂੰ 3 ਬੰਦੇ ਝਾੜੀਆਂ ਜਿਹੀਆਂ 'ਚ ਬੈਠੇ ਲੱਭੇ। ਉਹ ਕੀ ਕਰਦੇ, ਉਹ ਭੰਗ ਮਲਦੇ ਜੀ, ਮਾੜੇ ਜਿਹੇ ਤੱਤੇ ਉੱਤੇ ਕੀਤੇ ਹੋਣੇ ਆ। ਫਿਰ ਦੱਸਦਾ ਉਹਨਾਂ ਨੇ ਭੰਗ ਨਹੀਂ ਮਲਦੇ ਸੀ ਜੀ, ਕੈਸ਼ ਚੱਕਣ ਆਏ ਸੀ। ਫਿਰ ਉਹਨਾਂ ਨੇ ਦੱਸਿਆ ਕਿ ਆਹ 10 ਬੰਦੇ ਆ ਅਸੀਂ, ਇੱਦਾਂ ਯੋਜਨਾ ਬਣੀ ਹੈ ਤੇ ਇਸ ਤਰੀਕੇ ਦੇ ਨਾਲ ਅਸੀਂ ਕੈਸ਼ ਥੋੜ੍ਹਾ ਜਿਹਾ ਲੈ ਗਿਆ ਸੀ, ਬਾਕੀ ਉਹ 'ਚ ਰੱਖਿਆ ਸੀ ਕਿ ਫੜ ਹੋ ਜਾਣਾ। ਹੁਣ ਇੱਕ ਦਾ ਬੈਗ ਹੋਰ ਚੱਕਣ ਆਏ ਸੀ ਤੇ ਤੁਸੀਂ ਅੜਿੱਕੇ ਲੈ ਆਉਂਦੇ ਆ। ਫਿਰ ਇੱਕ ਜਗ੍ਹਾ ਤੇ ਛਾਪਾ ਮਾਰਿਆ, ਉਹਨੇ ਦੱਸਣ ਤੇ 10 ਲੱਖ ਰੁਪਈਆ ਇੱਕ ਬਾਕਸ ਬੈੱਡ ਦੇ ਵਿੱਚੋਂ ਲੱਭਾ। 5 ਬੰਦੇ ਹੌਲੀ ਇਕੱਠੇ ਕਰ ਲਏ, 5 ਫਰਾਰ ਨੇ। ਹੁਣ ਤੁਸੀਂ ਸੰਧਾਲੀਆ ਸਾਹਿਬ ਦੇਖੋ, 6 ਕਰੋੜ ਕੈਸ਼ ਬਰਾਮਦ ਹੋ ਗਿਆ। ਇੱਥੇ ਵੀ ਕਹਿੰਦੇ ਥੋੜ੍ਹਾ ਜਿਹਾ ਝੋਲ ਹੈ। ਕੰਪਨੀ ਵਾਲੇ 8.5 ਕਰੋੜ ਤੋਂ ਉੱਪਰ ਦੱਸਦੇ ਆ। ਉਹਨਾਂ ਦੇ ਵਿੱਚੋਂ ਇੱਕ ਬੰਦੇ ਨੇ ਸ਼ਾਇਦ ਕਿਹਾ ਕਿ 2 ਝੋਲਿਆਂ ਦੇ ਵਿੱਚ 3-3 ਕਰੋੜ ਸੀ ਜੀ, 6 ਕਰੋੜ ਉਹ, ਇੱਕ ਝੋਲੇ ਦੇ ਵਿੱਚ ਤਾਂ DVR ਸੀ, ਉਹ ਤੀਜਾ ਬਾਕੀ ਕੈਸ਼ ਦਾ ਨਹੀਂ ਪਤਾ। ਉਹ ਪੁਲਿਸ ਵਾਲੇ ਨੇ ਵੀ ਕਿਹਾ ਚਲੋ ਬਾਕੀ ਬੰਦੇ ਫੜ ਲੈਣ ਦਿਓ, ਸ਼ਾਇਦ ਉਹਨਾਂ ਦੇ ਕੋਲ ਕੋਈ ਜਾਣਕਾਰੀ ਹੋਵੇ। ਪਰ ਚੰਗਾ ਹੋਇਆ ਵੇਲੇ ਸਿਰ ਬੰਦੇ ਫੜੇ ਗਏ ਆ, ਕੈਸ਼ ਬਰਾਮਦ ਹੋ ਗਿਆ ਬਹੁਤਾ। ਇਹਦੇ ਨਾਲ ਘੱਟੋ ਘੱਟ ਹੋਰ ਜਿਹੜੇ ਬੰਦੇ ਉਦਣ ਦੇ ਬੁਣਤੀਆਂ ਬੁਣਦੇ ਹੋਣ, ਯਾਰ ਵੱਡਾ ਹੱਥ ਇੱਕ ਵਾਰੀ ਮਾਰੀਏ, ਦਿਹਾੜੀਆਂ ਕਰਨ ਦਾ ਕੋਈ ਫਾਇਦਾ ਨਹੀਂ। ਸ਼ਾਇਦ ਉਹਨਾਂ ਨੂੰ ਹੁਣ ਹੱਥ ਲੱਗ ਗਿਆ ਹੁਣ ਕਿ ਭਾਈ ਚੁੱਪ ਕਰਕੇ ਦਿਹਾੜੀ ਕਰ ਲਓ, ਚੁੱਪ ਕਰਕੇ ਹੈਂਡ ਟੂ ਮਾਊਥ ਭਾਵੇਂ ਰਹੀਏ ਪਰ ਕੁੱਟ ਤੋਂ ਬਚ ਲਾਂਗੇ। ਮੇਰਾ ਖਿਆਲ ਜਿੱਦਣ ਇਹ ਗੱਲ ਹੋਈ ਸੀ ਉਦੋਂ ਆਪਾਂ ਜਗਦੇ ਜੇ ਗੱਲ ਕਹੀ ਸੀ
ਕਿਉਂਕਿ ਆਪਾਂ ਨੂੰ ਇਹ ਸੀ ਵੀ ਆਪਾਂ ਕਹਿ ਦਈਏ ਵੀ ਯਾਰ ਬੰਦਾ ਕੋਈ ਨਹੀਂ ਅੰਦਰੋਂ ਹੀ ਹੁੰਦਾ ਤੇ ਕਿਸੇ ਵੇਲੇ ਅਗਲਾ ਗੁੱਸਾ ਕਰ ਜੇ ਵੀ ਸਾਡੀ ਇਮਾਨਦਾਰੀ ਤੇ ਸ਼ੱਕ ਕਰਦੇ ਹੋ ਜੀ। ਪਰ ਅਖੀਰ ਇਮਾਨਦਾਰੀ ਤੇ ਉਹ ਕਹਿੰਦਾ ਵੀ ਇਮਾਨਦਾਰੀ ਗਈ ਤੇਲ ਲੈਣ ਵੀਰ ਮੇਰੇ, ਜਦੋਂ ਭੁੱਖੇ ਮਰਨਾ ਕੁਛ ਨਾ ਕੁਛ ਤੇ ਚੁੱਕਣਾ ਹੀ ਪੈਣਾ ਜੀ। ਹੁਣ ਜਿੱਦਾਂ ਚਲੋ ਇਹ ਗੱਲ ਨਿਕਲ ਆਈ ਵਿੱਚੋਂ ਵੀ ਬੰਦਾ ਅੰਦਰੋਂ ਹੀ ਨਿਕਲ ਆ ਗਿਆ, ਉਹ ਜਿੱਦਾਂ ਜਿਸ ਹਿਸਾਬ ਨਾਲ ਸਫਾਈ ਨਾਲ ਕੰਮ ਜਿੰਨੀ ਕੁ ਛੇਤੀ ਉਹਨਾਂ ਨੇ ਕਰ ਲਿਆ ਸੀ। ਆਪਾਂ ਉਦੋਂ ਵੀ ਜ਼ਿਕਰ ਕੀਤਾ ਸੀ, ਮੈਨੂੰ ਵਰਡ ਵੀ ਯਾਦ ਹੈ ਵੀ ਯਾਰ ਆਪਾਂ ਨੂੰ ਕਿਸੇ ਉੱਪਰੇ ਥਾਂ ਜਾਣਾ ਪੈ ਜੇ ਤੇ ਕਿਤੇ ਰਾਤ ਨੂੰ ਤੁਸੀਂ ਪਏ ਹੋ ਤੇ ਬੰਦਾ ਉੱਠ ਕੇ ਕਮਰੇ 'ਚ ਰਾਤ ਨੂੰ ਸੋਚ ਹੀ ਲੱਭਦਾ ਹੁੰਦਾ ਵੀ ਬਲਬ ਕਿੱਥੋਂ ਜਗਦਾ ਯਾਰ। ਤੇ ਜੇ ਆਪਾਂ ਨੂੰ ਇੱਕ ਐਸੀ ਥਾਂ ਦਾ ਪਤਾ ਜਿੱਥੇ ਕਰੋੜਾਂ ਰੁਪਈਆ ਪਿਆ, ਉੱਥੇ ਸਿਕਿਉਰਿਟੀ ਵੀ ਆ, ਸਾਇਰਨ ਵੀ ਆ, ਕੈਮਰੇ ਵੀ ਲੱਗੇ ਆ, ਤੇ ਆਪਾਂ ਸਾਰਾ ਕੁਛ ਐਂ ਨੱਪ ਕੇ ਕਰਕੇ ਉਸ ਤੋਂ ਬਾਅਦ ਗੱਡੀ ਦੀ ਚਾਬੀ ਲੈ ਕੇ ਗੇਟ ਖੋਲ੍ਹ ਕੇ ਤੇ ਫੁਰ ਵੀ ਹੋ ਜਾਈਏ ਤੇ ਅਗਲੇ ਨੂੰ ਆਖੇ ਵੀ ਯਾਰ ਅੱਛਾ ਕਮਾਲ ਹੋ ਗਈ, ਕੁਛ ਤੇ ਤਾਰ ਹੋਊਗੀ। ਹੁਣ ਚਲੋ ਇਹ ਸਾਰੇ ਕੁਛ ਉਹ ਤੇ ਗੱਲ ਹੋ ਸਕਦਾ ਵੀ ਪੁਲਿਸ ਨੂੰ ਵੀ ਪਤਾ ਹੋਵੇ ਵੀ ਬੰਦਾ ਕੋ ਅੰਦਰੋਂ ਹੋਣਾ, ਪਰ ਇੱਕ ਚੀਜ਼ ਵੇਖੋ ਇੱਥੋਂ ਗੱਲ ਕਲੀਅਰ ਹੋ ਗਈ। ਕਿਸੇ ਵੇਲੇ ਤੁਸੀਂ ਕਹਿੰਦੇ ਵੀ ਯਾਰ ਹਰੇਕ ਬੰਦਾ ਅਮੀਰ ਹੋਣਾ ਚਾਹੀਦਾ, ਹਰੇਕ ਬੰਦੇ ਕੋਲ ਪੈਸਾ ਹੋਣਾ ਚਾਹੀਦਾ। ਇਹ ਪੈਸਾ ਵੀ ਮੈਨੂੰ ਲੱਗਦਾ ਹੁੰਦਾ WhatsApp ਪਹਿਲਾਂ ਹਾਜ਼ਮਾ ਮੰਗਦਾ, ਪਹਿਲਾਂ ਬੰਦੇ ਨਾਲ ਲੀਵਰ ਕੰਮ ਕਰਨਾ ਚਾਹੀਦਾ। ਕਹਿੰਦਾ ਵੀ ਲੀਵਰ ਕਮਜ਼ੋਰ ਆ, ਲੀਵਰ ਨੂੰ ਹਰੇਕ ਚੀਜ਼ ਨਹੀਂ ਪਚਦੀ। ਹੁਣ ਕਿਸੇ ਉਹਨੂੰ ਬੰਦੇ ਨੂੰ ਨਹੀਂ ਪਚੇ ਵਿਚਾਰੇ ਗਰੀਬ ਨੂੰ 500 ਵਾਲੇ ਕਹਿੰਦਾ ਤੇਰਾ ਭਲਾ ਇੰਨੇ ਗੁਰੂਆ ਨੋਟ ਇਹਨਾਂ ਦਾ ਕਰੀਏ ਕੀ ਹੁਣ ਉਹਦੇ ਹਾਜ਼ਮੇ ਕਮਜ਼ੋਰੀ ਦਾ ਕਰਕੇ ਉਹ ਫਸ ਗਿਆ। ਉਹਨਾਂ ਨੂੰ ਚਾਹੀਦਾ ਸੀ ਜਿਹੜੇ ਬੰਦੇ ਨੇ ਪਲੈਨਿੰਗ ਕੀਤੀ, ਜਿਹੜਾ ਬੰਦਾ ਵੀ ਨਾੜ ਲਾਉਣਾ ਸੀਗਾ, ਹੋ ਸਕਦਾ ਉਹਨੂੰ ਸੁਪਨੇ ਵੱਡੇ ਵਿਖਾਏ ਹੋਣ ਵੀ ਵੀਰ ਮੇਰਾ ਇੰਨੇ ਲੱਖ ਤੇਰੇ ਕੋਲ ਆ ਜਾਣਾ ਜਾਂ ਇੰਨੇ ਕਰੋੜ ਤੇਰੇ ਕੋਲ ਆ ਜਾਣਾ ਤੇ ਤੂੰ ਫਿਰ ਉਦੋਂ ਨਜ਼ਾਰੇ ਲਈ, ਹੈ ਨਾ। ਹੋ ਸਕਦਾ ਵੀ ਉਹਦਾ ਇਹ ਨਾ ਚੈੱਕ ਕੀਤਾ ਹੋਵੇ ਵੀਰ ਮੇਰਾ ਵੀ ਆ ਤੇ ਜਾਣਾ ਵੀ ਪਚਾ ਵੀ ਲਊਗੇ, ਹੈ ਨਾ। ਇਹ ਉਹ ਗੱਲ ਹੋ ਗਈ ਵੀ ਜਿੱਦਾਂ ਹੁਣ ਮੰਨ ਲਓ ਵੀ ਆਪਾਂ ਦੋਵੇਂ ਵੀਰ ਪੈਸੇ ਪਾ ਕੇ ਭਾਵੇਂ ਕਿਲੋ ਗਿਰੀਆਂ ਲੈ ਆਈਏ ਤੇ ਮੈਂ ਵੀ ਆਖਾਂ ਵੀ 15 ਮੈਂ ਖਾਣੀਆਂ 15 ਬਾਟ ਤੂੰ ਖਾਣੀਆਂ, ਫਿਰ 15 ਮੈਂ ਖਾਣੀਆਂ 15 ਬਾਟ ਤੂੰ ਖਾਣੀਆਂ, ਤੇ ਤੀਜੇ ਦਿਨ ਆਪਾਂ ਫੜੇ ਜਾਈਏ ਕੋਈ ਆਪਾਂ ਨੂੰ ਦੱਸੇ ਨਾ, ਉਹ ਕਹਿੰਦੇ ਕੁਛ ਨਹੀਂ ਪਹਿਲੇ ਗਰਮੀ ਪੈ ਗਈ ਬਾਹਰ ਦੇ ਲੀਵਰ 'ਚ ਹਟਿਆ ਨਹੀਂ ਨਹੀਂ ਮੈਂ 15 ਕਿਲੋ ਸਰ 2 ਮੁੜ ਕੇ ਵੀ ਖਾ ਲਿਆ ਕਰਾਂ ਜਾ ਕੇ। ਉਹ ਕੰਮ ਇੱਥੇ ਹੋਇਆ ਵੀ ਚਲੋ ਅਖੀਰ ਜੇ ਕਰ ਹੀ ਲਿਆ ਸੀ ਕੰਮ ਤੇ ਉਹ ਮਾਤੜ ਬੰਦੇ ਕੋਲੋਂ ਨਹੀਂ ਸਾਂਭੇ ਗਏ ਨੇ ਪੈਸੇ। ਪਰ ਇੱਕ ਚੀਜ਼ ਜਿਹੜੀ ਤੁਸੀਂ ਕਹੀ ਉਹ ਮੈਨੂੰ ਲੱਗਦਾ ਕਲੀਅਰ ਆ ਕਿ ਹੁਣ ਉਹ ਜ਼ਮਾਨਾ ਨਹੀਂ ਰਿਹਾ ਵੀਰ ਮੇਰੇ ਕਿ ਜਦੋਂ ਤੁਸੀਂ ਘੋੜਿਆਂ ਤੇ ਆਏ ਲੁੱਟ ਕੀਤੀ ਤੇ ਘੋੜੇ ਲੈ ਕੇ ਨਿਕਲ ਗਏ। ਹੁਣ ਤਾਂ ਡਿਜੀਟਲ ਯੁੱਗ ਆ, ਕਿਤੇ ਨਾ ਕਿਤੇ ਕੋਈ ਨਾ ਕੋਈ ਤਾਰ ਕਿਸੇ ਨਾ ਕਿਸੇ ਪਾਸੇ ਜੁੜ ਜਾਂਦੀ ਆ ਤੇ ਕਾਬੂ ਕਰ ਲੈਂਦੇ ਆ। ਇਹਦੇ 'ਚ ਮੇਰੇ ਖਿਆਲ ਨਾਲ ਜਿਹੜੀ ਸਿਫਾਰਿਸ਼ ਉਹ ਕੰਪਨੀ ਦੀ ਉਹ ਆਉਂਦੇ ਵੀ ਇਹਨਾਂ ਦੇ ਲਾਇਸੈਂਸ ਜਿਹਾ ਰੱਦ ਕਰੋ, ਇਹ ਵੀ ਉੱਦਾਂ ਦੇ ਅਪ ਟੂ ਦਾ ਮਾਰਕ ਹੈ ਨਹੀਂ ਸੀਗਾ। ਉਹਦੇ 'ਤੇ ਵੀ ਜ਼ਰੂਰ ਪੁਲਿਸ ਧਿਆਨ ਦੇਵੇ। ਈਵਨ ਇਹ 'ਤੇ ਨਾ ਦੇਵੇ, ਜਿੰਨੀਆਂ ਪੰਜਾਬ 'ਚ ਇਹੋ ਜਿਹੀਆਂ ਥਾਵਾਂ ਨੇ ਜਿੱਥੇ ਕੈਸ਼ ਦਾ ਕੰਮ ਹੁੰਦਾ, ਜ਼ਰੂਰ ਉਹਨਾਂ ਨੂੰ ਇੱਕ ਨਾ ਦੁਬਾਰਾ ਰਿਵਿਊ ਕੀਤਾ ਜਾਵੇ ਵੀ ਵੀਰ ਮੇਰੇ ਤੁਹਾਡੀ ਸਿਕਿਉਰਿਟੀ ਸਿਸਟਮ, ਤੁਹਾਡੀਆਂ ਕੰਧਾਂ ਕੌਲੇ ਸੇਫਾਂ ਸਾਰਾ ਕੁਝ ਸਿਕਿਉਰ ਹੈਗਾ ਕਿ ਨਹੀਂ। ਜ਼ਰੂਰੀ ਹੈ। 2 ਚਿੱਠੀਆਂ ਪੰਜਾਬ ਤੋਂ ਗਈਆਂ ਨੇ, ਇੱਕ ਚੰਡੀਗੜ੍ਹ ਨੂੰ ਗਈ ਆ, ਇੱਕ ਦਿੱਲੀ ਨੂੰ ਗਈ ਆ। ਪਹਿਲਾਂ ਆਪਾਂ ਚੰਡੀਗੜ੍ਹ ਵਾਲੀ ਚਿੱਠੀ ਦਾ ਜ਼ਿਕਰ ਕਰਦੇ ਹਾਂ। ਓਕੇ। ਬਿਕਰਮ ਸਿੰਘ ਮਜੀਠੀਆ ਸਾਹਿਬ ਸਾਬਕਾ ਕੈਬਨਿਟ ਮੰਤਰੀ ਨੇ, ਅਕਾਲੀ ਦਲ ਦੇ ਵੱਡੇ ਲੀਡਰ ਨੇ, ਉਹਨਾਂ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਸਾਹਿਬ ਨੂੰ ਇੱਕ ਚਿੱਠੀ ਲਿਖ ਕੇ ਬੇਨਤੀ ਕੀਤੀ। ਉਹ ਕਹਿੰਦੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਸਾਹਿਬ ਦੇ ਮਸਲੇ ਤੇ ਜਿਹੜੇ ਮੁੰਡੇ ਨੇ ਆਪਣੀ ਸ਼ਿਕਾਇਤ ਵਾਪਸ ਲਈ ਆ ਜਾਂ ਇਹ ਕਿਹਾ ਕਿ ਮੈਂ ਕਾਰਵਾਈ ਨਹੀਂ ਕਰਾਉਣਾ ਚਾਹੁੰਦਾ, ਉਹ ਕਹਿੰਦੇ ਜੀ ਮੁੰਡੇ ਤੇ ਦਬਾਅ ਪਾਇਆ ਗਿਆ, ਮੁੰਡੇ ਤੇ ਪ੍ਰੈਸ਼ਰ ਪਾਇਆ ਗਿਆ। ਉਹ ਕਹਿੰਦੇ ਰਾਜਪਾਲ ਸਾਹਿਬ ਮੈਂ ਬੇਨਤੀ ਕਰਦਾ ਤੁਸੀਂ ਆਪਣੇ ਪੱਧਰ ਦੇ ਉੱਤੇ ਜਾਂਚ ਕਰਾਓ ਕਿ ਕਿਹਨਾਂ ਬੰਦਿਆਂ ਨੇ ਉਸ ਮੁੰਡੇ ਦੇ ਉੱਤੇ ਦਬਾਅ ਪਾਇਆ ਸ਼ਿਕਾਇਤ ਵਾਪਸ ਲੈਣ ਦੇ ਲਈ, ਉਹਨੂੰ ਦਬਾ ਲਿਆ ਇਹਨਾਂ ਨੇ। ਤੇ ਦੂਸਰਾ ਉਹਨਾਂ ਨੇ ਕਿਹਾ ਕਿ ਮੈਂ ਤਾਂ ਇਹ ਵੀ ਬੇਨਤੀ ਕਰਦਾ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਕਿ ਲਾਲਚੰਦ ਕਟਾਰੂ ਚੱਕ ਹੋਰਾਂ ਦਾ ਬਾਈਕਾਟ ਕਰੋ, ਜਿੱਥੇ ਵੀ ਕਿਤੇ ਉਹਨਾਂ ਦਾ ਪ੍ਰੋਗਰਾਮ ਹੁੰਦਾ ਉੱਥੇ ਜਾ ਕੇ ਰੋਸ ਮੁਜ਼ਾਹਰੇ ਕਰੋ, ਸਾਰੀਆਂ ਪਾਰਟੀਆਂ ਇੱਕ ਹੋ ਜਾਓ ਕਹਿੰਦੇ ਇਸ ਮੁੱਦੇ ਦੇ ਉੱਤੇ। ਤੇ ਤੀਸਰਾ ਉਹਨਾਂ ਨੇ ਇੱਥੋਂ ਤੱਕ ਵੀ ਕਿਹਾ ਕਿ ਇਸ ਮੁੱਦੇ ਦੇ ਉੱਤੇ ਉਹਨਾਂ ਸਾਰੇ ਲੋਕਾਂ ਤੇ ਪਰਚਾ ਹੋਣਾ ਚਾਹੀਦਾ, ਉਹਨਾਂ ਸਾਰੇ ਲੋਕਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਲੋਕਾਂ ਨੇ ਉਸ ਮੁੰਡੇ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਪਾਤਾ। ਤੇ ਉਹ ਕਹਿੰਦੇ SIT ਤਾਂ ਕਲੀਨ ਚਿੱਟ ਦੇਣ ਲਈ ਬਣਾਈ ਗਈ ਸੀ, ਹੋਰ ਕੋਈ ਗੱਲ ਨਹੀਂ। ਹੁਣ ਰਾਜਪਾਲ ਸਾਹਿਬ ਤਾਂ ਇਸ ਮੁੱਦੇ ਤੇ ਪਹਿਲਾਂ ਹੀ ਤੱਤੇ ਹੁੰਦੇ ਆ। ਮਜੀਠੀਆ ਸਾਹਿਬ ਦੀ ਇੱਕੋ ਇੱਕ ਚਿੱਠੀ ਹੈ ਹੁਣ ਤੱਕ ਦੀ ਉਸ ਮੁੰਡੇ ਦੇ ਕਾਰਵਾਈ ਨਾ ਕਰਾਉਣ ਦੇ ਦਾਅਵੇ ਤੋਂ ਬਾਅਦ ਜਿਹੜੀ ਰਾਜਪਾਲ ਸਾਹਿਬ ਕੋ ਗਈ ਹੈ। ਪ੍ਰਤੀਕਿਰਿਆ ਕੀ ਆਉਂਦੀ ਹੈ ਉਡੀਕ ਕਰਾਂਗੇ। ਦੇਖੋ ਜੇ ਪਹਿਲੀ ਨਜ਼ਰੇ ਵੇਖਿਆ ਜਾਵੇ ਤੇ ਪ੍ਰਭਾਵ ਤੇ ਹੀ ਜਾਂਦਾ ਨਾ ਵੀ ਹਾਂ ਯਾਰ ਕੋਈ ਦਬਾਅ ਵਾਲੀ ਗੱਲ ਹੋ ਸਕਦੀ ਹੈ ਵੀ ਜੇ ਪਹਿਲਾਂ ਉਹ ਬੰਦਾ ਇੰਨਾ ਵੀਡੀਓ ਜਿਹੜੀ ਉਹਦੀ ਪਹਿਲੀ ਵੀਡੀਓ ਲੋਕਾਂ ਨੇ ਦੇਖੀ ਹੋਵੇ ਇਹਦੇ ਚੋਂ ਯਾਨੀ ਦਬਾਅ ਜ਼ਰੂਰ ਸੀ ਜਾਂ ਪਹਿਲਾਂ ਸੀ ਜਾਂ ਹੁਣ। ਹਾਂ ਮਤਲਬ ਪਹਿਲੀ ਵੀਡੀਓ ਦੇਖੀ ਹੋਵੇ ਉਦੋਂ ਲੋਕ ਕੁਝ ਕਹਿੰਦੇ ਸੀ ਵੀ ਯਾਰ ਇਹ ਆਪਣੇ ਆਪ ਨਹੀਂ ਬੋਲਦਾ, ਇਹਨੂੰ ਕੋਈ ਬੁਲਾਉਂਦਾ, ਕੋਈ ਦਬਾਅ ਆ। ਹੁਣ ਪਤਾ ਨਹੀਂ ਵੀ ਉਦੋਂ ਦਬਾਅ ਸੀ ਜਾਂ ਉਸ ਤੋਂ ਬਾਅਦ ਜਦੋਂ ਸਾਰੀ ਗੱਲਬਾਤ ਹੋਈ ਹੋਵੇ ਤੇ ਹੁਣ ਉਹ ਜਿੱਦਾਂ ਕਹਿੰਦਾ ਵੀ ਮੈਨੇ ਕਾਰਵਾਈ ਕਰਾਉਣੀ ਕੋਈ ਨਹੀਂ ਜੀ, ਮੈਨੂੰ ਨਾ ਤਾਂ ਸਿਕਿਉਰਿਟੀ ਨਹੀਂ ਚਾਹੀਦੀ, ਮੇਰਾ ਕੋਈ ਰੌਲਾ ਹੀ ਨਹੀਂ, ਮੈਨੂੰ ਖਤਰਾ ਹੀ ਕੋਈ ਨਹੀਂ। ਹੋ ਸਕਦਾ ਵੀ ਹੁਣ ਦਬਾਅ ਹੋਵੇ, ਦੋਵਾਂ 'ਚੋਂ ਕਿਤੇ ਨਾ ਕਿਤੇ ਦਬਾਅ ਹੈਗਾ। ਪਰ ਮੈਂ ਇੱਕ ਗੱਲ ਸੋਚਦਾ ਸੀ ਵੀ ਹੁਣ ਜਿੱਥੇ ਕਿਤੇ ਜਾ ਕੇ ਕੇਸ ਪਹੁੰਚ ਗਿਆ, ਇਸ ਕੇਸ ਨੂੰ ਲਾ ਲਓ ਤੇ ਤੁਸੀਂ ਚਾਹੇ ਥਾਣੇ ਦੇ ਆਮ ਰਾਜੀਨਾਮੇ ਨੂੰ ਲਾ ਲਓ, ਇੱਕੋ ਹੀ ਗੱਲ ਆ। ਕਿਉਂਕਿ ਕਿਹੜੇ ਹੁੰਦਾ ਨਾ ਵੀ ਉਹ ਕਹਿੰਦਾ ਵੇਖ ਲਾਂਗੇ, ਤੇ ਮੰਨ ਲਓ ਆਪਾਂ ਦੋਵੇਂ ਭਰਾ ਲੜ ਪਏ, ਉਧਰੋਂ ਮੈਂ ਕਈ ਕੱਢੀ ਫਿਰਾਂ, ਤੁਸੀਂ ਡਾਂਗ ਕੱਢੀ ਫਿਰ, ਉਹ ਆ ਜਾ ਤੈਨੂੰ ਵੇਖ ਲਾਂਗੇ, ਫਲਾਣਾ ਤੈਨੂੰ ਇੱਦਾਂ ਹੋਇਆ ਉੱਦਾਂ, ਕੋਈ ਨਹੀਂ। ਤੀਸਰਾ ਬੰਦਾ ਆਪਣੀ ਸ਼ਿਕਾਇਤ ਕਰਦੇ, ਦੋਵਾਂ ਨੂੰ ਆਪਾਂ ਨੂੰ ਜੀਪ 'ਚ ਪਾਇਆ ਤੇ ਥਾਣੇ ਲੈ ਗਏ। ਹੁਣ ਥਾਣੇ ਜਾ ਕੇ ਹੋਣਾ ਕੀ ਹੁੰਦਾ? ਰਾਜੀਨਾਮਾ।
ਤੇ ਜਦੋਂ ਰਾਜੀਨਾਮਾ ਹੋ ਗਿਆ ਦੋਵੇਂ ਆਪਾਂ ਜੱਫੀਆਂ ਪਾ ਕੇ ਇੱਕੋ ਸਕੂਟਰ ਤੇ ਪਿੰਡ ਨੂੰ ਚੜ੍ਹੇ ਆਈਏ ਤੇ ਤੀਸਰਾ ਬੰਦਾ ਫੇਰ ਆ ਗਿਆ, ਇਹਨਾਂ ਦੀ ਜੱਫੀ ਕਿੱਦਾਂ ਪੈ ਗਈ, ਇਹ ਕਿੱਦਾਂ ਇਕੱਠੇ ਹੋ ਗਏ? ਪਤਾ ਤੇ ਆਪਾਂ ਨੂੰ ਹੁੰਦਾ ਨਾ ਵੀ ਵੀਰ ਮੇਰਾ ਪਾਉਣੀ ਪੈਣੀ ਜਾਂ ਅਗਲੇ ਨੇ ਪਵਾਤੀ ਆ। ਨਹੀਂ, ਗੱਲ ਤੁਹਾਡੀ ਠੀਕ ਹੈ। ਇਸ ਕਰਕੇ ਮੈਨੂੰ ਲੱਗਦਾ ਵੀ ਇਹ ਕੇਸ ਉਹੋ ਜਿਹਾ ਵੀ ਚਿੱਠੀ ਪੱਤਰੀ ਹੁਣ ਹੁੰਦੀ ਰਹੂਗੀ। ਹੁਣ ਜਿਹੜਾ ਸ਼ਿਕਾਇਤ ਕਰਦਾ ਹੀ ਕਹਿੰਦਾ ਮੈਨੂੰ ਇਤਰਾਜ਼ ਕੋਈ ਨਹੀਂ, ਤੇ ਫਿਰ ਉਹ 'ਚ ਕਰੋਗੇ ਕੀ? ਚਲੋ ਉਮੀਦ ਕਰਦੇ ਹਾਂ ਕਿ ਭਾਈ ਜੇ ਦਬਾਅ ਦਬੂ ਪਿਆ ਹੈ ਤਾਂ ਪਤਾ ਜਿਹੜਾ ਉਹਦਾ ਲੱਗ ਲੈਣਾ ਚਾਹੀਦਾ। ਤੇ ਦੂਸਰੇ ਪਾਸੇ ਇੱਕ ਚਿੱਠੀ ਜਿਹੜੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਨੇ ਜਿਹੜੀ ਉਹ ਲਿਖੀ ਹੈ, ਉਹ ਲਿਖੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੂੰ। ਮਸਲਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਆ ਗਿਆ। ਪਹਿਲਾਂ ਵੀ ਰੌਲਾ ਪਿਆ ਸੀ ਜੀ, ਪੰਜਾਬ ਦਾ ਹਿੱਸਾ ਉਹਦੇ ਵਿੱਚ ਅਧਿਕਾਰ ਘਟਾ ਦਿੱਤੇ ਗਏ ਜੀ, ਆਹ ਕਰ ਦਿੱਤਾ ਗਿਆ ਜੀ। ਇਹਨਾਂ ਨੇ ਉਦੋਂ ਵੀ ਇਤਰਾਜ਼ ਕੀਤੇ ਸੀ ਕਿ ਇਦਾਂ ਹੀ ਰਹਿਣ ਦਿਓ, ਉਹਦਾ ਸਰੂਪ ਜਿਹੜਾ BBMP ਉਹਨੂੰ ਕਹਿੰਦੇ ਆ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ। ਹੁਣ ਮੁੱਖ ਮੰਤਰੀ ਪੰਜਾਬ ਨੇ ਚਿੱਠੀ ਲਿਖੀ, ਉਹ ਕਹਿੰਦੇ ਜੀ 15 ਮਈ ਨੂੰ ਕੇਂਦਰ ਨੇ ਇੱਕ ਫੈਸਲਾ ਕੀਤਾ ਕਿ ਹਿਮਾਚਲ ਨੂੰ ਪਾਣੀ ਦੇਣਾ ਹੈ ਜਾਂ BBMP ਦੇ ਵਿੱਚੋਂ ਹੋਰ ਕੋਈ ਗੱਲਬਾਤ ਹੈ ਤਾਂ ਹਿਮਾਚਲ ਪ੍ਰਦੇਸ਼ ਨੂੰ ਕਿਸੇ ਤਰ੍ਹਾਂ ਦੀ NOC ਦੀ ਲੋੜ ਨਹੀਂ। ਪਹਿਲਾਂ ਕੀ ਸੀ ਕਿ 55% BBMP ਦੇ ਵਿੱਚ ਹਿੱਸੇਦਾਰੀ ਪੰਜਾਬ ਦੀ, 45% ਦੀ ਹਿੱਸੇਦਾਰੀ ਹਰਿਆਣੇ ਦੀ। BBMP ਦੇ ਵਿੱਚ 55% ਦੀ ਕਰਮਚਾਰੀ ਪੰਜਾਬ ਦੇ, 45% ਦੀ ਹਰਿਆਣੇ ਦੇ। BBMP ਦੇ ਵਿੱਚ ਜਿੰਨਾ ਖਰਚ ਹੁੰਦਾ ਸੀ 55% ਦੀ ਪੰਜਾਬ ਦਿੰਦਾ ਸੀ, 45% ਦੀ ਹਰਿਆਣਾ ਦਿੰਦਾ ਸੀ। ਜਾਣੀ ਕੁੱਲ ਮਿਲਾ ਕੇ 100% ਦੀ ਅਧਿਕਾਰ ਇਹਨਾਂ ਦਾ ਸੀ। ਹਾਂ, ਕੇਂਦਰ ਸਰਕਾਰ ਦਾ ਨੁਮਾਇੰਦਾ ਉਹਦੇ ਵਿੱਚ ਹੁੰਦਾ ਸੀ, ਪਰ ਉਹਦੀ ਬਹੁਤੀ ਵਕਤ ਨਹੀਂ ਸੀ ਹੁੰਦੀ। ਪਰ ਆ ਪਿਛਲੇ ਥੋੜੇ ਜਿਹੇ ਸਮੇਂ ਦੇ ਵਿੱਚ ਲਗਾਤਾਰ ਐਂ ਲੱਗਾ ਕਿ ਸੂਬਿਆਂ ਦੇ ਅਧਿਕਾਰ ਥੋੜ੍ਹੇ ਜਿਹੇ ਥੱਲੇ ਕੀਤੇ ਜਾ ਰਹੇ ਆ। ਹੁਣ ਇਸ ਮੁੱਦੇ ਦੇ ਉੱਤੇ ਵੀ ਮੁੱਖ ਮੰਤਰੀ ਸਾਹਿਬ ਨੇ ਚਿੱਠੀ ਪ੍ਰਧਾਨ ਮੰਤਰੀ ਸਾਹਿਬ ਨੂੰ ਇਹ ਲਿਖੀ ਹੈ ਕਿ ਪ੍ਰਧਾਨ ਮੰਤਰੀ ਜੀ, ਜੇ NOC ਤੋਂ ਬਿਨਾਂ ਇਸ ਤਰੀਕੇ ਹਿਮਾਚਲ ਪ੍ਰਦੇਸ਼ ਨੂੰ ਵਿੱਚੋਂ ਹਿੱਸਾ ਦੇਣ ਦੀ ਸਿੱਧੇ ਹੁਕਮ ਕੇਂਦਰ ਨੇ ਜਾਰੀ ਕਰਨੇ ਸ਼ੁਰੂ ਕਰਤੇ, ਉਹ ਕਹਿੰਦੇ ਗਲਤ ਹੈ, ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਹੈ। ਤੇ ਅਸੀਂ ਬੇਨਤੀ ਕਰਦੇ ਹਾਂ ਕਿ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਬਿਲਕੁਲ ਵੀ ਨਾ ਕੀਤੀ ਜਾਵੇ। ਪਰ ਮੈਂ ਇੱਥੇ ਇੱਕ ਚੀਜ਼ ਦੱਸਦਾ, ਘਾਟਾਂ ਸੂਬਿਆਂ ਨੂੰ ਵੀ ਪਹਿਲਾਂ ਰਹੀਆਂ, ਚਾਹੇ ਅੱਜ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਨੇ, ਪਹਿਲਾਂ ਚੰਨੀ ਸਾਹਿਬ ਕੈਪਟਨ ਸਾਹਿਬ ਤੇ ਬਾਦਲ ਸਾਹਿਬ ਸੀ। ਹੋਇਆ ਕਿ ਸੰਧਾਲੀਆ ਸਾਹਿਬ ਜਿਹੜੇ 55% ਦੀ ਕਰਮਚਾਰੀ BBMP ਨੂੰ ਚਲਾਉਣ ਦੇ ਲਈ ਪੰਜਾਬ ਵੱਲੋਂ ਜਾਣੇ ਸੀ ਜਾਂ 45 ਹਰਿਆਣੇ ਵੱਲੋਂ, ਇਹ ਕਈ ਵਾਰੀ ਭੇਜਦੇ ਨਹੀਂ ਸੀ ਪੂਰੇ। ਜੇ ਉੱਥੇ 25 ਬੰਦੇ ਚਾਹੀਦੇ 20 ਭੇਜਣੇ, 30 ਚਾਹੀਦੇ ਤਾਂ 28 ਭੇਜਣੇ। ਉਹਦਾ ਨਤੀਜਾ ਇਹ ਨਿਕਲਿਆ ਸੀ ਕਿ ਜਿੰਨੇ ਬੰਦੇ ਘੱਟ ਭੇਜਦੇ ਸੀ ਉਹ ਹਿਮਾਚਲ ਤੋਂ ਲਾ ਦਿੰਦੇ ਸੀ। ਤੁਸੀਂ ਆਪ ਪੈਰ ਪਿਛਾਂਹ ਖਿੱਚੇ, ਚੰਡੀਗੜ੍ਹ ਇੱਕ ਪਾਸੇ ਸਾਡਾ ਦਫ਼ਤਰ, ਅਸੀਂ ਸਾਰੇ ਮੁਹਾਲੀ ਲਈ ਆਉਂਦੇ ਹਾਂ। ਫਿਰ ਅਸੀਂ ਕਹਿੰਦੇ ਹਾਂ ਕਿ ਭਾਈ ਅਫਸਰ ਚੰਡੀਗੜ੍ਹ ਸਾਡੇ ਲੱਗਣੇ ਆ, ਅਫਸਰ ਅਸੀਂ ਦੇਣੇ ਨਹੀਂ, ਉਹਨੇ ਕਿਤੇ ਹੋਰ ਲਾ ਦੇਣੇ। ਫਿਰ ਤਾਂ ਕਸੂਰ ਆਪਾਂ ਸਾਰਾ ਉਹਨਾਂ ਦਾ ਨਹੀਂ ਨਾ ਕੱਢ ਸਕਦੇ। ਹੁਣ ਠੀਕ ਹੈ, ਜੰਜੂਆ ਸਾਹਿਬ ਜਿਹੜੇ ਚੀਫ ਸੈਕਟਰੀ ਨੇ ਪੰਜਾਬ ਦੇ, ਉਹਨਾਂ ਨੇ ਕਿਹਾ ਕਿ ਅੱਗੋਂ ਤੋਂ ਨਹੀਂ, ਸਾਡੀ ਸਰਕਾਰ ਨਹੀਂ ਇੱਦਾਂ ਕਰਦੀ, ਅਸੀਂ ਤਾਂ ਪੂਰਾ ਕਾਡਰ ਦੇਵਾਂਗੇ, ਵਧੀਆ। ਪਰ ਆਪ ਨਾ ਹੌਸਲਾ ਛੱਡੋ, ਆਪ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਨਿਭਾਓ, ਗੱਲ ਫਿਰ ਬਣਦੀ ਹੈ। ਮੈਨੂੰ ਲੱਗਦਾ ਹੋ ਸਕਦਾ ਪਹਿਲੀਆਂ ਸਰਕਾਰਾਂ ਵੇਲੇ ਜਿਹੜਾ ਆਮ ਤੌਰ ਤੇ ਹਰੇਕ ਦਫ਼ਤਰ 'ਚ ਇਹ ਕੰਮ ਹੁੰਦਾ ਹੈ ਨਾ ਵੀ ਉਹ ਕੋਈ ਗੱਲ ਨਹੀਂ ਯਾਰ, ਇਹ ਅਸਾਮੀ ਖਾਲੀ ਹੈ, ਖਾਲੀ ਰਹਿਣ ਦਿਓ, ਦੋ ਬੰਦਾ ਇੱਕ ਅੱਧਾ ਠੇਕੇ ਤੇ ਲਾ ਲਓ। ਹੁਣ BBMP ਕਿਉਂਕਿ ਅਦਾਰਾ ਹੋ ਰਿਹਾ, ਉੱਥੇ ਠੇਕੇ ਤੇ ਲੱਗ ਨਹੀਂ ਸਕਦਾ, ਇਹ ਕਰਕੇ ਉਹ ਕਹਿੰਦੇ ਯਾਰ ਕੋਈ ਨਹੀਂ, ਇੰਨੇ ਕੁ ਭੇਜ ਦਿਓ, ਤਨਖਾਹ ਕਿੱਥੋਂ ਦੇਣੀ ਯਾਰ ਇੰਨਿਆਂ ਨੂੰ। ਅਗਲਿਆਂ ਨੇ ਉਦੋਂ ਪੂਰਤੀ ਕਰ ਲਈ, ਉਹ ਵੀਰ ਮੇਰਾ ਜੇ ਤੁਸੀਂ ਨਹੀਂ ਦਿੰਦੇ, ਸਾਡੇ ਕੋਲ ਲੋਕਲ ਬੰਦਾ ਹੈਗਾ, ਇੱਥੇ ਕੰਮ ਚਲਾ ਲੈਂਦੇ ਆ। ਹੁਣ ਹੋ ਸਕਦਾ ਵੀ ਇਸ ਚਿੱਠੀ ਦੇ ਨਾਲ 4 ਦਿਨ ਬ੍ਰੇਕ ਜ਼ਰੂਰ ਲੱਗੇ, ਪਰ ਮੈਨੂੰ ਇਹ ਜਾਪਦਾ ਹੁੰਦਾ ਵੀ ਕੇਂਦਰ ਸਰਕਾਰ ਵੀ ਨਾ ਉੱਦਾਂ ਦੇ ਟਰੱਕ ਵਰਗਾ ਜਿਹੜਾ ਭਰਿਆ ਲੋਡ ਹੋਇਆ ਢਾਲ ਤੇ ਖਲੋਤਾ, ਇੱਦਾਂ ਉਹਦੇ ਟਾਇਰਾਂ ਅੱਗੇ ਤੁਸੀਂ ਇੱਟਾਂ ਦੇ ਸਕਦੇ ਹੋ, 2 ਦਿਨ ਹੋਰ ਰੁਕਿਆ ਰਹਿ ਸਕਦਾ ਜੀ। ਕਿਉਂਕਿ ਜਿੱਦਾਂ ਦੇ ਕੰਮ ਆਪਾਂ ਉਹਨਾਂ ਦੇ ਪਿਛਲੇ ਸਮੇਂ 'ਚ ਵੇਖ ਲਿਆ, ਵੱਖ-ਵੱਖ ਸਟੇਟਾਂ ਨੂੰ ਲੈ ਕੇ, ਈਵਨ ਧਾਰਾ 370 ਦੀ ਗੱਲ JP ਨੱਡਾ ਸਾਹਿਬ ਪੰਜਾਬ ਆ ਕੇ ਵੀ ਕਰ ਗਏ। ਹੁਣ ਉਹ ਕਦੀ ਕਿਸੇ ਨੇ ਸੋਚੀ ਨਹੀਂ ਹੈਗਾ, ਉਹ ਵੀ ਤੋੜਤੀ। ਹੁਣ ਜੇ ਆਮ ਆਦਮੀ ਪਾਰਟੀ ਦੀ ਆਪਾਂ ਗੱਲ ਦੀ ਕਰੀਏ ਉਦਾਹਰਨ, ਤੇ 8 ਸਾਲ ਕੇਸ ਲੜਿਆ ਵੀ ਇਹ ਆਰਡੀਨੈਂਸ ਜਿਹੜਾ ਜੀ ਉਹ ਕਿੱਦਾਂ ਜੀ ਉੱਦਾਂ ਜੀ ਸਾਡੇ ਅਧਿਕਾਰ ਜੀ, 8 ਦਿਨਾਂ 'ਚ ਅਗਲੇ ਨੇ ਫੇਰ ਘੇਰ ਕੇ ਉੱਥੇ ਲਿਆਉਣ ਦੀ ਕਹਾਣੀ। ਸੋ ਇਹਦਾ ਮਤਲਬ ਇਹ ਹੋ ਗਿਆ ਵੀ ਜੇ ਤੇ ਉਹਨਾਂ ਨੇ ਕਰਨਾ ਤੇ ਫਿਰ ਉਹਨਾਂ ਨੇ ਕਰਨਾ ਹੀ ਕਰਨਾ, ਚਿੱਠੀ ਰੋਕ ਨਹੀਂ ਸਕਦੀ। ਹਾਂ, ਜੇ ਉਹ ਮੰਨ ਲਓ ਕਿ ਵਾਕਿਆ ਕੋਈ ਕਾਨੂੰਨੀ ਅੜਚਣ ਜਾਂ ਕੋਈ ਸਟੈਂਡ ਤਕੜਾ ਪੰਜਾਬ ਜਾਂ ਹਰਿਆਣਾ ਵੀ ਆਪਣੀ ਥਾਂ ਤੇ ਲਵੇ, ਕਿਉਂਕਿ ਜੇ ਹਿੱਸਾ ਪੰਜਾਬ ਦਾ ਜਾਣਾ ਹਰਿਆਣੇ ਦਾ ਵੀ ਜਾਣਾ ਜੀ, ਉਹ ਉੱਥੇ ਜਾ ਕੇ ਕੋਈ ਨਾ ਕੋਈ ਉਡਾਉਣੀ ਪਾ ਲੈਣ, ਤੇ ਹੋ ਸਕਦਾ ਵੀ ਇਹ ਟਰੱਕ ਲੋਡ ਹੋਇਆ ਖਲੋਤਾ ਰਵੇ, ਇਹਦਾ ਕੋਈ ਬੈਕ ਗੇਅਰ ਲਾ ਲੈਣ। ਫਿਲਹਾਲ ਆਸਕ ਮੈਨੂੰ ਘੱਟ ਲੱਗਦੀ, ਕਿਉਂਕਿ ਪਿਛਲੇ ਸਮੇਂ ਤੋਂ ਕੰਮ ਇਹ ਚੱਲਦਾ ਰਿਹਾ। ਇੱਕ ਮੈਨੂੰ ਲੱਗਦਾ ਜੇ ਮੁੱਖ ਮੰਤਰੀ ਸਾਹਿਬ ਨੂੰ ਤੁਸੀਂ ਕੇਂਦਰ ਨਾਲ ਜੋੜਿਆ, ਤੇ ਗਡਕਰੀ ਸਾਹਿਬ ਨਾਲ ਵੀ ਤਾਂ ਮੁਲਾਕਾਤ ਕੀਤੀ ਉਹਨਾਂ ਨੇ, ਉਹ ਚੰਗਾ ਮੈਨੂੰ ਲੱਗਦਾ, ਕਿਉਂਕਿ ਗਡਕਰੀ ਸਾਹਿਬ ਵਧੀਆ ਲੀਡਰ ਮੰਨੇ ਜਾਂਦੇ ਆ ਸੜਕਾਂ ਦੇ ਮਸਲੇ ਤੇ। ਹੁਣ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਚੰਡੀਗੜ੍ਹੋਂ ਪਠਾਨਕੋਟ ਨੂੰ ਸ਼ਿਵਾਲਿਕ ਹਾਈਵੇ ਬਣਾਓ, ਉਹ ਚੰਗੀ ਗੱਲ ਹੈ, ਕਿਉਂਕਿ ਬਹੁਤ ਕੁਝ ਉੱਧਰਲੇ ਪਾਸੇ ਨੂੰ ਕਰਨ ਵਾਲਾ ਬਣਦਾ ਹੈ, ਜੇ ਕਿਤੇ ਬਣ ਜਾ ਤਾਂ ਕਮਾਲ ਹੋ ਜਾਏ। ਦੂਸਰੇ ਪਾਸੇ ਉਹਨਾਂ ਨੇ ਕੁਝ ਇਹ ਜਿਹੜੀਆਂ ਟੋਲ ਪਲਾਜ਼ੇ ਲੱਗੇ, ਉਹਨਾਂ ਕੰਪਨੀਆਂ ਨੇ ਜਿਹੜੇ ਘਾਟਾਂ ਪੰਜਾਬ 'ਚ ਸੀ, ਕਮਜ਼ੋਰੀਆਂ ਸੀ, ਉਹਨਾਂ ਦਾ ਵੀ ਵੇਰਵਾ ਜਾ ਕੇ ਦਿੱਤਾ ਕਿ ਆਹ ਕੁਛ ਕਰਦੇ ਆ ਬੰਦੇ। ਤੀਸਰਾ, ਜਲੰਧਰੋਂ ਹੁਸ਼ਿਆਰਪੁਰ ਵਾਲੀ ਜਿਹੜੀ ਸੜਕ ਹੈ, ਜਿਹਦੇ 'ਚ ਆਦਮਪੁਰ ਪੈਂਦਾ ਹੈ, ਆਦਮਪੁਰ ਵਾਲੇ ਫਲਾਈਓਵਰ ਦਾ ਜਲੰਧਰ ਦੀ ਜ਼ਿਮਨੀ ਚੋਣ ਦੇ ਵਿੱਚ ਬੜਾ ਰੌਲਾ ਸੀ, ਉਹਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਕਿ ਭਾਈ ਆਪਾਂ ਨੇਪਰੇ ਚਾੜਨਾ। ਤੇ ਨਾਲ ਜਲੰਧਰ ਦੇ ਮੈਂਬਰ ਪਾਰਲੀਮੈਂਟ ਸੁਸ਼ੀਲ ਰਿੰਕੂ ਸਾਹਿਬ ਵੀ ਸੀਗੇ, ਉਹਨਾਂ ਨੇ ਵੀ ਉਹ ਸਾਰੀਆਂ ਗੱਲਾਂ ਬਾਤਾਂ ਕਹੀਆਂ। ਮੈਂ ਮੰਨ ਕੇ ਚੱਲਦਾ ਕਿ ਗਡਕਰੀ ਸਾਹਿਬ ਨੇ ਜਾਇਜ਼ ਕੋਈ ਮੰਗ ਉਹਨਾਂ ਦੀ ਰੋਕਣੀ ਨਹੀਂ, ਮੰਨ ਲੈਣੀ ਉਹਨਾਂ ਨੇ, ਕਿਉਂਕਿ ਉਹਨਾਂ ਦਾ ਇੱਕੋ ਹੀ ਕੰਮ ਕਰਨਾ ਭਾਈ, ਆਪਾਂ ਕੇਂਦਰ ਸਰਕਾਰ ਦੇ ਵਿੱਚੋਂ ਐਸੇ ਮਿਨਿਸਟਰ ਨੇ
ਤੇ ਵਧੀਆ ਗੱਲ ਹੈ ਕਿ ਮੁੱਖ ਮੰਤਰੀ ਸਾਹਿਬ ਸਾਰੇ ਮੁੱਦੇ ਉਹਨਾਂ ਦੇ ਕੋਲ ਲੈ ਕੇ ਗਏ ਆ ਤੇ ਉਹ ਪੂਰੇ ਕਰ ਦੇਣਗੇ ਤਾਂ ਚੰਗੀ ਗੱਲ ਹੈ। ਮੈਨੂੰ ਲੱਗਦਾ ਗਡਕਰੀ ਸਾਹਿਬ ਨੇ ਉਹਦਾ ਉਲਟਾ ਲਾਮਾ ਹੀ ਦਿੱਤਾ ਹੋਵੇ, ਕਿਉਂਕਿ ਜਿੰਨਾ ਕਿ ਮੈਨੂੰ ਚੇਤੇ ਆਉਂਦਾ ਆ ਜਿਹੜਾ ਗ੍ਰੀਨ ਕੋਰੀਡੋਰ ਹੈ ਬਣਨਾ, ਮਤਲਬ ਜਿਉਂ ਕਹਿੰਦੇ ਵੀ ਦਿੱਲੀੋਂ ਉਹ ਕਟੜੇ ਤੱਕ ਖੜਨਾ, ਪੰਜਾਬ 'ਚ ਆ ਕੇ ਉਹਨੂੰ ਸਾਂਗੜ ਕਰਕੇ ਇੱਕ ਸਿੱਧਾ ਚਲੇ ਜਾਂਦਾ, ਇੱਕ ਵਾਇਆ ਕੁਛ ਕੁ ਜਿਹੜੇ ਧਾਰਮਿਕ ਸ਼ਹਿਰ ਨੇ ਉਹਨਾਂ ਨੂੰ ਮਿਲਾ ਕੇ ਅੰਮ੍ਰਿਤਸਰੋਂ ਘੁੰਮ ਕੇ ਫਿਰ ਉੱਧਰ ਜਾ ਜੁੜਨਾ। ਉਹਦੇ 'ਚ ਆਪਾਂ ਪਿਛਲੇ ਦਿਨੇ ਵੀ ਦੇਖਦੇ ਰਹੇ, ਉਦੋਂ ਪਹਿਲਾਂ ਵੀ ਦੇਖਦੇ ਰਹੇ ਕਿ ਵੀ ਜਿਹੜੇ ਕਿਸਾਨਾਂ ਦੀ ਜ਼ਮੀਨ ਆਉਂਦੀ ਆ ਉਹਦੇ 'ਤੇ ਇਤਰਾਜ਼ ਕਰਦੇ ਵੀ ਸਾਨੂੰ ਮੁਆਵਜ਼ਾ ਪੂਰਾ ਨਹੀਂ ਮਿਲਿਆ ਜਾਂ ਸਾਡੀ ਗੱਲ ਨਹੀਂ ਆਈ, ਸਾਨੂੰ ਇੰਨੇ ਪੈਸੇ ਚਾਹੀਦੇ ਸੀ ਜੀ, ਉਸ ਹਿਸਾਬ ਨਾਲ ਸਾਡਾ ਫੈਸਲਾ ਨਹੀਂ ਹੋਇਆ। ਜਦੋਂ ਫੈਸਲਾ ਨਹੀਂ ਹੋਇਆ ਤਾਂ ਤੁਸੀਂ ਐਕਵਾਇਰ ਨਹੀਂ ਕਰ ਸਕਦੇ। ਹੁਣ ਜਿੰਨੀ ਕੁ ਮੈਨੂੰ ਸਮਝ ਆਉਂਦੀ ਹੈ ਉਹ ਇਸ ਗ੍ਰੀਨ ਕੋਰੀਡੋਰ ਜਾਂ ਇੱਕ ਦੋ ਜਿਹੜੇ ਹੋਰ ਦੇਸ਼ 'ਚ ਕੋਰੀਡੋਰ ਸੀਗੇ, ਇਹਨਾਂ ਸਾਰਿਆਂ ਦੀ ਡੈਡਲਾਈਨ 2024 ਬਣਾਈ ਬੈਠੇ ਸੀ ਆਪਣੇ ਵੱਲੋਂ ਵੀ 2024 'ਚ ਇਲੈਕਸ਼ਨ ਆਉਣੀਆਂ, ਇਲੈਕਸ਼ਨਾਂ ਤੋਂ ਪਹਿਲਾਂ ਅਸੀਂ ਐਕਸਪ੍ਰੈਸਵੇ ਗ੍ਰੀਨ ਕੋਰੀਡੋਰਸ ਬਣਾ ਦੇਣੇ ਤਾਂ ਜੋ ਡਰੋਨ ਸ਼ਾਟਸ ਦੇ ਨਾਲ ਜਦੋਂ ਇਹਦੇ ਉਦਘਾਟਨ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਸਾਹਿਬ ਜਾਂ ਹੋਰ ਵੱਡੇ ਲੀਡਰ ਜਾਣ ਤੇ ਇੱਕ ਪ੍ਰਭਾਵ ਜਾਵੇ ਵੀ ਯਾਰ ਦੇਸ਼ ਅਸੀਂ ਕਿਸ ਤਰ੍ਹਾਂ ਦਾ ਬਣਾਤਾ ਵੀ ਇੱਕ ਸਿਰੋਂ ਜੰਮੂ ਕਸ਼ਮੀਰ ਤੋਂ ਚਲੋ ਉਹ ਦੱਖਣ ਭਾਰਤ ਤੱਕ ਟਾਪੋ ਟਾਪ ਕੋਈ ਰੌਲਾ ਨਹੀਂ। ਪਰ ਹੁਣ ਜਦੋਂ ਉਹਨਾਂ ਪ੍ਰੋਜੈਕਟਸ ਦੇ ਵਿੱਚ ਬ੍ਰੇਕਾਂ ਲੱਗਦੀਆਂ ਨੇ ਤੇ ਬ੍ਰੇਕਾਂ ਜਦੋਂ ਇੱਕ ਸਟੇਟ 'ਚ ਲੱਗਣਗੀਆਂ ਤੇ ਉਸੇ ਸਟੇਟ ਦੇ ਮੁੱਖ ਮੰਤਰੀ ਸਾਹਿਬ ਕਹਿਣ ਵੀ ਉਹ ਜੀ ਸੜਕ ਬਣਾ ਦਿਓ ਤੇ ਅਗਲੇ ਵੀ ਤੇ ਕਹਿਣਗੇ ਨਾ ਵੀ ਜਿਹੜੀ ਅਸੀਂ ਬਣਾਉਣ ਦਾ ਯਾਰ ਉਹ ਤਾਂ ਬਣਦੀ ਨਹੀਂ, ਤੁਸੀਂ ਨਵੀਂ ਦੀ ਗੱਲ ਕਰੀ ਜਾਂਦੇ ਹੋ। ਸੰਧਾਲੀਆ ਸਾਹਿਬ ਗੱਲ ਤੁਹਾਡੀ ਠੀਕ ਹੈ। ਤੇ ਹੁਣ ਜਾਂਦਿਆਂ ਆਪਾਂ ਇਹ ਜ਼ਰੂਰ ਦੱਸ ਦਈਏ ਕਿ ਪਰਸੋਂ ਤੋਂ ਅਸੀਂ ਪ੍ਰਾਈਮ ਏਸ਼ੀਆ ਟੀਵੀ ਦੀ ਟੀਮ ਵਾਲੇ ਆ ਰਹੇ ਹਾਂ ਕੈਨੇਡਾ ਦੇ ਉਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਅਸੀਂ ਅਜੇ ਕਦੀ ਗਏ ਨਹੀਂ, ਕਿਉਂਕਿ 16 ਤਰੀਕ ਨੂੰ ਅਸੀਂ ਉਮੀਦ ਕਰਦੇ ਹਾਂ ਜੇ ਸਾਰਾ ਕੁਝ ਠੀਕ ਰਿਹਾ ਤਾਂ ਸੜਕੀ ਰਸਤੇ ਅਸੀਂ ਮੌਂਟਰੀਅਲ ਹੋਵਾਂਗੇ। ਉਹਦੇ ਤੋਂ ਬਾਅਦ ਹੈਲੀਫੈਕਸ ਵੱਲ ਵੀ ਜਾਣਾ ਹੈ, ਫਿਰ ਸੇਂਟ ਜੌਨ ਵੱਲ ਵੀ ਜਾਣਾ ਹੈ, ਪ੍ਰਿੰਸ ਐਡਵਰਡ ਆਈਲੈਂਡ ਵੀ ਜਾਣਾ ਹੈ। ਤੇ ਜਿੱਥੇ ਵੀ ਕਿਤੇ ਪੰਜਾਬੀ ਭਾਰਤੀ ਭਾਈਚਾਰਾ ਭਾਸ਼ਾ ਦੇ ਮਾਧਿਅਮ ਦੇ ਨਾਲ ਆਪਾਂ ਜੁੜੇ ਹੋਏ ਹਾਂ, ਜੇ ਤੁਸੀਂ ਰਾਹ ਦੇ ਵਿੱਚ ਕਿਤੇ ਪੈਂਦੇ ਹੋ ਜ਼ਰੂਰ, ਜੇ ਮਿਲਣਾ ਚਾਹੁੰਦੇ ਹੋ, ਜੇ ਕੋਈ ਸਾਨੂੰ ਵੀ ਗਾਈਡ ਕਰਨਾ ਚਾਹੁੰਦੇ ਹੋ ਕਿ ਭਾਈ ਆਹ ਚੀਜ਼ਾਂ ਜਿਹੜੀਆਂ ਜ਼ਰੂਰ ਕਵਰ ਕੀਤੀਆਂ ਜਾਣ, ਉਹਦੇ ਤੋਂ ਬਾਅਦ ਆਪਾਂ ਨਿਊ ਫਾਊਂਡਲੈਂਡ ਦਾ ਕਾਫੀ ਹਿੱਸਾ ਜਿਹੜਾ ਉਹ ਕਵਰ ਕਰਨਾ ਹੈ। ਸੋ 27-28 ਤਰੀਕ ਤੱਕ ਆਉਣ ਵਾਲੇ 15 ਕੁ ਦਿਨ ਜਿਹੜਾ ਉਹ ਅਸੀਂ ਇਸ ਹਿੱਸੇ ਦੀ ਯਾਤਰਾ ਦੇ ਉੱਤੇ ਰਹਿਣਾ। ਟੈਲੀਫੋਨ ਨੰਬਰ ਇੱਕ ਤੁਸੀਂ ਬੋਲ ਦੇਣਾ ਜੇ ਕੋਈ ਸੱਜਣ ਸਾਡੇ ਨਾਲ ਰਾਹ ਦੇ ਵਿੱਚ ਸੰਪਰਕ ਕਰਨਾ ਚਾਹੁੰਦਾ ਹੈ, ਕਿਉਂਕਿ ਅਸੀਂ ਰਾਤਾਂ ਰੁੱਤਾਂ ਰੁਕਦੇ ਜਾਣਾ ਸੜਕੀ ਰਸਤੇ, ਤਾਂ ਜੋ ਦੁਨੀਆ 'ਚ ਬੈਠੇ ਤੇ ਕੈਨੇਡਾ ਦੇ ਵੱਡੇ ਹਿੱਸੇ ਦੇ ਵਿੱਚ ਬੈਠੇ ਜਿਹੜੇ ਭਾਰਤੀ ਪੰਜਾਬੀ ਨੇ, ਜਿਹੜੇ ਪੰਜਾਬੀ ਭਾਸ਼ਾ ਸਮਝਦੇ ਆ, ਉਹਨਾਂ ਨੂੰ ਕੈਨੇਡਾ ਦਾ ਇਹ ਹਿੱਸਾ ਵੀ ਜ਼ਰੂਰ ਦਿਖਾਈਏ ਕਿ ਭਾਈ ਕੈਨੇਡਾ ਇਕੱਲਾ ਟੋਰਾਂਟੋ ਦੇ ਵਿੱਚ, ਸਰੀ ਦੇ ਵਿੱਚ ਜਾਂ ਕੈਲਗਰੀ 'ਚ ਨਹੀਂ, ਇੱਧਰ ਵੀ ਹੈਗਾ। ਮਤਲਬ ਆਪਾਂ ਇਹ ਵੀ ਦੱਸ ਦਈਏ ਕਿ ਵੀ ਕੈਨੇਡਾ ਦਾ ਉਹ ਵਾਲਾ ਹਿੱਸਾ ਜਿਹੜਾ ਹਿੱਸਾ ਜੇ ਆਪਾਂ ਇੱਕ ਸਿਰੇ ਦੀ ਗੱਲ ਕਰੀਏ ਤੇ ਉਧਰ ਇੱਕ ਹੋਰ ਸਮੁੰਦਰ ਲੱਗਦਾ, ਦੂਸਰੇ ਸਿਰੇ ਤੇ ਹੋਰ ਸਮੁੰਦਰ ਲੱਗਦਾ, ਤੇ ਸ਼ਾਇਦ ਇਹਨਾਂ ਦੋਨਾਂ ਕੰਢਿਆਂ ਦੇ ਵਿੱਚ ਹੀ 4-4.5 ਘੰਟੇ ਟਾਈਮ ਦਾ ਹੀ ਫਰਕ। ਸੋ ਜਿੱਥੋਂ ਅਸੀਂ ਆਏ ਸੀਗੇ ਉਧਰ ਟਾਈਮ ਉਦੋਂ 4 ਘੰਟੇ 4.5 ਘੰਟੇ ਪਿੱਛੇ ਹੋਊਗਾ। ਜਿਸ ਸਿਰੇ ਤੇ ਸੇਂਟ ਜੌਨ ਵਾਲੇ ਪਾਸੇ ਸਾਡਾ ਬਣਿਆ ਕਿ ਅਸੀਂ ਜਾਣਾ, ਉਹਦੇ ਜਿੱਦਾਂ ਬਾਟ ਸਾਹਿਬ ਨੇ ਦੱਸਿਆ ਕਿ ਅਸੀਂ ਮੌਂਟਰੀਅਲ, ਉਸ ਤੋਂ ਬਾਅਦ ਪ੍ਰਿੰਸ ਐਡਵਰਡ ਆਈਲੈਂਡ ਤੇ ਹੈਲੀਫੈਕਸ ਤੋਂ ਹੁੰਦੇ ਫਿਰ ਸਿਡਨੀ, ਉਸ ਤੋਂ ਬਾਅਦ ਸੇਂਟ ਜੌਨ ਤੇ ਫਿਰ ਉਸ ਤੋਂ ਬਾਅਦ ਨਿਊ ਫਾਊਂਡਲੈਂਡ ਲੈਬਰਾਡੋਰ ਵਾਲੇ ਪਾਸੇ ਨੂੰ ਉੱਪਰੋਂ। ਇਹਦੇ ਵਿੱਚ ਕੁਛ ਰਸਤਾ ਫੈਰੀਜ਼ ਦੇ ਵਿੱਚ ਵੀ ਹੋਊਗਾ ਕਿ ਤੁਸੀਂ ਆਪਣੀ ਜਿਹੜੀ ਗੱਡੀ ਆ ਗੱਡੀ ਨੂੰ ਵੀ ਉਹਦੇ ਵਿੱਚ ਲੱਦ ਲੈਣਾ ਤੇ ਉਸੇ ਤਰ੍ਹਾਂ ਉਸ ਸਫ਼ਰ ਨੂੰ ਤੈਅ ਕਰਨਾ। ਅਸੀਂ ਉੱਥੇ ਜਾਵਾਂਗੇ। ਇੱਕ ਨੰਬਰ ਬੋਲਣ ਤੋਂ ਪਹਿਲਾਂ ਅਸੀਂ ਇਹ ਜ਼ਰੂਰ ਬੇਨਤੀ ਕਰਦੇ ਕਿ ਹੋ ਸਕਦਾ ਇੱਕ ਅੱਧਾ ਦਿਨ ਅੱਗੇ ਪਿੱਛੇ ਹੋ ਅਸੀਂ ਤੁਸੀਂ ਝਿਜਕਣਾ ਨਹੀਂ, ਤੁਸੀਂ ਫੋਨ ਜ਼ਰੂਰ ਕਰਿਓ ਕਿ ਕਿੱਥੇ ਕਿ ਤੁਸੀਂ, ਕਿਉਂਕਿ ਸਾਡੇ ਲਈ ਵੀ ਜਿਗਿਆਸਾ ਕਿ ਪੰਜਾਬੀ ਕਿੱਥੇ ਆ ਹਾਂ, ਤੇ ਉਹ ਫਿਰ ਆਪਾਂ ਕਵਰ ਜ਼ਰੂਰ ਕਰਾਂਗੇ ਉਹਨਾਂ ਸਾਰੀਆਂ ਚੀਜ਼ਾਂ। ਸੋ ਇਹ ਅਸੀਂ ਇਸ ਕਰਕੇ ਸੋਚ ਰਹੇ ਹਾਂ ਕਿਉਂਕਿ ਇਹ ਉਹ ਹਿੱਸਾ ਸੀ ਜਿੱਥੇ ਅਜੇ ਪੰਜਾਬੀ ਨਹੀਂ ਸੀ ਜਾਂਦੇ ਬਹੁਤੇ, ਪਰ ਪਿਛਲੇ ਸਮੇਂ 'ਚ ਸਾਡੇ ਸਟੂਡੈਂਟ ਭਾਈਚਾਰੇ ਦੇ ਜਿਹੜੇ ਨੌਜਵਾਨ ਧੀਆਂ ਪੁੱਤ ਨੇ ਉਹ ਆਏ, ਉਹਨਾਂ ਨੇ ਵੀ ਇਸ ਹਿੱਸੇ ਦੇ ਵਿੱਚ ਵੱਡਾ ਯੋਗਦਾਨ ਪਾਇਆ। ਸੋ ਸਾਨੂੰ ਇਹ ਸੀ ਵੀ ਉਹ ਹਿੱਸਾ ਵੀ ਕੈਨੇਡਾ ਦਾ ਵਿਖਾਈਏ ਜਿੱਥੇ ਹੁਣ ਨਵੇਂ ਪੰਜਾਬੀ ਵਸਣ ਲੱਗ ਪਏ ਨੇ। ਤੇ ਨੰਬਰ ਜਿਹਦੇ 'ਤੇ ਤੁਸੀਂ ਸਾਡੇ ਨਾਲ ਸੰਪਰਕ ਕਰਨਾ ਇਹ ਹੈ ਜੀ 647 676 7600, ਯਾਨੀ ਕਿ ਫਿਰ ਮੈਂ ਦੋ ਹਿੱਸਿਆਂ 'ਚ ਬੋਲ ਦਿੰਦਾ, ਪਹਿਲਾਂ 64 76 76 7600 647 ਹਾਂ 676 7600 ਹਾਂ। ਸੋ 3 ਵਾਰਾਂ ਉਹ 76 ਆਉਂਦਾ, ਮਗਰ 2 0 ਆ, ਪਹਿਲਾਂ 64 ਲਾ ਲਿਓ, ਯਾਨੀ ਕਿ 64 76 76 76 00। ਇਸ ਨੰਬਰ 'ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਫਿਲਹਾਲ ਦਿਓ ਇਜਾਜ਼ਤ, ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।